ਪੇਂਡੂ ਆਸਟ੍ਰੇਲੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਸਾਡੇ ਮੁਰੀਦ, ਸਾਡੇ ਚਾਹਣ ਵਾਲੇ, ਸਾਨੂੰ ਪਿਆਰ ਕਰਨ ਵਾਲੇ, ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਤੇ ਸਾਨੂੰ ਵੇਲੇ-ਵੇਲੇ ਸਿਰ ਤੁਹਾਡੇ ਕੋਲੋਂ ਜਿਹੜੀਆਂ ਵੇਵਸ ਮਿਲਦੀਆਂ ਰਹਿੰਦੀਆਂ ਉਹਨਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ। ਜੇ ਕਿੱਦਾਂ ਕਮੈਂਟਸ ਰੂਪਸ ਦਾ ਕਿਵੇਂ ਨਾ ਕਿਵੇਂ ਸਾਨੂੰ ਤੁਸੀਂ ਜਿਹੜੀ ਆਪਦੀ ਫੀਡਬੈਕ ਦਿੰਦੇ ਹੋ, ਉਹੀ ਸਾਨੂੰ ਹੌਸਲਾ ਦਿੰਦੇ ਆ ਅੱਗੇ ਵਧਣ ਲਈ। ਅੱਜ ਅਸੀਂ ਨਵਾਂ ਪ੍ਰੋਗਰਾਮ ਜਾਂ ਨਵੀਂ ਕੋਸ਼ਿਸ਼ ਸ਼ੁਰੂ ਕਰ ਜਾ ਰਹੇ ਹਾਂ। ਉਹ ਕੋਸ਼ਿਸ਼ ਦਾ ਜਿਹੜਾ ਵੀ ਅਸੀਂ ਸਾਡਾ ਜਿਹੜਾ ਉਪਰਾਲਾ ਜਾਂ ਉਹਦਾ ਅਸੀਂ ਇਹ ਇੱਕ ਫਾਰਮੈਟ ਰੱਖਿਆ ਵੀ ਜਿਹੜੇ ਨਵੇਂ ਆਏ ਆ, ਮੰਨ ਲੈਂਦੇ ਆਪਾਂ ਜਿਵੇਂ ਬੜਾ ਸੋਹਣਾ ਫਿਰੋਜ਼ ਖਾਨ ਦਾ ਗੀਤ ਆਇਆ ਸੀ, ਨਵੇਂ ਆਏ ਆ ਬਲੈਚ ਚ ਹੌਲੀ ਕਰਾਂਗੇ ਤਰੱਕੀਆਂ। ਦੇਖੋ 10 ਤੋਂ 15 ਸਾਲ ਲਾਈਫ ਦੇ ਦੇਖਿਆ ਜਾਵੇ ਤਾਂ ਬਹੁਤ ਵੱਡਾ ਪੀਰੀਅਡ ਹੁੰਦਾ, ਦੇਖਿਆ ਜਾਵੇ ਤਾਂ ਬਹੁਤ ਛੋਟਾ ਹੁੰਦਾ। ਛੋਟਾ ਉਦੋਂ ਹੁੰਦਾ ਜਦੋਂ ਤੁਸੀਂ ਇੱਕ ਬੂਟੇ ਨੂੰ ਪੱਟ ਕੇ ਦੂਜੇ ਥਾਂ ਦੇ ਉੱਤੇ ਲਾਉਣੇ ਹੋ ਤਾਂ ਉਹ ਜੜਾ ਮਾਰਨ ਦੇ ਉੱਤੇ ਕਾਫੀ ਟਾਈਮ ਲਾਉਂਦਾ ਤੇ ਉਹ ਟਾਈਮ ਦੇ ਵਿੱਚ 10-15 ਸਾਲਾਂ 'ਚ ਜੇ ਉਹ ਬੂਟਾ ਪ੍ਰੋਪਰ ਜੜਾਂ ਲਾ ਕੇ ਪੂਰਾ ਫਲ ਦੇਣ ਲੱਗ ਜਾਂਦਾ ਤਾਂ ਫਿਰ ਮੰਨੋ ਉਹਦੀ ਕਾਮਯਾਬੀ ਆ, ਉਹ ਬਹੁਤ ਕਾਮਯਾਬ ਆ। ਸੋ ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਤਾਦਾਦ 'ਚ ਦੁਨੀਆ ਜਾਂਦੀ ਆ, ਪ੍ਰਵਾਸ ਕਰਦੀ ਆ, ਪਰ ਉਸ ਪ੍ਰਵਾਸ 'ਚ ਜ਼ਰੂਰੀ ਨਹੀਂ ਸਾਰੇ ਬੰਦੇ ਉਹ ਪੈਸਾ ਕਮਾ ਲੈਂਦੇ ਆ ਜਾਂ ਨਾ ਕਮਾ ਲੈਂਦੇ ਆ ਜਾਂ ਕੁਝ ਮੁਕਾਮ ਹਾਸਲ ਕਰ ਲੈਂਦੇ ਆ। ਜ਼ਿਆਦਾਤਰ ਤਾਂ ਘਰ ਦੀਆਂ ਕਿਸ਼ਤਾਂ ਦੇ ਚੱਕਰ 'ਚ ਉਲਝੇ ਰਹਿ ਜਾਂਦੇ ਆ। ਲਿਮਟਿਡ ਜਿਹੇ ਬੰਦੇ ਹੁੰਦੇ ਆ, 2-2 4-4 10-10 ਬੰਦੇ ਇੱਕ ਸ਼ਹਿਰ 'ਚ ਹੁੰਦੇ ਆ ਜਿਨ੍ਹਾਂ ਨੇ ਜਾਂ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਦੇ ਆਪ ਨੂੰ ਫਾਈਨੈਂਸ਼ਲੀ ਜਾਂ ਆਰਥਿਕ ਤੌਰ ਤੇ ਕਹੀਏ ਤਾਂ ਤਕੜਾ ਕਰ ਲਿਆ ਹੁੰਦਾ ਤੇ ਜਾਂ ਉਹਨਾਂ ਦਾ ਨਾਂ ਜਾਂ ਉਹਨਾਂ ਦੇ ਕੰਮ ਬੋਲਦੇ ਹੁੰਦੇ ਆ। ਸੋ ਅਸੀਂ ਇਸ ਜਿਹੜਾ ਲੜੀਵਾਰ ਦੇ ਜ਼ਰੀਏ ਤੁਹਾਨੂੰ ਨਾ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਮਿਲਾਇਆ ਕਰਾਂਗੇ ਜਿਹੜੀਆਂ ਸ਼ਖਸੀਅਤਾਂ ਨੇ ਕੁਝ ਨਾ ਕੁਝ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆ ਕੇ ਆਪਣਾ ਮੁਕਾਮ ਹਾਸਲ ਕੀਤਾ। ਸੋ ਅੱਜ ਜਿਹੜੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ, ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਇੱਕ ਸਵਾਬੇ ਜਿਹਾ ਬਣਿਆ, ਮਾਹੌਲ ਇਹ ਜਿਹਾ ਆਇਆ, ਕੁਦਰਤ ਦੀ ਇੱਕ ਕਹਿਰ ਆਇਆ ਤੇ ਉਸ ਕਹਿਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੇ ਹੱਥ ਉੱਪਰ ਕੀਤੇ ਮਦਦ ਕਰਨ ਲਈ, ਬਹੁਤ ਸਾਰੇ ਲੋਕਾਂ ਨੇ ਉਪਰਾਲੇ ਵਿੱਢੇ ਤਾਂ ਉਸ ਦੇ ਵਿੱਚ ਉਸ ਟਾਈਮ ਦੇ ਵਿੱਚ ਸਾਡੇ ਕੋਲ ਇੱਕ ਇਹੋ ਜਿਹਾ ਨਾਂ ਆਇਆ ਜਾਂ ਇੱਕ ਇਹੋ ਜਿਹੀ ਸ਼ਖਸੀਅਤ ਆਈ ਜਿਨ੍ਹਾਂ ਨੂੰ ਅਸੀਂ ਚਾਹਿਆ ਵੀ ਇਹ ਤੋਂ ਵਧੀਆ ਸ਼ੁਰੂਆਤ ਹੋਰ ਨਹੀਂ ਹੋ ਸਕਦੀ। ਮੈਂ ਜੇ ਹੁਣ ਗੱਲ ਕਰਾਂ ਇਸ ਸ਼ਖਸੀਅਤ ਬਾਰੇ ਤਾਂ ਦੇਖੋ ਹਰ ਚੀਜ਼ ਇੱਕ ਬੰਦਾ ਫੁੱਲ ਪੈਕੇਜ ਜਿਹਨੂੰ ਕਹਿੰਦੇ ਆ ਵੀ ਕੰਪਲੀਟ ਪੈਕੇਜ, ਉਹ ਹੋਣਾ ਕਾਫੀ ਔਖਾ। ਪਰਫੈਕਟ ਹਰ ਚੀਜ਼ 'ਚ ਹੋਣਾ ਕਾਫੀ ਔਖਾ, ਪਰ ਫਿਰ ਵੀ ਕੁਝ ਨਾ ਕੁਝ ਇਹੋ ਜਿਹੇ ਜਿਹੜੇ ਕਰੈਕਟਰ ਜਾਂ ਇਹੋ ਜਿਹੇ ਤੁਹਾਡੇ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਕ ਤੁਹਾਨੂੰ ਨਜ਼ਰੀ ਪੈਂਦੇ ਆ ਜਿਨ੍ਹਾਂ ਨੂੰ ਤੁਸੀਂ ਕੰਪਲੀਟ ਪੈਕੇਜ ਕਹਿ ਸਕਦੇ ਹੋ। ਜਦੋਂ ਉਹ ਕੰਪਲੀਟ ਪੈਕੇਜ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਵੀ ਉਹ ਮਾਸਟਰਸ ਆ ਇੱਕ ਚੀਜ਼ ਦੇ ਵਿੱਚ, ਇੱਕ ਚੀਜ਼ 'ਚ ਨਹੀਂ। ਕੰਪਲੀਟ ਪੈਕੇਜ ਉਹ ਹੁੰਦਾ ਜਿਹੜਾ ਜੇ ਹੁਣ ਮੈਂ ਇੱਕ ਕੁੜੀ ਦੀ ਗੱਲ ਕਰਾਂ, ਪਹਿਲਾਂ ਉਹ ਪਰਫੈਕਟ ਧੀ ਬਣਦੀ ਆ, ਫਿਰ ਉਦੋਂ ਬਾਅਦ ਉਹ ਪਰਫੈਕਟ ਜਿਹੜੀ ਉਹ ਪਤਨੀ ਬਣਦੀ ਆ, ਫਿਰ ਪਰਫੈਕਟ ਮਾਤਾ ਬਣਦੀ ਆ ਤੇ ਨਾਲ ਜੇ ਉਹ ਇੱਕ ਆਪਣਾ ਮੁਕਾਮ ਆਪਦੀ ਪੜ੍ਹਾਈ ਲਿਖਾਈ ਨਾਲ ਜਾਂ ਆਪਦੀ ਜਿਹੜੀ ਖੋਜ ਜਰੀਏ ਜਾਂ ਕਿਸੇ ਵੀ ਰੂਪ 'ਚ ਆਪਣੇ ਨੂੰ ਸਥਾਪਿਤ ਕਰਦੀ ਆ ਤਾਂ ਉਹ ਇੱਕ ਉਹਦਾ ਸੋਨੇ ਤੇ ਸੁਹਾਗਾ ਹੋ ਜਾਂਦਾ। ਸੋ ਮੈਨੂੰ ਜਦੋਂ ਵੀ ਪਹਿਲੀ ਵਾਰ 5-6 ਸਾਲ ਪਹਿਲਾਂ ਮੈਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਇਸ ਸ਼ਖਸੀਅਤ ਨੂੰ ਤਾਂ ਮੈਨੂੰ ਬੜਾ ਚੰਗਾ ਲੱਗਿਆ ਮਿਲ ਕੇ, ਮੈਨੂੰ ਉਹਨਾਂ ਬਾਰੇ ਜਾਣ ਕੇ ਬੜਾ ਚੰਗਾ ਲੱਗਿਆ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੋਈ ਵੀ ਉਹ ਆਪਣੇ ਜਿਹੜੇ ਉਸ ਦੌਰ ਦੇ ਵਿੱਚ ਆ ਜਦੋਂ ਕਿ ਬੱਚੇ ਕਹਿ ਸਕਦੇ ਆ ਵੈਸੇ ਉਹਨਾਂ 'ਚ ਪੋਟੈਂਸ਼ੀਅਲ ਜਾਂ ਉਦੋਂ ਪਾਵਰ ਬਹੁਤ ਜ਼ਿਆਦਾ ਹੁੰਦੀ ਆ ਤੇ ਪਰ ਉਹ ਜਵਾਨੀ ਦੇ ਜੋਸ਼ 'ਚ ਗਵਾਚੇ ਹੁੰਦੇ ਆ ਤੇ ਉਹ ਕਿਤੇ ਨਾ ਕਿਤੇ ਇੱਧਰੋਂ ਦੂਰ ਹੁੰਦੇ ਆ। ਸੋ ਇੰਨੀ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਮੁਕਾਮ ਹਾਸਲ ਕਰਨ ਵਾਲੀ ਇਸ ਬੱਚੀ ਨੂੰ ਅਸੀਂ ਅੱਜ ਇੰਟਰੋਡਿਊਸ ਕਰਨਾ ਹੈਗਾ ਤੁਹਾਡੇ ਨਾਲ ਤੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ, ਪੰਜਾਬੀਅਤ ਨਾਲ ਜੁੜੇ ਸਾਰੇ ਜਾਣੇ ਮਾਣ ਮਹਿਸੂਸ ਕਰੋਗੇ। ਸੋ ਮੇਰੀ ਜਿਹੜੀ ਇਸ ਟਾਈਮ ਮੁਰਾਦ ਆ ਉਹ ਆ ਜੀ ਇੱਕ ਐਸੋਸੀਏਟ ਪ੍ਰੋਫੈਸਰ ਨੇ ਪਰਥ ਦੇ ਵਿੱਚ, ਡਾਕਟਰ ਪਰਵਿੰਦਰ ਕੌਰ। ਉਹਨਾਂ ਨੂੰ ਜਿਹੜੇ ਇੱਕ ਸਾਇੰਟਿਸਟ ਦੇ ਤੌਰ ਤੇ ਤਾਂ ਦੁਨੀਆ ਜਾਣਦੀ ਆ, ਬਹੁਤ ਸਾਰੇ ਲੋਕਲ ਪੰਜਾਬੀ ਉਹਨਾਂ ਨੂੰ ਇੱਕ ਰੇਡੀਓ ਹੋਸਟ ਦੇ ਤੌਰ ਤੇ ਵੀ ਜਾਣਦੇ ਆ, ਹੋਰ ਵੀ ਜਿਹੜੀਆਂ ਸੋਸ਼ਲ ਗਤੀਵਿਧੀਆਂ ਦੇ ਤੌਰ ਤੇ ਜਾਣਦੇ ਆ। ਪਰ ਆਪਾਂ ਅੱਜ ਉਹਨਾਂ ਤੋਂ ਇਹ ਸਾਰੀ ਜਰਨੀ ਕਿੱਥੋਂ ਸ਼ੁਰੂ ਹੋਇਆ, ਕਿਵੇਂ ਉਹਨਾਂ ਦਾ ਸਫ਼ਰ ਚੱਲਿਆ, ਉਹਨਾਂ ਦੇ ਮੂੰਹੋਂ ਅੱਜ ਆਪਾਂ ਸੁਣਨੀ ਆ। ਸੋ ਆਓ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਆਪਾਂ ਉਹਨਾਂ ਤੋਂ ਇਹ ਇੱਕ ਕਰਕੇ ਸਵਾਲ ਜਾਣਦੇ ਹਾਂ। ਸੋ ਪਰਵਿੰਦਰ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੇਂਡੂ ਆਸਟ੍ਰੇਲੀਆ ਦੇ ਇਸ ਨਵੇਂ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਪੇਂਡੂ ਆਸਟ੍ਰੇਲੀਆ ਚੈਨਲ ਨੂੰ ਸੁਣਨ ਵਾਲੇ ਸਾਰੇ ਜਿਹੜੇ ਸਾਡੇ ਦਰਸ਼ਕ ਹਨ, ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਪਰਥ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ ਜੇ ਤੁਸੀਂ ਸੁਣਿਆ ਹੋਵੇ ਤੇ ਬਹੁਤ ਧੰਨਵਾਦ ਤਹਿ ਦਿਲ ਤੋਂ ਮਿੰਟੂ ਬਰਾੜ ਜੀ ਦਾ, ਜਿਨ੍ਹਾਂ ਨੇ ਇੰਨੇ ਹੀ ਪਿਆਰ ਦੇ ਨਾਲ ਤੇ ਇੰਨੀ ਵਧੀਆ ਇੰਟਰੋਡਕਸ਼ਨ ਜਿਹੜੀ ਹੈਗੀ ਦਿੱਤੀ ਤੇ ਸਾਰੀ ਟੀਮ ਪੇਂਡੂ ਆਸਟ੍ਰੇਲੀਆ ਦੀ ਜਿਹੜੀ ਇਸ ਐਫਰਟ ਦੇ ਵਿੱਚ ਜੁੜੀ ਹੋਈ ਹੈਗੀ ਹੈ। ਥੈਂਕ ਯੂ ਸੋ ਮਚ। ਸੋ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਵੀ ਆਪਣੇ ਬਿਜ਼ੀ ਜਿਹੜਾ ਟਾਈਮ ਦੇ ਵਿੱਚੋਂ ਸਾਡੇ ਲਈ ਟਾਈਮ ਕੱਢਿਆ।
ਸੋ ਪਰਮਿੰਦਰ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਤੁਹਾਡੇ ਪਿਛੋਕੜ ਤੋਂ। ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਆ। ਪਹਿਲਾਂ ਤਾਂ ਆਪਣੇ ਪਿਛੋਕੜ ਬਾਰੇ ਤੇ ਫਿਰ ਆਸਟ੍ਰੇਲੀਆ ਆਉਣ ਤੱਕ ਦਾ ਸਫ਼ਰ ਜ਼ਰੂਰ ਆਪਦੀ ਜਵਾਨੀ 'ਚ ਦੱਸੋ। ਜੀ, ਮੈਂ ਆਸਟ੍ਰੇਲੀਆ ਪਹੁੰਚੀ ਹੈਗੀ ਹਾਂ 2007। ਜਿਵੇਂ ਤੁਸੀਂ ਕਿਹਾ, ਇਸ ਤਰ੍ਹਾਂ ਲੱਗਦਾ ਤਾਂ ਨਹੀਂ ਹੈਗਾ ਕਿ ਇੰਨੇ ਸਾਲ ਹੋ ਗਏ ਨੇ, ਪਰ ਫਿਰ ਵੀ ਲੱਗਦਾ ਹੈ ਕਿ ਬਹੁਤ ਲੰਬੀ ਜਰਨੀ ਸੀਗੀ ਜਿਹੜੀ ਕਿ ਤੈਅ ਕੀਤੀ ਹੈਗੀ ਹੈ। ਪਿਛੋਕੜ ਬਾਰੇ ਗੱਲ ਕਰੀਏ ਤਾਂ ਮੈਂ ਇੱਕ ਨਾਰਮਲ ਫਾਰਮਿੰਗ ਫੈਮਿਲੀ 'ਚੋਂ, ਮੇਰੇ ਫਾਦਰ ਹਨ। ਨਵਾਂ ਸ਼ਹਿਰ ਡਿਸਟ੍ਰਿਕਟ ਸਾਨੂੰ ਲੱਗਦਾ ਹੈਗਾ, ਉੱਥੇ ਪਿੰਡ ਹੈਗਾ ਹਿਆਤਪੁਰ ਰੁੜਕੀ, ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ, ਜਿੱਥੇ ਸਾਡੀਆਂ ਰੂਟਸ ਹਨ। ਤੇ ਡੈਡੀ ਆਰਮੀ 'ਚ ਸੀਗੇ, ਸੋ ਉਹਦੀ ਵਜ੍ਹਾ ਨਾਲ ਬਹੁਤ ਸਾਨੂੰ ਮੌਕਾ ਮਿਲਿਆ ਡਿਫਰੈਂਟ ਜਗ੍ਹਾ ਇੰਡੀਆ ਨੂੰ ਐਕਸਪਲੋਰ ਕਰਨ ਦਾ, ਬਹੁਤ ਜਗ੍ਹਾ ਤੇ ਰਹਿਣ ਦਾ ਮੌਕਾ ਮਿਲਿਆ। ਜ਼ਿਆਦਾਤਰ ਜਿਹੜੀ ਸਕੂਲਿੰਗ ਹੋਈ ਉਹ ਆਰਮੀ ਸਕੂਲ ਤੋਂ ਹੋਈ, ਤੇ ਉਹਦੇ ਵਿੱਚ ਜਲੰਧਰ ਕੈਂਟ, ਜੇ ਮੈਂ ਆਪਣੀਆਂ ਮੈਮੋਰੀਜ਼ ਫਰੋਲਾਂ ਤਾਂ ਜਲੰਧਰ ਕੈਂਟ ਸਭ ਤੋਂ ਪਹਿਲਾਂ ਯਾਦ ਆਉਂਦਾ ਹੈਗਾ, ਤੇ ਅੰਬਾਲਾ ਕੈਂਟ ਯਾਦ ਆਉਂਦਾ ਹੈਗਾ। ਉਸ ਤੋਂ ਇਲਾਵਾ ਕਾਫੀ ਜਗ੍ਹਾ ਤੇ ਰਹਿਣ ਦਾ ਮੌਕਾ ਮਿਲਿਆ, ਪਰ ਇਹ ਦੋ ਸ਼ਹਿਰਾਂ ਦੇ ਨਾਲ, ਤੇ ਇੱਕ ਪਟਿਆਲਾ, ਜਿੱਥੋਂ ਮੇਰੀ ਉਚੇਰੀ ਸਿੱਖਿਆ ਹੋਈ 11ਵੀਂ ਤੇ 12ਵੀਂ ਦਾ ਸਫ਼ਰ ਜਿਹੜਾ ਮੈਂ ਤੈਅ ਕੀਤਾ, ਜੋ ਕਿ ਬਹੁਤ ਇੰਪੋਰਟੈਂਟ ਹੁੰਦਾ ਬੱਚਿਆਂ ਦੇ ਵਿੱਚ। ਉਹ ਬੱਚਿਆਂ ਦੇ ਲਈ ਉਹ 2 ਸਾਲ, 10ਵੀਂ ਤੋਂ ਬਾਅਦ ਇਹ ਡਿਸਾਈਡ ਕਰਨਾ ਕਿ ਕਿਹੜੇ ਪਾਸੇ ਜਾਣਾ ਹੈਗਾ, ਮੈਡੀਕਲ, ਨਾਨ ਮੈਡੀਕਲ, ਕਾਮਰਸ। ਉਸ ਟਾਈਮ ਬੜਾ ਔਖਾ ਹੁੰਦਾ ਸੀਗਾ। ਤੇ ਫਾਦਰ ਸਾਹਿਬ ਆਰਮੀ 'ਚ ਸੀਗੇ, ਮੰਮੀ ਨੇ ਆਪਣੀ ਸਾਰੀ ਜ਼ਿੰਦਗੀ ਡੈਡੀਕੇਟ ਕੀਤੀ ਸਿਰਫ ਸਾਨੂੰ, ਫੈਮਿਲੀ ਨੂੰ ਲੁੱਕ ਆਫਟਰ ਕਰਨ 'ਚ। ਸੋ ਸ਼ੀ ਇਜ਼ ਅ ਕੰਪਲੀਟ ਹਾਊਸ ਵਾਈਫ। ਲੇਕਿਨ ਜੇ ਮੈਂ ਉਹ ਗੱਲ ਕਰਾਂ ਤਾਂ ਉਹ ਸਮਾਂ ਬਹੁਤ ਹੀ ਔਖਾ ਸੀਗਾ, ਜਿੱਥੇ ਅੱਜ ਪਹੁੰਚ ਗਏ। ਇਹ ਮੈਂ ਤਾਂ ਕਹੂੰਗੀ ਕਿ ਸਾਰਿਆਂ ਦੀ ਮਿਲੀ ਜੁਲੀ ਮਿਹਨਤ ਹੈਗੀ ਹੈ। ਲੇਕਿਨ ਉਸ ਵਕਤ ਜੇ ਮੈਂ ਯਾਦ ਕਰਦੀ ਹਾਂ ਤਾਂ ਕੁਝ ਨਹੀਂ ਪਤਾ ਚੱਲਦਾ ਸੀਗਾ। ਇੰਟਰਸਟ ਸੀਗਾ, ਕਿਉਰਿਓਸਿਟੀ ਸੀਗੀ। ਸਾਇੰਸ ਇੱਕ ਬਹੁਤ ਫੇਵਰਿਟ ਸਬਜੈਕਟ ਸੀਗਾ, ਪਰ ਪਤਾ ਨਹੀਂ ਸੀਗਾ ਕਿ ਕਰੀਅਰ ਵਾਈਜ਼ ਆਪਾਂ ਇਹ ਸਾਨੂੰ ਕਿੱਥੇ ਲੈ ਕੇ ਜਾ ਸਕਦਾ। ਸੋ ਮੈਂ ਇੰਨੀ ਕਨਫਿਊਜ਼ ਸੀਗੀ ਕਿ ਮੈਂ ਚੂਜ਼ ਨਹੀਂ ਕਰ ਪਾ ਰਹੀ ਸੀਗੀ, ਤੇ ਮੈਂ ਮੈਡੀਕਲ ਤੇ ਨਾਨ ਮੈਡੀਕਲ ਦੋਨਾਂ ਦਾ ਕੰਬੀਨੇਸ਼ਨ ਰੱਖ ਲਿਆ 11ਵੀਂ ਦੇ ਵਿੱਚ। ਤੇ ਬਹੁਤ ਬਹੁਤ ਜ਼ਿਆਦਾ ਔਖਾ ਹੋਇਆ। 11ਵੀਂ ਖਤਮ ਕੀਤੀ, ਪਰ ਫਿਰ ਚੂਜ਼ ਕੀਤਾ ਨਹੀਂ, ਜ਼ਿੰਦਗੀ 'ਚ ਫੋਕਸ ਸ਼ਾਇਦ ਬਹੁਤ ਜ਼ਰੂਰੀ ਹੈ। ਤੇ ਉਹ ਬਹੁਤ ਅਰਲੀ ਸਟੇਜ ਦੇ ਉੱਤੇ ਇਸ ਚੀਜ਼ ਦਾ ਮਹੱਤਵ ਪਤਾ ਲੱਗਿਆ। ਸੋ ਫਿਰ ਮੈਂ ਚੂਜ਼ ਕੀਤਾ ਆਪਣਾ ਫੇਵਰਿਟ ਬਾਇਓਲੋਜੀ, ਤੇ ਸੋਚਿਆ ਦੇਖਿਆ ਜਾਊਗਾ ਕਿੱਥੇ ਪਹੁੰਚਾਂਗੇ, ਡਾਕਟਰ ਬਣਾਂਗੇ, ਕੀ ਬਣਾਂਗੇ, ਕੁਝ ਨਹੀਂ ਪਤਾ ਸੀਗਾ। ਐਨੀਵੇਜ਼ ਮੈਡੀਕਲ ਦੇ ਵਿੱਚ ਜਾਣਾ ਚਾਹੁੰਦੀ ਸੀਗੀ, ਲੇਕਿਨ ਉਸ ਵਕਤ ਇੱਕ ਆਰਮੀ ਬੈਕਗ੍ਰਾਉਂਡ ਤੋਂ ਹੋਣਾ ਤੇ ਇੰਨੀ ਵੱਡੀ ਫੀਸ ਦੇਣਾ ਇੰਡੀਆ ਦੇ ਵਿੱਚ ਪੋਸੀਬਲ ਨਹੀਂ ਸੀਗਾ। ਸੋ ਬਟ ਲੱਕੀਲੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਮੇਰਾ ਦਾਖਲਾ ਸਕਾਲਰਸ਼ਿਪ ਬੇਸਿਸ ਤੇ ਹੋਇਆ, ਕਿਉਂਕਿ ਮੇਰੀ ਰੈਂਕ ਬਹੁਤ ਅੱਛਾ ਆਇਆ ਸੀ। ਮੈਂ ਪਹਿਲੇ 5 ਦੇ ਵਿੱਚ ਸਿਲੈਕਟ ਹੋ ਗਈ, ਤੇ ਆਈ ਥਿੰਕ ਮੇਰੀ ਲਾਈਫ ਦਾ ਬੈਸਟ ਡਿਸੀਜਨ ਸੀਗਾ। ਆਲਦੋ ਮੈਡੀਕਲ, ਜੋ ਕਿ ਫਸਟ ਪ੍ਰੈਫਰੈਂਸ ਸੀਗੀ, ਨਹੀਂ ਜਾ ਸਕੀ, ਲੇਕਿਨ ਮੌਕਾ ਮਿਲਿਆ ਉਸ ਖੇਤਰ ਦੇ ਵਿੱਚ ਜਾਣ ਦਾ ਜਿਹਦੀ ਵਜ੍ਹਾ ਨਾਲ ਸਾਡੀ ਸਾਰੀ ਮੈਨਕਾਈਂਡ ਸਰਵਾਈਵ ਕਰਦੀ ਹੈ। ਖੇਤੀਬਾੜੀ ਸ਼ਾਇਦ ਸ਼ਹਿਰਾਂ ਦੇ ਵਿੱਚ ਰਹਿਣ ਦੀ ਵਜ੍ਹਾ ਨਾਲ ਅਸੀਂ ਇੰਨੀ ਚੰਗੀ ਤਰ੍ਹਾਂ ਜੁੜ ਨਹੀਂ ਸਕੇ ਸੀ, ਲੇਕਿਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਜਾ ਕੇ ਪਤਾ ਲੱਗਿਆ ਕਿ ਥੋੜੇ ਜਿਹੇ ਦਾਣੇ ਉਗਾਉਣਾ ਇੱਕ ਕਿਸਾਨ ਦੇ ਲਈ ਕਿੰਨਾ ਮਿਹਨਤ ਲੱਗਦਾ ਹੈ। ਤੇ ਬੈਸਟ ਚੀਜ਼ ਜੇ ਮੈਂ ਯਾਦ ਕਰਾਂ ਆਪਣੀ ਗ੍ਰੈਜੂਏਸ਼ਨ ਦੇ ਵਿੱਚੋਂ, ਮੈਂ 2000 ਦੇ ਵਿੱਚ 2000 ਬੈਚ ਸੀ, BSc ਐਗਰੀਕਲਚਰ ਜਿਹਦੇ ਐਡਮਿਸ਼ਨ ਲਈ ਸੀ, 2004 ਦੇ ਵਿੱਚ ਕੰਪਲੀਟ ਕੀਤੀ। ਤੀਸਰੇ ਸਾਲ ਦੇ ਵਿੱਚ ਸਾਰੇ ਐਗਰੀਕਲਚਰਲ ਸਟੂਡੈਂਟਸ ਨੂੰ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਦੇ ਦਿੱਤਾ ਜਾਂਦਾ, ਜਿਹੜੇ ਕਿ ਸਾਡੇ ਐਗਰੀਕਲਚਰਲ ਯੂਨੀਵਰਸਿਟੀ ਦੇ ਫਾਰਮ ਨੇ। ਅਸੀਂ 6 ਜਾਣਿਆਂ ਦਾ ਗਰੁੱਪ ਸੀ, ਤੇ ਸਾਨੂੰ ਕਿਹਾ ਗਿਆ ਕਿ ਕਰੋ ਖੇਤੀ ਤੇ ਲਿਆਓ ਪ੍ਰੋਫਿਟ। ਪ੍ਰੋਫਿਟ ਤਾਂ ਕੀ ਲੈ ਕੇ ਆਣਾ, ਉਸ ਚੀਜ਼ ਨੂੰ ਮੈਨੇਜ ਕਰਨਾ, ਕਿਵੇਂ ਤੁਸੀਂ ਸੀਡ ਲਾਉਣੇ। ਲਾਈਕ ਕਿਤਾਬਾਂ 'ਚ ਪੜ੍ਹਨਾ ਬਹੁਤ ਸੌਖਾ ਹੁੰਦਾ ਹੈ, ਲੇਕਿਨ ਐਕਚੁਅਲ 'ਚ ਜਦੋਂ ਕਰਨਾ ਪੈਂਦਾ ਤਾਂ ਪਤਾ ਲੱਗਦਾ ਹੈਗਾ ਕਿ ਕਿੰਨਾ ਔਖਾ ਕੰਮ ਹੈ। ਬਟ ਆਈ ਥਿੰਕ ਉਹ ਮੇਰੀ ਐਜੂਕੇਸ਼ਨ ਦਾ ਬੈਸਟ ਪਾਰਟ ਸੀ ਉਹ 6 ਮਹੀਨੇ। ਤੇ ਇੱਕ ਐਪਰੀਸ਼ੀਏਸ਼ਨ ਤੇ ਮੌਕਾ ਮਿਲਿਆ ਜੁੜਨ ਦਾ ਕਿ ਕਿਵੇਂ ਲਾਈਕ ਪਲੇਟ ਤੇ ਜਿਹੜਾ ਫੂਡ ਹੈਗਾ ਉਹ ਕਿੱਦਾਂ ਸਾਡੇ ਤੱਕ ਪਹੁੰਚਦਾ ਹੈਗਾ। ਸੋ ਦੈਟ ਵਾਜ਼ ਇੰਡੀਆ। 2004 ਦੇ ਵਿੱਚ BSc ਐਗਰੀਕਲਚਰ ਖਤਮ ਹੋਈ, ਤੇ ਉਸ ਟਾਈਮ ਅਗੇਨ ਕਸ਼ਮਕਸ਼ ਸੀਗੀ ਕਿ ਹੁਣ ਇਸ ਤੋਂ ਬਾਅਦ ਅਗਲਾ ਪੜਾਅ ਕਿੱਥੇ ਹੈਗਾ। ਪਰ ਬਹੁਤ ਕਿਸਮਤ ਚੰਗੀ ਸੀਗੀ ਕਿ ਮੈਨੂੰ ਸਕਾਲਰਸ਼ਿਪ ਦੇ ਨਾਲ ਮਾਸਟਰਸ ਦੇ ਵਿੱਚ ਐਡਮਿਸ਼ਨ ਮਿਲੀ। ਮੈਂ ਚੌਥੇ ਸਾਲ ਦੇ ਵਿੱਚ ਕੁਝ ਪਲਾਂਟ ਕਲੀਨਿਕਸ ਰਨ ਕੀਤੇ ਸੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇੰਟਰਨਸ਼ਿਪ ਪ੍ਰੋਗਰਾਮ ਦੇ ਵਿੱਚ। ਉਹਦੇ ਵਿੱਚ ਮੌਕਾ ਮਿਲਿਆ ਕਿਸਾਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰਨ ਦਾ, ਕਿ ਅਗਰ ਕੋਈ
ਫਸਲ ਨੂੰ ਕੋਈ ਕੀੜਾ ਲੱਗਿਆ ਹੈਗਾ ਜਾਂ ਫਸਲ ਨੂੰ ਕੋਈ ਬਿਮਾਰੀ ਹੈ ਤਾਂ ਅਸੀਂ ਉਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਸੀ ਫਰੋਮ ਸਾਇੰਟੀਫਿਕ ਪੁਆਇੰਟ ਆਫ ਵਿਊ। ਸੋ ਉਹਦੇ 'ਚ ਕਾਫੀ ਇੰਟਰਸਟ ਬਣ ਗਿਆ ਸੀਗਾ। ਤਾਂ ਫਿਰ ਮੈਂ ਉਹੀ ਆਪਣਾ ਜਿਹੜਾ ਮੇਜਰ ਵਿਸ਼ਾ ਚੂਜ਼ ਕੀਤਾ, ਪਲਾਂਟ ਪ੍ਰੋਟੈਕਸ਼ਨ, ਤੇ 2 ਸਾਲ ਉਹਦੇ ਵਿੱਚ ਮਾਸਟਰਸ ਕੀਤੀ। ਤੇ ਜਦੋਂ ਮੈਂ ਮਾਸਟਰਸ ਕਰ ਰਹੀ ਸੀਗੀ ਤੇ ਕੁਝ ਛੋਟੀਆਂ ਖੋਜਾਂ ਜਿਹੜੇ ਆਪਣੇ ਪ੍ਰੋਫੈਸਰ ਸੀਗੇ ਉਹਨਾਂ ਦੇ ਨਾਲ ਇਨਵੋਲਵ ਹੋਈ ਤੇ ਕੁਝ ਅੱਛਾ ਰਿਸਰਚ ਦਾ ਕੰਮ ਕਰਨ ਦਾ ਮੌਕਾ ਮਿਲਿਆ, ਜਿਹੜੀ ਵਜ੍ਹਾ ਨਾਲ ਸਾਡੀ ਇੱਕ ਕਾਨਫਰੰਸ ਹੋਈ ਸੀ ਪੀਏਯੂ ਦੇ ਵਿੱਚ, ਜਿੱਥੇ ਮੈਂ ਇੱਕ ਟਾਕ ਦਿੱਤੀ ਸੀ 10 ਮਿੰਟ ਦੀ। ਤੇ ਉੱਥੇ ਸਾਡੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਕੁਝ ਪ੍ਰੋਫੈਸਰ ਮੌਜੂਦ ਹਨ ਜਿਹੜੇ ਕਿ ਪਲਾਂਟ ਡਿਜ਼ੀਜ਼ਸ ਤੇ ਕੰਮ ਕਰਦੇ ਸੀ। ਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਅੱਛਾ ਕੰਮ ਹੈ, ਤੁਹਾਡੇ 'ਚ ਬਹੁਤ ਪੋਟੈਂਸ਼ੀਅਲ ਹੈ, ਤੁਸੀਂ ਸਕਾਲਰਸ਼ਿਪ ਬਾਰੇ ਕਦੇ ਸੋਚਿਆ ਬਾਹਰ ਜਾਣ ਬਾਰੇ? ਤਾਂ ਸੋਚਿਆ ਨਹੀਂ ਸੀ ਕਦੇ, ਅਸੀਂ ਸੋਚਿਆ ਸੀਗਾ ਚਲੋ ਐਮਐਸਸੀ ਹੋਊਗੀ ਉਸ ਤੋਂ ਬਾਅਦ ਆਪਣੀ ਨੌਕਰੀ ਲੱਗ ਜਾਊਗੀ ਪੀਏਯੂ ਦੇ ਵਿੱਚ, that was the biggest dream ਉਸ ਟਾਈਮ ਤੇ। ਲੇਕਿਨ ਜਿਵੇਂ ਕਹਿੰਦੇ ਨੇ ਦਾਣਾ ਪਾਣੀ ਜਿੱਥੇ ਲਿਖਿਆ ਉੱਥੇ ਬੰਦੇ ਨੇ ਪਹੁੰਚਣਾ ਹੀ ਪਹੁੰਚਣਾ, ਇਹ ਤਾਂ ਸਾਰੇ ਬਹਾਨੇ ਬਣਦੇ ਨੇ। ਸਕਾਲਰਸ਼ਿਪ ਅਪਲਾਈ ਕੀਤੀ, ਸਟ੍ਰੇਟ ਅਵੇ ਮਿਲ ਗਈ ਐਂਡ ਮੈਂ ਵਿਸ਼ਵਾਸ ਨਹੀਂ ਹੋਇਆ ਉਸ ਟਾਈਮ ਤੇ ਡੈਡੀ ਜੀ ਨੂੰ ਦੱਸਿਆ। ਮੈਂ ਕਿਹਾ ਡੈਡੀ ਜੀ ਇੱਦਾਂ ਕਰਕੇ, ਉਸ ਟਾਈਮ ਫਾਦਰ ਸਾਹਿਬ ਰਿਟਾਇਰ ਹੋ ਗਏ ਸੀਗੇ ਤੇ ਅਸੀਂ ਪਿੰਡ ਦੇ ਵਿੱਚ ਲਾਈਕ ਅਸੀਂ ਉੱਥੇ ਹੀ ਰਿਹਾਇਸ਼ ਸੀਗੀ। ਕਹਿੰਦੇ ਬਾਹਰ ਜਾਣਾ ਹੈ ਤੇ ਬਹੁਤ ਐਕਸਪੈਂਸਿਵ ਹੋਊਗਾ, ਕਿੱਦਾਂ ਹੋਊਗਾ? ਮੈਂ ਕਿਹਾ ਨਹੀਂ ਡੈਡੀ, ਸਾਰਾ ਕੁਝ ਫ੍ਰੀ, ਲਾਈਕ ਸਾਰਾ ਪੂਰਾ ਫੁੱਲ ਪੈਕੇਜ ਸਕਾਲਰਸ਼ਿਪ ਮਿਲਿਆ ਹੈਗਾ। ਨੋ, ਕਿਸੇ ਨੂੰ ਵਿਸ਼ਵਾਸ ਨਹੀਂ ਹੋਇਆ। ਵਿਸ਼ਵਾਸ ਉਦੋਂ ਹੀ ਹੋਇਆ ਜਦੋਂ ਮੈਂ ਆ ਗਈ ਇੱਥੇ ਤੇ ਕਿਸੇ ਨੂੰ ਨਹੀਂ ਜਾਣਦੇ ਸੀ ਪਰਥ ਵਿੱਚ। ਥੋੜੀ ਬਹੁਤੀ ਲਾਈਕ ਜਾਣ ਪਛਾਣ ਸੀਗੀ ਆਸਟ੍ਰੇਲੀਆ ਦੇ ਵਿੱਚ, ਜਿਵੇਂ ਪਿੰਡ ਦੇ ਲੋਕੀ ਆਏ ਹੋਏ ਨੇ, ਲੇਕਿਨ ਐਜ਼ ਸੱਚ ਪਰਥ ਦੇ ਵਿੱਚ ਕੋਈ ਨਹੀਂ ਸੀਗਾ। ਸੋ ਬਟ ਮੈਂ ਕਹੂੰਗੀ ਕਿ ਸ਼ਾਇਦ ਲਾਈਕ ਇਹ ਵਨ ਆਫ ਦ ਬੈਸਟ ਪਲੇਸਿਸ ਜਿੰਨੀਆਂ ਮੈਨੂੰ ਕਾਫੀ ਮੌਕਾ ਮਿਲਿਆ ਟਰੈਵਲ ਕਰਨ ਦਾ, ਪਰ ਬਹੁਤ ਇੱਕ ਤਰ੍ਹਾਂ ਦੀ ਜੰਨਤ ਹੈ ਛੋਟੀ ਜਿਹੀ, ਜਿੱਥੇ ਲਾਈਕ ਜ਼ਿੰਦਗੀ ਨੇ ਬਹੁਤ ਓਪਰਚੁਨਿਟੀਜ਼ ਦਿੱਤੀਆਂ, ਬਹੁਤ ਵਧੀਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਸਿੱਖਣ ਦਾ ਮੌਕਾ ਮਿਲਿਆ ਤੇ ਕੁਝ ਕਰਨ ਦਾ ਵੀ ਮੌਕਾ ਮਿਲਿਆ। ਬਹੁਤ ਵਧੀਆ ਤੁਸੀਂ ਜਿਹੜਾ ਥੋੜੇ ਜਿਹੇ ਸ਼ਬਦਾਂ 'ਚ ਤੇ ਬੜੇ ਵਧੀਆ ਢੰਗ ਨਾਲ ਜਿਹੜੀ ਆਪਦੀ ਜਰਨੀ ਦਿਖਾਈ ਆ ਵੀ ਕਿਤੇ ਕਿਵੇਂ ਜੀਵਨ ਇੱਕ ਆਮ ਨਾਰਮਲ ਪਰਿਵਾਰ ਚੋਂ ਤੇ ਇੱਕ ਆਰਮੀ ਬੈਕਗ੍ਰਾਉਂਡ ਚੋਂ ਆ ਕੇ ਤੁਸੀਂ ਖੇਤੀ ਵਾਲੇ ਪਾਸੇ ਆਏ। ਤੇ ਸਬੱਬੀ ਦੇਖੋ ਸਾਡਾ ਸ਼ੋਅ ਵੀ ਜਾਂ ਸਾਡਾ ਚੈਨਲ ਤਾਂ ਹੀ ਦੁਨੀਆ 'ਚ ਫੇਮਸ ਆ ਵੀ ਅਸੀਂ ਖੇਤੀ ਨੂੰ ਪ੍ਰਮੋਟ ਕਰਦੇ ਹਾਂ, ਦੁਨੀਆ ਭਰ ਦੀ ਖੇਤੀ ਦਿਖਾਉਂਦੇ ਹਾਂ। ਤੇ ਇਸ ਕਰਕੇ ਸਾਨੂੰ ਹੋਰ ਵੀ ਇਸ ਸੋਨੇ ਤੇ ਸੁਹਾਗੇ ਦੀ ਗੱਲ ਹੋ ਗਈ। ਸੋ ਬਲਵਿੰਦਰ, ਤੁਸੀਂ ਆਸਟ੍ਰੇਲੀਆ ਆ ਗਏ 2007 'ਚ, ਤਕਰੀਬਨ 14 ਸਾਲ ਪਹਿਲਾਂ। ਯੂਨੀਵਰਸਿਟੀ 'ਚ ਪੜ੍ਹਾਈ ਸ਼ੁਰੂ ਕਰ ਦਿੱਤੀ। ਯੂਨੀਵਰਸਿਟੀ ਅਕਸਰ ਆਸਟ੍ਰੇਲੀਆ ਦੇ ਜਦੋਂ ਗੱਲਾਂ ਆਉਂਦੀਆਂ, ਵੈਸਟਰਨ ਆਸਟ੍ਰੇਲੀਆ ਦੀਆਂ ਖੇਤੀ ਦੀਆਂ ਗੱਲਾਂ ਆਉਂਦੀਆਂ, ਮੈਂ ਸਾਰਿਆਂ ਤੋਂ ਪਹਿਲਾਂ ਤਾਂ ਪਿੱਛੇ ਜੇ ਮੈਂ ਇੱਕ ਸ਼ੋਅ 'ਚ ਜ਼ਿਕਰ ਵੀ ਕੀਤਾ ਸੀ ਵੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਤਕਰੀਬਨ ਹੀ ਖੇਤੀ ਨਾਲ ਜੁੜੇ ਹੋਏ ਸਾਡੇ ਵੱਡੇ ਵਿਗਿਆਨੀ, ਕਈ ਹਰਿਆਣਾ, ਪੰਜਾਬ ਤੋਂ ਇੰਡੀਆ ਦੇ ਕਾਫੀ ਵਿਗਿਆਨੀਆਂ ਦੇ ਨਾਂ ਆਉਂਦੇ, ਤੇ ਹੁਣ ਤੁਸੀਂ ਉਸ ਕੜੀ ਦਾ ਜਿਹੜਾ ਅਗਲਾ ਨਾਂ। ਸੋ ਇੱਥੇ ਆ ਕੇ ਜਦੋਂ ਤੁਸੀਂ ਸਟੱਡੀ ਕੰਪਲੀਟ ਕੀਤੀ, ਕਿੰਨੇ ਚਿਰ 'ਚ ਸਟੱਡੀ ਕੰਪਲੀਟ ਕੀਤੀ, ਫਿਰ ਕਿਵੇਂ ਤੁਹਾਡੇ ਜੌਬ ਦੇ ਸਬੱਬ ਬਣੇ, ਫਿਰ ਉਦੋਂ ਅਗਲੇ ਸੈਕਸ਼ਨ 'ਚ ਆਪਾਂ ਚੱਲਾਂਗੇ ਰਿਸਰਚ ਵਾਲੇ ਪਾਸੇ। ਨਾਰਮਲੀ ਕਾਫੀ ਸਾਡੇ ਜਿਹੜੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ, ਉਹਨਾਂ ਨੂੰ ਪਤਾ ਹੋਊਗਾ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਅੱਛੀਆਂ ਸਕੀਮਸ ਨੇ ਸਕਾਲਰਸ਼ਿਪਸ ਦੀਆਂ, ਜੋ ਕਿ ਬੱਚਿਆਂ ਨੂੰ ਅਵੇਲੇਬਲ ਕਰਾਈਆਂ ਜਾਂਦੀਆਂ ਸਾਰੀ ਦੁਨੀਆ ਦੇ ਵਿੱਚ। ਤੇ ਜਦੋਂ ਮੈਂ ਆਈ ਸੀ ਉਸ ਟਾਈਮ ਇਹ ਸਕਾਲਰਸ਼ਿਪ ਦਾ ਨਾਮ ਹੁੰਦਾ ਸੀ ਇੰਟਰਨੈਸ਼ਨਲ ਪੋਸਟ ਗ੍ਰੈਜੂਏਟ ਰਿਸਰਚ ਸਕਾਲਰਸ਼ਿਪ, ਜੋ ਕਿ ਤੁਹਾਨੂੰ ਪੀਐਚਡੀ, ਇੱਥੇ ਆਸਟ੍ਰੇਲੀਆ ਦੇ ਵਿੱਚ ਪੀਐਚਡੀ ਕਾਫੀ ਡਿਫਰੈਂਟ ਹੈਗੀ ਹੈ ਜੇ ਤੁਸੀਂ ਕੈਨੇਡਾ ਤੇ ਅਮਰੀਕਨ ਸਿਸਟਮ ਦੀ ਗੱਲ ਕਰਦੇ ਹੋ। ਕੈਨੇਡਾ, ਅਮਰੀਕਾ, ਇੰਡੀਆ ਵੀ ਉਹੀ ਐਜੂਕੇਸ਼ਨ ਸਿਸਟਮ ਨੂੰ ਫੋਲੋ ਕਰਦਾ ਹੈ। ਉੱਥੇ ਪੀਐਚਡੀ ਮਿਨੀਮਮ 5 ਸਾਲ ਦੀ ਹੁੰਦੀ ਹੈ ਤੇ ਕਾਫੀ ਕੋਰਸ ਵਰਕ ਵੀ ਕਰਨਾ ਪੈਂਦਾ ਹੈਗਾ। ਲੇਕਿਨ ਆਸਟ੍ਰੇਲੀਅਨ ਪੀਐਚਡੀ ਦੁਨੀਆ ਦੀ ਇੱਕੋ ਹੀ ਪੀਐਚਡੀ ਹੈ ਜੋ ਕਿ ਬਹੁਤ ਹੀ ਯੂਨੀਕ ਹੈਗੀ ਹੈ। ਤੇ ਇੱਥੇ 3.5 ਸਾਲ ਦੀ ਪੀਐਚਡੀ ਹੁੰਦੀ ਹੈ, ਸੋ ਤੁਹਾਨੂੰ 3.5 ਸਾਲ ਦੀ ਸਕਾਲਰਸ਼ਿਪ ਮਿਲਦੀ ਹੈਗੀ ਹੈ। ਇੱਥੇ ਕੋਈ ਕੋਰਸ ਵਰਕ ਨਹੀਂ ਹੈਗਾ ਪੀਐਚਡੀ ਦੇ ਵਿੱਚ। ਇੱਥੇ ਤੁਹਾਡੀ ਪੀਐਚਡੀ ਦਾ ਜਿਹੜਾ ਕੀ ਫੋਕਸ ਹੈ ਜਾਂ ਜਿਹੜਾ ਮੇਨ ਮੁੱਦਾ ਹੈ ਉਹ ਰਿਸਰਚ ਪ੍ਰੈਕਟਿਸ ਹੈ। ਸੋ ਇੱਕ ਤਰ੍ਹਾਂ ਨਾਲ ਤੁਸੀਂ ਸਟਾਫ ਹੀ ਕਾਊਂਟ ਹੁੰਦੇ ਹੋ ਯੂਨੀਵਰਸਿਟੀਜ਼ ਦੇ ਵਿੱਚ। ਤੇ ਇਹ ਇੱਕ ਕੀ ਰੀਜ਼ਨ ਸੀਗਾ ਕਿ ਜਦੋਂ ਮੈਂ ਸਕਾਲਰਸ਼ਿਪ ਅਪਲਾਈ ਕੀਤੀ, ਮੈਂ ਸਿਰਫ ਇਕੱਲੇ ਆਸਟ੍ਰੇਲੀਆ ਲਈ ਨਹੀਂ ਅਪਲਾਈ ਕੀਤੀ, ਮੈਂ ਯੂਐਸ 'ਚ ਵੀ ਅਪਲਾਈ ਕੀਤੀ ਸੀਗੀ। ਤੇ ਉਹਦੇ ਲਈ ਕਾਫੀ ਐਗਜ਼ਾਮਸ ਕਲੀਅਰ ਕਰਨੇ ਪੈਂਦੇ ਨੇ, GRE, ਟੋਫਲ ਦਾ ਐਗਜ਼ਾਮ, ਤੇ ਆਸਟ੍ਰੇਲੀਆ ਲਈ ਆਇਲਟਸ ਦਾ ਐਗਜ਼ਾਮ ਹੁੰਦਾ ਹੈਗਾ। ਤੇ ਐਡਮਿਸ਼ਨ ਰਿਵਰਸਾਈਡ ਕੈਲੀਫੋਰਨੀਆ 'ਚ ਵੀ ਮਿਲੀ ਸੀਗੀ, ਪਰ ਉੱਥੇ ਸਕਾਲਰਸ਼ਿਪ ਮਿਲਦੀ ਸੀਗੀ ਜਿਵੇਂ ਕਹਿ ਲਓ ਕਿ 60 to 70% ਤੁਹਾਡੀ ਫੀਸ ਕਵਰ ਹੁੰਦੀ ਹੈ, ਤੁਹਾਨੂੰ ਆਪਣੇ ਲਿਵਿੰਗ ਐਕਸਪੈਂਸਿਸ ਦੇਣੇ ਪੈਂਦੇ ਨੇ। ਲੇਕਿਨ ਜਿਹੜੀ ਆਸਟ੍ਰੇਲੀਅਨ ਸਕਾਲਰਸ਼ਿਪ ਸੀਗੀ ਉਹ 100% ਤੁਹਾਡੀ ਫੀਸ ਵੇਵ ਆਫ ਹੁੰਦੀ ਹੈਗੀ ਹੈ, ਤੇ ਪਲੱਸ ਔਨ ਟਾਪ ਆਫ ਦੈਟ ਤੁਹਾਨੂੰ ਲਿਵਿੰਗ ਐਕਸਪੈਂਸਿਸ ਵੀ ਮਿਲਦੇ ਨੇ ਆਪਣੇ ਆਪ ਨੂੰ ਡੇ ਟੂ ਡੇ ਲਾਈਫ ਦੇ ਵਿੱਚ। ਸੋ ਮੇਰੇ ਲਈ
ਲਾਈਕ ਅਗਰ ਆਪਾਂ ਵੈਸੇ ਨਾਰਮਲ ਇੱਕ ਮਿਡਲ ਕਲਾਸ ਫੈਮਿਲੀ ਦੀ ਗੱਲ ਕਰੀਏ, ਇਟ ਇਜ਼ ਰੀਅਲੀ ਇੰਪੋਰਟੈਂਟ ਕਿ ਤੁਸੀਂ ਕਿਤੇ ਜਾ ਰਹੇ ਹੋ ਤਾਂ ਤੁਸੀਂ ਫੁੱਲੀ ਲੁੱਕਡ ਆਫਟਰ ਹੋ, ਤੁਹਾਨੂੰ 10 ਜਗ੍ਹਾ ਹੋਰ ਆਪਣਾ ਐਫਰਟ ਨਾ ਲਾਣਾ ਪਵੇ ਜਸਟ ਡੇ ਟੂ ਡੇ ਬੇਸਿਸ ਤੇ ਸਰਵਾਈਵ ਕਰਨ ਲਈ। ਸੋ ਉਹ ਮੇਰੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋਇਆ। ਦੂਸਰੀ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਕਿ ਬਹੁਤ ਮੰਨੇ ਹੋਏ ਸਾਇੰਟਿਸਟ ਵੈਸਟਰਨ ਆਸਟ੍ਰੇਲੀਆ ਤੋਂ ਆਏ ਹਨ, ਤਾਂ ਮੈਂ ਕਹੂੰਗੀ ਉਹਦਾ ਵਿੱਚ ਇੱਕ ਰੀਜ਼ਨ ਇਹ ਵੀ ਹੈਗਾ ਕਿ ਜਿਹੜਾ ਸਪੋਰਟ ਨੈਟਵਰਕ ਹੈ ਉਹ ਬਹੁਤ ਮਾਇਨੇ ਰੱਖਦਾ। ਜਿਵੇਂ ਤੁਸੀਂ ਬੂਟਾ ਪੱਟ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਾਉਂਦੇ ਹੋ, ਤਾਂ ਉਹਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਦੀ, ਇੱਕ ਪੂਰੇ ਨੈਟਵਰਕ ਦੀ, ਉੱਥੇ ਕਿਹੜੀ ਤਰ੍ਹਾਂ ਦੇ ਕੀੜੇ ਨੇ, ਕਿ ਉਹ ਪੂਰਾ ਇੱਕ এনवायरमेंट ਹੁੰਦਾ, ਉਹਦੀ ਲੋੜ ਪੈਂਦੀ ਹੈ। ਸੋ ਉਹ এনवायरमेंट ਇੱਥੇ ਬਹੁਤ ਸਟਰੋਂਗ ਹੈ, ਨੈਟਵਰਕ ਬਹੁਤ ਸਟਰੋਂਗ ਹੈ। ਸਿਰਫ ਆਪਣੇ ਪੰਜਾਬੀਆਂ ਦਾ ਨਹੀਂ, ਮੈਂ ਕਹੂੰਗੀ ਮੈਨੂੰ ਬਹੁਤ ਸਪੋਰਟ ਮਿਲੀ ਹੈਗੀ ਹੈ ਜਿਹੜੇ ਕਿ ਨਾਨ ਇੰਡੀਅਨ ਕਮਿਊਨਿਟੀ ਹੈਗੀ ਹੈ ਉਹਦੀ ਵੀ। ਔਰ ਸਭ ਤੋਂ ਇੰਪੋਰਟੈਂਟ, ਜਿਵੇਂ ਮੈਂ 11ਵੀਂ 'ਚ ਹੀ ਰਿਅਲਾਈਜ਼ ਕਰ ਲਿਆ ਸੀ ਕਿ ਜ਼ਿੰਦਗੀ ਦੇ ਵਿੱਚ ਫੋਕਸ ਬਹੁਤ ਜ਼ਰੂਰੀ ਹੁੰਦਾ। ਸੋ ਇੱਕ PhD ਜਿਹਦੇ ਵਿੱਚ ਕਿ ਤੁਸੀਂ 25 ਸਬਜੈਕਟ ਹੋਰ ਪੜ੍ਹਨੇ ਹੈਗੇ ਤੇ ਐਗਜ਼ਾਮ ਦੇਣੇ ਹੈਗੇ, ਇੱਕ PhD ਜਿਹਦੇ ਵਿੱਚ ਕਿ ਤੁਸੀਂ ਕੋਲ ਇੱਕ ਵਿਸ਼ਾ ਹੈ, ਇੱਕ ਤੁਸੀਂ ਲੜ ਫੜ ਲਿਆ ਕਿ ਮੈਂ ਆ ਬਦਲਣਾ ਹੈ ਰਿਸਰਚ ਕਰਕੇ, ਜਾਂ ਇੱਥੇ ਕਿਤੇ ਇਹਦੀ ਕਿਸੇ ਤਹਿ ਤੱਕ ਪਹੁੰਚਣਾ ਹੈ, ਸਿਰਫ ਉਹੀ ਇੱਕ ਤੁਹਾਡਾ ਫੋਕਸ ਹੈ ਤੇ ਤੁਸੀਂ ਦਿਨ ਰਾਤ ਉਹਦੇ ਮਗਰ ਜਾਂਦੇ ਹੋ। ਸੋ ਆਈ ਥਿੰਕ ਉਹ ਇੱਕ ਬੈਟਰ ਤਰੀਕਾ ਹੈਗਾ ਕਿ ਵਾਕਈ ਕੁਝ ਚੇਂਜ ਕਰਨ ਦਾ। ਪੜ੍ਹਾਈ ਤਾਂ ਪਹਿਲਾਂ ਵੀ ਬਹੁਤ ਕਰ ਲਈ ਸੀ, ਇੰਨੀ ਪੜ੍ਹਾਈ ਕਰਦੇ ਆ ਆਪਾਂ ਇੰਡੀਆ ਦੇ ਵਿੱਚ, ਉਹ ਤੋਂ ਬਾਅਦ BSc MSc ਇੰਨੇ ਕੋਰਸ ਕੱਢਦੇ ਆ, ਉਹ ਤਾਂ ਹੋ ਚੁੱਕਿਆ ਸੀ, ਪਰ ਇੱਕ ਸਟਰੋਂਗ ਫੋਕਸ ਦੀ ਜ਼ਰੂਰਤ ਸੀ ਜੋ ਕਿ ਆਸਟ੍ਰੇਲੀਅਨ PhD ਬਹੁਤ ਅੱਛੇ ਤਰੀਕੇ ਨਾਲ ਤੁਹਾਨੂੰ ਦਿੰਦੀ ਹੈ। ਸੋ ਦੋਸਤੋ, ਬੜਾ ਵਧੀਆ ਜਿਹੜਾ ਐਕਸਪਲੇਨ ਕਰਿਆ ਪਰਵਿੰਦਰ ਨੇ ਜਿਹੜਾ ਇਸ ਵਿਸ਼ੇ ਨੂੰ, ਕਿਉਂਕਿ ਉਹ ਵੈਸਟਰਨ ਆਸਟ੍ਰੇਲੀਆ ਨੇ ਉਹਨਾਂ ਦਾ ਜੀਵਨ ਸਵਾਰਿਆ ਤੇ ਉਹਨਾਂ ਨੇ ਵੈਸਟਰਨ ਆਸਟ੍ਰੇਲੀਆ ਨੂੰ ਬੜੇ ਵਧੀਆ ਸ਼ਬਦਾਂ 'ਚ ਉਹਦਾ ਜਿਹੜਾ ਥੈਂਕ ਯੂ ਵੀ ਕੀਤਾ ਤੇ ਦੱਸਿਆ ਵੀ ਕਿਵੇਂ ਇੱਥੇ ਲੁੱਕ ਆਫਟਰ ਹੁੰਦੀ ਹੈ। ਤੇ ਦੂਜਾ, ਪੜ੍ਹਾਈ ਦੇ ਮਾਮਲੇ 'ਚ, ਪੜ੍ਹਾਈ ਦੇ ਵਿੱਚ ਜਿਵੇਂ ਦੇਖਿਆ ਵੀ ਸਾਡੇ 'ਚ ਵਹਿਮ ਹੁੰਦਾ ਵੀ PhD ਤਾਂ ਸੇਮ ਹੀ ਆ, ਤਾਂ ਉਹਨਾਂ ਨੇ ਬੜਾ ਵਧੀਆ ਜਿਹੜੀਆਂ ਅੰਦਰੂਨੀ ਗੱਲਾਂ ਦੱਸੀਆਂ। ਸੋ ਪਰਵਿੰਦਰ PhD ਹੋ ਗਈ ਤੇ ਉਸ ਤੋਂ ਬਾਅਦ ਜਿਹੜੀ, ਇਹ ਤਾਂ ਮੈਨੂੰ ਲੱਗਦਾ ਫਿਰ ਸਰਕਾਰ ਨੇ ਤੁਹਾਨੂੰ ਜੌਬ ਆਫਰ ਤਾਂ ਮੈਨੂੰ ਲੱਗਦਾ ਉਸੇ ਦੌਰਾਨ ਹੀ ਕਰ ਦਿੱਤੀ ਹੋਣੀ ਆ, ਜਾਂ ਜੌਬ ਦਾ ਕਿਵੇਂ ਸਵਾਬ? ਜੌਬ ਮਾਰਕੀਟ ਤੁਸੀਂ ਚਾਹੇ ਆਸਟ੍ਰੇਲੀਆ ਦੀ ਲਾ ਲਓ, US ਜਾਂ ਕੈਨੇਡਾ, ਕਿਤੇ ਵੀ ਇੰਡੀਆ ਚਲੇ ਜਾਓ, ਜੌਬ ਲੈਣੀ ਬਹੁਤ ਔਖੀ ਹੈ। ਪਹਿਲਾਂ ਤਾਂ ਜਦੋਂ ਤੁਸੀਂ PhD ਕਰਦੇ ਹੋ, ਸਿਰਫ 2% ਲੋਕ ਨੇ ਜਿਹੜੇ ਕਿ PhD ਕਰਦੇ ਨੇ, ਜਿਹੜਾ ਕਿ ਡਾਟਾ ਹੈਗਾ, ਜਿਹੜੇ ਹਾਇਰ ਐਜੂਕੇਸ਼ਨ ਦੇ ਵਿੱਚ ਜਾਂਦੇ ਨੇ। ਫਿਰ ਉਹ 2% ਲੋਕਾਂ ਦੇ ਵਿੱਚੋਂ ਵੀ ਹਾਰਡਲੀ 0.1 to 0.2% ਨੇ ਜਿਹੜੇ ਕਿ ਐਕੈਡੈਮਿਕ ਰਿਸਰਚ ਦੇ ਵਿੱਚ ਕੰਟੀਨਿਊ ਕਰਦੇ ਨੇ। ਇਹ ਕਹਿਣ ਦੇ ਨਾਲ ਮੈਂ ਤੁਹਾਨੂੰ ਇਹ ਵੀ ਨਾਲ ਕਹਿਣਾ ਚਾਹੂੰਗੀ ਕਿ PhD ਕਰਕੇ ਰਿਸਰਚ ਕਰਨਾ ਇੱਕ ਆਪਸ਼ਨ ਹੀ ਨਹੀਂ ਹੈ ਕਰੀਅਰ ਦੇ ਲਈ। ਬਹੁਤ ਸਾਰੀਆਂ ਆਪਸ਼ਨਸ ਨੇ, ਤੁਸੀਂ ਇੰਡਸਟਰੀ 'ਚ ਜਾ ਸਕਦੇ ਹੋ, ਕੰਸਲਟੈਂਸੀ ਹੁੰਦੀ ਹੈ, ਤੁਸੀਂ ਟੀਚਿੰਗ 'ਚ ਜਾ ਸਕਦੇ ਹੋ। ਮੇਰੇ ਨਾਲ ਦੇ ਬਹੁਤ ਜਾਣੇ ਟੀਚਿੰਗ ਦੇ ਵਿੱਚ ਚਲੇ ਗਏ, ਹਾਈ ਸਕੂਲ ਟੀਚਿੰਗ ਦੇ ਵਿੱਚ ਚਲੇ ਗਏ PhD ਕਰਨ ਦੇ ਬਾਵਜੂਦ। ਬਟ ਇਹ ਡਿਪੈਂਡ ਕਰਦਾ ਕਿ ਤੁਹਾਡਾ ਪੈਸ਼ਨ ਕੀ ਹੈਗਾ। ਤੇ ਲੱਕੀਲੀ ਮੈਂ ਕਹੂੰਗੀ ਕਿ ਇੱਥੇ ਵੀ ਮੈਂ ਬਹੁਤ ਲੱਕੀ ਰਹੀ ਕਿ ਮੈਨੂੰ ਆਈ ਥਿੰਕ ਆਪਣੇ ਆਪ ਨੂੰ ਜਾਣਨਾ ਜਾਂ ਆਪਣੇ ਆਪ ਨੂੰ ਸਮਝਣਾ, ਆਈ ਥਿੰਕ ਕਿਸੇ ਵੀ ਡਾਇਰੈਕਸ਼ਨ 'ਚ ਜਾਣ ਦੇ ਲਈ ਬਹੁਤ ਜ਼ਰੂਰੀ ਹੁੰਦਾ। ਤੇ ਮੈਂ ਥੋੜਾ ਐਕਸਪਲੋਰ ਕੀਤਾ PhD ਕਰਨ ਤੋਂ ਬਾਅਦ। ਮੈਂ ਸੋਚਿਆ ਕਿ ਚਲੋ ਆਪਾਂ ਵੀ ਥੋੜੇ ਹੋਰ ਆਪਸ਼ਨਸ ਟਰਾਈ ਕਰ ਲੈਣੇ ਹੈਗੇ। ਬੜਾ ਅੱਛਾ ਮੌਕਾ ਮਿਲਿਆ, CSIRO ਆਪਣੀ ਜਿਹੜੀ ਆਸਟ੍ਰੇਲੀਆ ਦੀ ਰਿਸਰਚ ਏਜੰਸੀ ਹੈਗੀ ਆ, ਉਹਦੇ ਵਿੱਚ ਮੈਂ ਥੋੜਾ ਟਾਈਮ ਕੰਮ ਕੀਤਾ। ਉਹ ਥੋੜਾ ਇੰਡਸਟਰੀ ਟਾਈਪ এনवायरमेंट ਸੀਗਾ। ਉੱਥੇ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਕੀ ਕਰਨਾ ਹੈਗਾ, ਛੋਟੇ ਛੋਟੇ ਪ੍ਰੋਜੈਕਟਸ ਦੇ ਵਿੱਚ ਤੁਸੀਂ ਕੰਮ ਕਰਦੇ ਹੋ। ਤੇ ਲੇਕਿਨ ਜ਼ਿਆਦਾ ਇੰਟੈਲੈਕਚੁਅਲ ਇਨਵੋਲਵਮੈਂਟ ਨਹੀਂ ਸੀਗੀ, ਲਾਈਕ ਜ਼ਿਆਦਾ ਮੈਨੂੰ ਆਪਣੇ ਰਿਸਰਚ ਉਹਨੂੰ ਯੂਜ਼ ਕਰਨ ਦਾ ਮੌਕਾ ਨਹੀਂ ਮਿਲਿਆ। ਸੇਮ ਮੈਂ ਥੋੜਾ ਹੋਰ ਇੱਧਰ ਉੱਧਰ ਟੀਚਿੰਗ ਵੀ ਕੀਤੀ, ਜਸਟ 1 ਸਾਲ ਮੈਂ ਐਕਸਪਲੋਰ ਕੀਤਾ, ਬਟ ਮੈਨੂੰ ਲੱਗਿਆ ਨਹੀਂ, ਮੈਨੂੰ ਜੋ ਰਿਸਰਚ ਦੇ ਵਿੱਚ ਜੋ ਲਾਈਕ ਫੋਕਸ ਕਰਕੇ ਪ੍ਰੋਜੈਕਟਸ ਕਰਨ 'ਚ, ਇਨੋਵੇਸ਼ਨ 'ਚ ਜੋ ਮਜ਼ਾ ਆਉਂਦਾ ਹੈ ਜਾਂ ਮੇਰਾ ਪੈਸ਼ਨ ਹੈਗਾ, ਉਹ ਮੈਂ ਨਹੀਂ, ਮੇਰੀ ਉਹ ਭੁੱਖ ਨਹੀਂ ਮਿਟ ਰਹੀ ਸੀਗੀ। ਸੋ ਉਸ ਟਾਈਮ ਤੇ ਮੈਂ ਫਿਰ ਜੌਬਸ ਅਪਲਾਈ ਸ਼ੁਰੂ ਕਰਨੀਆਂ ਕੀਤੀਆਂ, ਪ੍ਰੋਜੈਕਟਸ ਲਿਖਣੇ ਸ਼ੁਰੂ ਕੀਤੇ, ਆਪਣੇ ਪ੍ਰੋਜੈਕਟਸ ਕਿ ਮੈਂ ਕੀ ਕਰਨਾ ਚਾਹੁੰਦੀ ਹਾਂ। ਤੇ ਆਈ ਥਿੰਕ ਉਹ ਵਧੀਆ ਆਪਸ਼ਨ ਮੈਂ ਚੂਜ਼ ਕੀਤੀ। ਸਿੱਧਾ ਤਾਂ ਨੌਕਰੀ ਨਹੀਂ ਮਿਲੀ, ਪਹਿਲਾਂ ਕਿਸੇ ਹੋਰ ਦੇ ਪ੍ਰੋਜੈਕਟ ਦੇ ਉੱਤੇ ਜੌਬ ਕੀਤੀ ਐਜ਼ ਅ ਪੋਸਟ-ਡੌਕ ਫੈਲੋ, ਆਪਾਂ ਉਹਨੂੰ ਕਹਿ ਦਿੰਦੇ ਹਾਂ ਸਾਡੀ ਲੈਂਗੁਏਜ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ। 1 ਸਾਲ ਉਹ ਪੋਸਟ-ਡੌਕ ਕੀਤੀ, ਬੜਾ ਮੌਕਾ ਮਿਲਿਆ ਨਵੀਆਂ ਇਨਵੈਂਸ਼ਨਸ ਕਰਨ ਦਾ 1 ਸਾਲ ਦੇ ਵਿੱਚ। ਉਹ ਟਾਈਮ ਸੀਗਾ ਜਦੋਂ ਆਪਣੀ ਸਟੇਟ ਸਪਾਂਸਰਸ਼ਿਪਸ ਸਟਾਰਟ ਹੋ ਰਹੀਆਂ ਸੀਗੀਆਂ। ਤੇ ਕਿਉਂਕਿ ਮੈਂ
ਕੁਛ ਨਵੀਆਂ ਇਨਵੈਂਸ਼ਨਸ ਕਰਤੀਆਂ ਸੀ 1 ਸਾਲ ਦੇ ਵਿੱਚ, ਤਾਂ ਮੈਨੂੰ ਯੂਨੀਵਰਸਿਟੀ ਦੇ ਵੱਲੋਂ ਆਫਰ ਮਿਲੀ ਕਿ ਅਸੀਂ ਤੁਹਾਨੂੰ PR ਕਰਵਾਵਾਂਗੇ ਤੇ ਤੁਸੀਂ ਆਹ ਵਾਲਾ ਪ੍ਰੋਜੈਕਟ ਜੇ ਤੁਸੀਂ ਅੱਗੇ ਲੈ ਕੇ ਜਾਣਾ ਚਾਹੋ। ਤਾਂ ਆਫ ਕੋਰਸ ਉਹ ਮੇਰਾ ਖੁਦ ਦਾ ਪ੍ਰੋਜੈਕਟ ਸੀਗਾ, ਮੈਂ ਲਿਖਿਆ ਤੇ ਮੈਨੂੰ ਗਵਰਨਮੈਂਟ ਵੱਲੋਂ ਫੈਲੋਸ਼ਿਪ ਮਿਲੀ ਤੇ ਮੀਟ ਐਂਡ ਲਾਈਵ ਸਟਾਕ ਆਸਟ੍ਰੇਲੀਆ, ਕਿਉਂਕਿ ਮੇਰਾ ਮੋਸਟਲੀ ਕੰਮ ਜਿਹੜਾ ਸੀਗਾ ਚਾਰੇ ਦੇ ਉੱਤੇ ਸੀਗਾ, ਜੋ ਕਿ ਇੱਥੇ ਦੀ ਕੀ ਮੇਨ ਫਸਲ ਹੈਗੀ ਹੈ ਲਾਈਵ ਸਟਾਕ ਦੇ ਲਈ। ਉਹਦੇ ਵਿੱਚ ਕਾਫੀ ਅੱਛੀ ਸਫਲਤਾ ਮਿਲੀ ਤੇ PR ਵੀ ਮਿਲੀ ਤੇ ਉਸ ਤੋਂ ਬਾਅਦ ਅੱਗੇ ਜ਼ਿੰਦਗੀ ਤੁਹਾਨੂੰ ਪਤਾ ਹੀ ਹੈ ਇੱਥੇ ਕਿੱਦਾਂ ਚੱਲਦੀ ਹੈ। ਹਾਂ ਬਿਲਕੁਲ ਜੀ, ਤੁਸੀਂ ਜਿਹੜੀ ਗੱਲ, ਮੈਂ ਇਸ ਵਿਸ਼ੇ ਤੇ ਬਾਰੇ ਮੈਂ ਕਾਫੀ ਕੁਝ ਜਾਣਨਾ ਚਾਹਣਾ ਹੋਰ ਵੀ, ਖਾਸ ਕਰਕੇ ਜਿਹੜੀ ਇਸ ਰਿਸਰਚ ਦੇ ਮਾਮਲੇ 'ਚ, ਕਿਉਂਕਿ ਜੇ ਮੈਨੂੰ ਵੀ ਤੁਹਾਡੇ ਬਾਰੇ ਪਤਾ ਲੱਗਿਆ ਜਾਂ ਕਿਸੇ ਨੂੰ ਵੀ ਪਤਾ ਲੱਗਿਆ ਤਾਂ ਤੁਹਾਡੀ ਉਹ ਚਾਰੇ ਦੀ ਜਿਹੜੀ ਰਿਸਰਚ ਸੀ, ਉਸ ਰਿਸਰਚ ਤੋਂ ਸਾਨੂੰ ਇਸ ਬਾਰੇ ਗਿਆਨ ਹੋਇਆ। ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ ਜੀ, ਲਾਈਵ ਸਟਾਕ ਦੀ ਜੋ ਗੱਲ ਕਰਦੇ ਆ ਤੇ ਇੱਥੇ ਅਸੀਂ ਕਹਿ ਸਕਦੇ ਹਾਂ ਸਾਡਾ ਪਸ਼ੂ ਧਨ ਇਹਨੂੰ ਕਹਿ ਸਕਦੇ ਹਾਂ, ਖਾਸ ਕਰਕੇ ਜੇ ਪੰਜਾਬੀ ਦੇ ਇਹਨੂੰ ਕਹੀਏ ਤਾਂ ਸਾਡਾ ਇਸ ਲਈ ਇੱਕ ਚਾਰੇ ਇੱਥੇ ਜਿਹੜੀ ਪ੍ਰੋਬਲਮ ਆ ਰਹੀ ਸੀ, ਕੋਈ ਜਿਹੜੀਆਂ ਵੀ ਚਾਰੇ ਕਾਰਨ ਪਸ਼ੂਆਂ ਦੇ ਵਿੱਚ, ਤਾਂ ਟੈਕਨੀਕਲੀ ਗੱਲਾਂ ਆਪਾਂ ਪਰਵਿੰਦਰ ਤੋਂ ਜਾਣਾਂਗੇ ਤੇ ਉਸ ਦੇ ਵਿੱਚ ਇਹਨਾਂ ਦੀ ਰਿਸਰਚ ਸੀ ਤੇ ਉਹ ਰਿਸਰਚ ਵੀ ਕਾਇਮ ਹੋਈ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਹਾਨੂੰ ਉਹਦੇ ਵਿੱਚ ਅਵਾਰਡ ਵੀ, ਤੇ ਅਵਾਰਡ ਵੀ ਵਧੀਆ ਟੌਪ ਅਵਾਰਡ ਮੈਂ ਮੰਨਦਾ ਜਿਹੜਾ ਜਿਸ ਬੰਦੇ ਦਾ ਸੁਪਨਾ ਹੁੰਦਾ। ਸੋ ਪਹਿਲਾਂ ਤਾਂ ਮੈਨੂੰ ਇਹ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਨਾ ਰਿਸਰਚ ਬਾਰੇ ਹੋਰ ਕਲੀਅਰ ਦੱਸਿਓ ਵੀ ਕਿਉਂ ਲੋੜ ਪਈ, ਕੀ ਰਿਸਰਚ ਹੋਈ, ਉਹਦੇ ਕੀ ਫਾਇਦੇ ਹੋਏ ਤੇ ਕਿਵੇਂ ਤੁਹਾਨੂੰ ਅਵਾਰਡ ਕੀਤਾ ਜੀ ਸੋ ਮੇਰੀ ਜਿਹੜੀ ਮੇਨ ਏਰੀਆ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ PAU 'ਚ ਇਹ ਜਿਹੜਾ ਸਫ਼ਰ ਸ਼ੁਰੂ ਕੀਤਾ ਸੀ ਪਲਾਂਟ ਪ੍ਰੋਟੈਕਸ਼ਨ, ਕਿ ਆਪਾਂ ਪਲਾਂਟਸ ਨੂੰ ਕੀੜਿਆਂ ਤੋਂ ਜਾਂ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਹੈਗੇ ਆ। ਤੇ ਜਦੋਂ ਮੈਂ ਉਹ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਜਦ PhD ਕੀਤੀ ਤੇ PhD ਵੀ ਮੈਂ ਮੇਨ ਸਪੈਸ਼ਲਾਈਜੇਸ਼ਨ ਜਿਹੜੀ ਮੇਰੀ ਸੀਗੀ ਉਹ ਇਸੇ 'ਚ ਸੀਗੀ ਕਿ ਜਦੋਂ ਇੱਕ ਪਲਾਂਟ ਨੂੰ ਕੋਈ ਡਿਜ਼ੀਜ਼ ਆਉਂਦੀ ਹੈ ਜਾਂ ਕੋਈ ਫੰਗਸ ਆਉਂਦੀ ਹੈ ਜਾਂ ਬੈਕਟੀਰੀਆ ਜਾਂ ਵਾਇਰਸ, ਕਿਸੇ ਵੀ ਤਰ੍ਹਾਂ ਦੀ ਡਿਜ਼ੀਜ਼ ਆਉਂਦੀ ਹੈ, ਤਾਂ ਪਲਾਂਟ ਦਾ ਕੀ ਰਿਸਪੌਂਸ ਹੁੰਦਾ ਤੇ DNA ਲੈਵਲ ਦੇ ਉੱਤੇ, ਤੇ ਉਹ ਕਿਵੇਂ ਉਸ ਚੀਜ਼ ਦੇ ਲਈ ਉਹਨੂੰ, ਕੁਝ ਪਲਾਂਟਸ, ਕੁਝ ਫਸਲਾਂ ਦੀਆਂ ਕੁਝ ਇਦਾਂ ਦੀਆਂ ਕਿਸਮਾਂ ਹੁੰਦੀਆਂ ਨੇ, ਜਿਵੇਂ ਆਪਾਂ ਜੇ ਕਣਕ ਦਾ ਐਗਜ਼ਾਮਪਲ ਲੈ ਲਈਏ, ਉਹਨੂੰ ਇਹ ਡਿਜ਼ੀਜ਼ ਨਹੀਂ ਹੁੰਦੀ ਇਸ ਕਿਸਮ ਨੂੰ, ਲੇਕਿਨ ਇਸ ਕਿਸਮ ਨੂੰ ਹੋ ਜਾਂਦੀ ਹੈ। ਸੋ ਉਹ ਮੇਰਾ ਮੇਨ ਜਿਹੜਾ ਸੀਗਾ ਪਲੇਟਫਾਰਮ ਸੀਗਾ ਸਟੱਡੀ ਕਰਨ ਦਾ। ਤੇ ਮੈਂ ਹਮੇਸ਼ਾ ਤੋਂ ਹੀ ਨਾ, ਮੇਰਾ ਇੰਟਰਸਟ ਬਹੁਤ ਹੀ ਜ਼ਿਆਦਾ DNA ਲੈਵਲ ਤੇ ਰਿਹਾ, ਪਤਾ ਨਹੀਂ ਕਿਉਂ ਮੈਂ ਬਹੁਤ ਫੈਸੀਨੇਟ ਹੁੰਦੀ ਹੈ ਕਿ ਜੇ ਤੁਹਾਨੂੰ ਐਗਜ਼ਾਮਪਲ ਦਵਾਂ, ਸਾਰੀ ਦੁਨੀਆ ਦੇ ਵਿੱਚ ਸਾਰੇ ਇਨਸਾਨਾਂ ਦੇ ਵਿੱਚ ਸਿਰਫ 0.02% ਡਿਫਰੈਂਸ ਹੈ, ਪਰ ਫਿਰ ਵੀ ਆਪਾਂ ਕਿੰਨੇ ਅਲੱਗ ਦਿਖਦੇ ਹਾਂ ਇੱਕ ਦੂਸਰੇ ਤੋਂ। ਤੇ ਉਸ ਤੋਂ ਇਲਾਵਾ ਲਾਈਕ ਜੇ ਆਪਾਂ ਹੋਰ ਅੱਗੇ ਚਲੇ ਜਾਈਏ ਤਾਂ ਸਾਰੀ ਜ਼ਿੰਦਗੀ, ਜਿਹੜਾ ਸਾਰੀ ਲਾਈਫ ਹੈਗੀ ਹੈ ਪੂਰੇ ਪਲੈਨਟ ਤੇ, ਅਰਥ ਦੇ ਉੱਤੇ, ਉਹ ਸਾਰੀ ਇੱਕ ਸਿੰਗਲ ਸੈੱਲ ਤੋਂ ਸ਼ੁਰੂ ਹੁੰਦੀ ਹੈ, ਇੱਕ ਛੋਟਾ ਜਿਹਾ ਸੈੱਲ ਜਿਹਨੂੰ ਆਪਾਂ ਪਰਮਾਣੂ ਕਹਿ ਦਿੰਦੇ ਹਾਂ, ਲੇਕਿਨ ਉਹ ਕਿੰਨੇ ਰੂਪ ਲੈਂਦੀ ਹੈ। ਉਸ ਤੋਂ ਇਲਾਵਾ ਆਪਾਂ ਵੀ ਇੱਕ ਸਿੰਪਲ ਸੈੱਲ ਤੋਂ ਸ਼ੁਰੂ ਹੁੰਦੇ ਆ। ਸੇਮ DNA ਹੈ ਤੁਹਾਡੀ ਬਾਡੀ ਦੇ ਵਿੱਚ 37 ਟ੍ਰਿਲੀਅਨ ਸੈੱਲ ਨੇ ਜਿਹੜੇ ਕਿ ਰੋਜ਼ ਮਰਦੇ ਨੇ, ਲਾਈਕ ਵੱਧਦੇ ਨੇ, ਪਰ ਉਹਨਾਂ ਸਾਰਿਆਂ ਦਾ DNA ਐਗਜ਼ੈਕਟਲੀ ਸੇਮ ਹੈ। ਪਰ ਤੁਸੀਂ ਮੈਨੂੰ ਦੱਸੋ, ਇਹ ਮੈਂ ਤੁਹਾਨੂੰ ਸਾਰੇ ਦਾ ਕੁਐਸਚਨ ਪੁੱਛਦੀ ਹਾਂ ਕਿ ਕੁਝ ਤੁਹਾਡੇ ਬ੍ਰੇਨ ਸੈਲਸ ਨੇ, ਕੁਝ ਕਿਡਨੀ ਹੈ, ਹਰੇਕ ਦਾ ਫੰਕਸ਼ਨ ਡਿਫਰੈਂਟ ਹੈ, ਕੁਝ ਸਕਿਨ ਹੈ ਨਾ, ਪਰ ਹਰੇਕ ਦਾ ਫੰਕਸ਼ਨ ਡਿਫਰੈਂਟ ਹੈ, ਪਰ DNA ਕੋਡ ਸੇਮ ਹੈ। ਕਿੱਦਾਂ ਹੁੰਦਾ ਇਹ? ਸੋ ਬਹੁਤ ਮਤਲਬ ਇਹ ਚੀਜ਼ ਦਾ ਆਨਸਰ ਲੱਭਣ ਲਈ ਹੀ ਅੱਜ ਤੱਕ ਮੈਂ, ਜੋ ਮੇਰਾ ਕੰਮ ਹੈ ਸਾਰਾ ਇਹਦੇ ਉੱਤੇ ਹੀ ਟਿਕਿਆ ਹੋਇਆ ਹੈ। ਇਹ ਦੋ ਕੁਐਸਚਨਸ ਮੈਂ ਸਮਝਣਾ ਚਾਹੁੰਦੀ ਹਾਂ, ਮੈਂ ਜਾਣਨਾ ਚਾਹੁੰਦੀ ਹਾਂ। ਤਾਂ ਸ਼ੁਰੂਆਤ ਪਲਾਂਟਸ ਤੋਂ ਕੀਤੀ ਤੇ ਪਲਾਂਟਸ ਦੇ ਵਿੱਚ ਬਹੁਤ ਸਾਡੇ ਪੇੜ ਪੌਦੇ ਤੇ ਜਿਹੜੀ ਸਾਡੀ ਕੁਦਰਤ ਹੈ ਨਾ, ਬਹੁਤ ਹੀ ਜ਼ਿਆਦਾ ਰਾਜ਼ ਛੁਪੇ ਹੋਏ ਨੇ ਇਹਦੇ ਵਿੱਚ ਜ਼ਿੰਦਗੀ ਦੇ। ਤੇ ਪਲਾਂਟਸ ਤਾਂ ਬਹੁਤ ਹੀ ਜ਼ਿਆਦਾ ਕਲੈਵਰ ਨੇ। ਤੇ DNA ਲੈਵਲ ਤੇ ਕਹਿੰਦੇ ਨੇ ਹਿਊਮਨ, ਆਪਣਾ ਜਿਹੜਾ, ਜੇ ਮੈਂ ਤੁਹਾਨੂੰ ਕਣਕ ਦਾ ਤੇ ਆਪਣੇ DNA ਦਾ ਐਗਜ਼ਾਮਪਲ ਦੇਵਾਂ, ਆਪਣਾ DNA ਜਿਹੜਾ ਹੈਗਾ ਉਹ 3 ਬਿਲੀਅਨ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ATGC DNA ਦਾ ਕੋਡ ਹੁੰਦਾ 3 ਬਿਲੀਅਨ। ਗੈਸ ਕਰੋ ਕਿ ਜਿਹੜੀ ਵੀਟ ਹੈਗੀ ਹੈ ਜਾਂ ਜਿਹੜੀ ਆਪਣੀ ਕਣਕ ਹੈ, ਜਿਹੜੀ ਕਿ 20% ਕੈਲੋਰੀ ਇਨਟੇਕ ਹੈ ਪੂਰੀ ਦੁਨੀਆ ਦਾ, ਉਹਦਾ DNA ਕਿੰਨਾ ਵੱਡਾ ਹੈ ਜਾਂ ਕਿੰਨੇ ਲੈਟਰਸ 'ਚ ਲਿਖਿਆ ਹੋਇਆ? ਇਸ ਤੋਂ 6 ਗੁਣਾ ਜ਼ਿਆਦਾ। ਸੋ 3 ਬਿਲੀਅਨ ਟਾਈਮਸ 6। ਇਟਸ ਵਨ ਆਫ ਦ ਬਿਗੇਸਟ ਜਿਹੜਾ ਕੋਡ ਹੈਗਾ ਜੀਨੋਮ ਦਾ, ਉਹ ਹੈਗਾ ਕਣਕ ਦਾ। ਸੋ ਕਿੰਨਾ ਕੰਪਲਿਕੇਟਡ ਹੈ। ਤੇ ਉਹਦੇ ਵਿੱਚ 3 ਡਿਫਰੈਂਟ ਜੈਨੇਟਿਕ ਮੇਕਅਪ ਜਿਹੜੇ ਹੈਗੇ ਨੇ, ਜਿਵੇਂ ਤੁਸੀਂ 3 ਚੀਜ਼ਾਂ ਕੰਬਾਈਨ ਕੀਤੀਆਂ ਨੇ, ਉਹ ਹੈ। ਇੰਨੀ ਐਵੋਲਿਊਸ਼ਨ ਹੋ ਚੁੱਕੀ ਹੈ
ਕਿੱਥੋਂ ਸ਼ੁਰੂ ਹੋਈ ਸੀ ਕਣਕ ਤੇ ਕਿੱਥੇ ਪਹੁੰਚ ਗਈ ਹੈ। ਬਹੁਤ ਕੰਪਲਿਕੇਟਡ ਹੈ। ਅਗਰ ਤੁਸੀਂ ਡੀਐਨਏ ਲੈਵਲ ਤੇ ਦੇਖਦੇ ਹੋ ਤਾਂ ਹਿਊਮਨ ਵਰਸਸ ਪਲਾਂਟਸ, ਹਿਊਮਨ ਬਹੁਤ ਈਜ਼ੀ ਹੈ, ਆਪਾਂ ਬਹੁਤ ਸੌਖੇ हैं समझने या टीज आउट करने। बट एनीवेज डिटेल ज़्यादा टेक्निकल च ना जाते हुए, सो बहुत फैसिनेटिंग सीगा मेरे लिए, तो पता नहीं लगता सी दिन रात कितने। लाइक मैं कहूँगी कि बहुत फॉर्चुनेट है कि ਇਹੋ ਜੀ लाइक इट्स, मैं एक्चुअली अपनी फैमिली ਨੂੰ ਕਹਿ ਦਿੰਦੀ ਹੁੰਦੀ ਹਾਂ ਕਿ ਮੈਨੂੰ ਮੇਰੀ ਹੌਬੀ ਦੇ ਮੈਨੂੰ ਤਨਖਾਹ ਮਿਲਦੀ ਹੈਗੀ ਕਿ ਮੇਰੀ ਹੌਬੀ ਹੈ, ਮੈਂ ਤਾਂ ਕਰਨਾ ਹੀ ਹੈ ਚਾਹੇ ਮੈਨੂੰ ਕੋਈ ਤਨਖਾਹ ਦਵੇ ਨਾ ਦਵੇ। ਤੇ ਇਹ ਬੜੀ ਕਿਸਮਤ ਵਾਲੇ ਹੁੰਦੇ ਨੇ ਕੁਝ ਲੋਕ ਜਿਨ੍ਹਾਂ ਨੂੰ ਇਹ ਜ਼ਿੰਦਗੀ ਦੇ ਵਿੱਚ ਮੌਕਾ ਮਿਲਦਾ। ਤੇ ਉਹ ਕਮਿੰਗ ਬੈਕ ਟੂ ਮਾਈ ਰਿਸਰਚ, ਤੇ ਮੇਰਾ ਇਹੀ ਡ੍ਰੀਮ ਸੀਗਾ ਕਿ ਜਦੋਂ ਮੈਨੂੰ ਇਹ ਪ੍ਰੋਜੈਕਟ ਮੈਂ ਲਿਖਿਆ ਕਿ ਮੈਂ ਉਸ ਚਾਹੇ ਉਹ ਇੰਨੀ ਇੰਪੋਰਟੈਂਟ ਕ੍ਰੌਪ ਨਹੀਂ ਸੀਗੀ, ਚਾਰਾ ਹੈ ਠੀਕ ਹੈ, ਸਾਡੇ ਜਾਨਵਰ ਖਾਂਦੇ ਨੇ ਤੇ ਪਰ ਸਾਡੇ ਜਾਨਵਰ ਸਫਰ ਕਰਦੇ ਹੈ ਕਿਉਂਕਿ ਇੱਕ ਤਾਂ ਦੋ ਪ੍ਰੋਬਲਮ ਸੀਗੀਆਂ ਜਿਹੜੀਆਂ ਕੀ ਪ੍ਰੋਬਲਮ ਸੀਗੀਆਂ। ਜਦੋਂ ਆਪਣੀ ਗਾਵਾਂ ਤੇ ਆਪਾਂ ਕਹਿੰਦੇ ਆ ਕਿ ਸ਼ੀਪ, ਭੇਡੂ, ਉਹ ਚਾਰਾ ਖਾਂਦੇ। ਇਹ ਮੇਨ ਜਿਹੜੀ ਫਸਲ ਦੀ ਆਪਾਂ ਗੱਲ ਕਰ ਰਹੇ ਹਾਂ ਕਲੋਵਰ, ਸਬਟਰੇਨੀਅਨ ਕਲੋਵਰ, ਇਹ ਆਸਟ੍ਰੇਲੀਆ ਦੀ ਮੇਨ ਚਾਰਾ ਫਸਲ ਹੈ। 30 ਮਿਲੀਅਨ ਹੈਕਟੇਅਰ ਤੋਂ ਵੀ ਉੱਤੇ ਇਹਦੀ ਖੇਤੀ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ। ਸੋ ਉਹ ਖਾਣ ਦੇ ਨਾਲ ਜਿਹੜੇ ਭੇਡੂ ਤੇ ਆਪਣੀ ਗਾਵਾਂ ਤੇ ਮੱਝਾਂ ਹਨ ਉਹ ਉਹਨੂੰ ਪੂਰੀ ਤਰ੍ਹਾਂ ਡਾਈਜੈਸਟ ਨਹੀਂ ਕਰ ਪਾਉਂਦੇ। ਅਨਡਾਈਜੈਸਟਡ ਜਿਹੜਾ ਹੈਗਾ ਉਹ ਸਿੰਪਲੀ ਰਿਲੀਜ਼ ਨਹੀਂ ਹੁੰਦਾ ਸੀਗਾ, ਉਹ ਬਰਪ ਕਰਦੇ ਜਦੋਂ ਢਗਾਰ ਲੈਂਦੇ ਉਹ ਮੀਥੇਨ ਦੀ ਫਾਰਮ ਦੇ ਵਿੱਚ ਸਿੱਧਾ এনवायरमेंट ਤੇ ਜਾਂਦਾ। ਮੈਨੂੰ ਨਹੀਂ ਪਤਾ ਸੀਗਾ ਕਿ 40% ਆਸਟ੍ਰੇਲੀਆ ਦਾ ਜਿਹੜਾ ਮੀਥੇਨ ਐਮਿਸ਼ਨ ਹੈਗਾ ਉਹ ਸਾਡੀ ਲਾਈਵ ਸਟਾਕ ਇੰਡਸਟਰੀ ਤੋਂ ਹੁੰਦਾ। ਸੋ ਇਹ ਬਹੁਤ ਵੱਡੀ ਕਲਾਈਮੇਟ, ਓਜ਼ੋਨ ਹੋਲ ਆਸਟ੍ਰੇਲੀਆ ਦੇ ਉੱਤੇ, ਇਹ ਸਾਰੀ ਚੀਜ਼ਾਂ ਕਨੈਕਟ ਹੋ ਰਹੀਆਂ ਸੀਗੀਆਂ। ਸੋ ਪ੍ਰੋਬਲਮ ਹੈਗੀ ਚਾਹੇ ਚਾਰੇ ਦੇ ਨਾਲ ਲਾਈਵ ਸਟਾਕ ਇੰਡਸਟਰੀ, ਪਰ ਪ੍ਰੋਬਲਮ ਬਹੁਤ ਵੱਡੀ ਹੈ। ਦੂਸਰੀ ਪ੍ਰੋਬਲਮ ਇਹ ਸੀਗੀ ਕਿ ਜਿਹੜਾ ਅਨਡਾਈਜੈਸਟਡ ਫੂਡ ਸੀਗਾ ਉਹਦੇ ਵਿੱਚ ਕੁਝ ਕੈਮੀਕਲਸ ਜਿਹਨੂੰ ਆਪਾਂ ਕਹਿੰਦੇ ਹਾਂ ਆਈਸੋਫਲੇਵੋਨੋਇਡਸ, ਉਹਦੀ ਮਾਤਰਾ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਜਿਹੜੀ ਸ਼ੀਪ ਇੰਡਸਟਰੀ ਆ ਉਹਦੇ ਵਿੱਚ ਸਟੈਰਿਲਿਟੀ ਦੀ ਪ੍ਰੋਬਲਮ ਆਉਂਦੀ। ਉਹਦੇ ਨਾਲ ਕੀ, ਜੇ ਉਹ ਜ਼ਿਆਦਾ ਖਾਂਦੇ ਸੀ ਉਹ ਚਾਰਾ ਤੇ ਉਹ ਕੈਮੀਕਲਸ ਦੀ ਮਾਤਰਾ ਦੀ ਵਜ੍ਹਾ ਨਾਲ ਉਹਨਾਂ ਨੂੰ ਲੈਂਬਿੰਗ ਨਹੀਂ ਹੁੰਦਾ, ਸੋ ਉਹਨਾਂ ਦਾ ਰੀਪਰੋਡਕਸ਼ਨ ਰੇਟ ਬਹੁਤ ਲੋ ਹੋ ਜਾਂਦਾ ਤੇ ਉਹਨੂੰ ਵੀ ਬਿਮਾਰੀ ਕਹਿੰਦੇ ਨੇ। ਸੋ ਜਦੋਂ ਮੈਂ ਦੇਖਿਆ ਕਿ ਪ੍ਰੋਬਲਮਸ ਇੰਨੀਆਂ ਸਾਰੀਆਂ ਨੇ ਤੇ ਮੈਂ ਇਹਨੂੰ ਕਿੱਦਾਂ ਸੋਲਵ ਕਰ ਸਕੂੰਗੀ ਜੇ ਮੇਰੇ ਕੋਲ ਉਸ ਚੀਜ਼ ਦਾ ਜੈਨੇਟਿਕ ਕੋਡ ਨਹੀਂ ਹੈਗਾ, ਮੈਨੂੰ ਪਤਾ ਹੀ ਨਹੀਂ ਕਿ ਉਹਦਾ ਡੀਐਨਏ ਕੀ ਹੈ। ਸੋ ਮੇਰਾ ਪਹਿਲਾ ਉਹੀ ਮੈਂ ਲਾਈਕ ਐਫਰਟ ਸਭ ਤੋਂ ਪਹਿਲਾਂ ਇਹ ਸੀਗਾ ਕਿ ਮੈਂ ਉਹਦਾ ਡੀਐਨਏ ਕੋਡ ਸਾਰਾ ਦਾ ਸਾਰਾ ਅਨਕੋਡ ਕਰਨਾ ਹੈਗਾ। ਉਸ ਤੋਂ ਬਾਅਦ ਫਿਰ ਦੇਖਣਾ ਕਿ ਕਿਹੜੀ ਚੀਜ਼ ਕਿਹੜੇ ਡੀਐਨਏ ਦੇ ਕੋਡ ਦੇ ਨਾਲ ਮੈਚ ਕਰਦੀ ਹੈ। ਆਪਾਂ ਇਹ ਬਹੁਤ ਅੱਜ ਕੱਲ੍ਹ ਸਾਇੰਸ ਦੇ ਵਿੱਚ ਬਹੁਤ ਤਰੱਕੀ ਹੋ ਚੁੱਕੀ ਹੈ ਤੇ ਫਿਰ ਆਪਾਂ ਐਗਜ਼ੈਕਟਲੀ ਉਸੇ ਚੀਜ਼ ਨੂੰ ਟਾਰਗੇਟ ਕਰੀਏ ਤਾਂ ਕਿ ਆਪਾਂ ਉਹਨੂੰ ਇੰਪਰੂਵ ਕਰ ਸਕੀਏ। ਸਿਰਫ ਜੈਨੇਟਿਕਲੀ ਮੋਡੀਫਾਈਡ ਖੇਤੀਬਾੜੀ ਨਹੀਂ, ਆਪਾਂ ਇਹਦੇ ਚ ਇਸ ਚੀਜ਼ ਦੀ ਨੌਲੇਜ ਹੋਣ ਦੇ ਨਾਲ ਆਪਾਂ ਬਹੁਤ ਹੋਰ ਤਰੀਕੇ ਨੇ ਜਿਹਦੇ ਨਾਲ ਕਿ ਆਪਾਂ ਬਰੀਡਿੰਗ ਕਰ ਸਕਦੇ ਹਾਂ ਜਾਂ ਸਿਲੈਕਸ਼ਨ ਕਰ ਸਕਦੇ ਹਾਂ ਟੂ ਇੰਪਰੂਵ ਦੈਟ। ਜੇ ਲੋਕ ਇਹ ਸੋਚ ਰਹੇ ਹੋਣ ਕਿ ਜੈਨੇਟਿਕਲੀ ਮੋਡੀਫਾਈ ਕੀਤਾ, ਜੈਨੇਟਿਕਲੀ ਮੋਡੀਫਾਈ ਨਹੀਂ ਕੀਤਾ ਪਰ ਉਹਦੀ ਪ੍ਰੋਗਰੈਸ ਨੂੰ ਫਾਸਟ ਟਰੈਕ ਕੀਤਾ, ਕਿਉਂਕਿ ਜਦ ਨੌਲੇਜ ਆ ਗਈ ਕਿ ਕੋਡ ਕੀ ਹੈ ਤਾਂ ਤੁਸੀਂ ਬਹੁਤ ਕੁਇਕਲੀ ਉਹਨੂੰ ਸਕੈਨ ਕਰ ਸਕਦੇ ਹੋ। ਤੇ ਇਹੀ ਚੀਜ਼ ਸੀ ਜਿਹਦੀ ਵਜ੍ਹਾ ਨਾਲ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਮੈਨੂੰ ਸਾਇੰਸ ਐਂਡ ਇਨੋਵੇਸ਼ਨ ਅਵਾਰਡ ਮਿਲਿਆ ਸੀ ਆਸਟ੍ਰੇਲੀਆ ਲੈਵਲ ਦੇ ਉੱਤੇ 2013 ਦੇ ਵਿੱਚ ਪ੍ਰਾਈਮ ਮਿਨਿਸਟਰ ਤੋਂ। ਬਹੁਤ ਮਾਣ ਵਾਲੀ ਗੱਲ ਸੀਗੀ। ਤੇ ਮੈਨੂੰ ਜੈਪਨੀਜ਼ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਬਹੁਤ ਕੁਝ ਸਿੱਖਿਆ। ਉਹ ਇੱਕ ਸਾਲ ਮੇਰੀ ਜ਼ਿੰਦਗੀ ਦਾ ਬਹੁਤ ਹੀ ਜ਼ਿਆਦਾ ਮੈਂ ਕਹੂੰਗੀ ਲਰਨਿੰਗ ਈਅਰ ਸੀਗਾ। ਬਹੁਤ ਖੂਬ ਜੀ। ਤੇ ਅਸੀਂ ਤਕਰੀਬਨ ਬੜੀ ਵਧੀਆ ਢੰਗ ਨਾਲ ਜਿਹੜੀ ਆਪਦਾ ਦਿਖਾਇਆ, ਪਰ ਕਈ ਇੰਨੇ ਕੁ ਕੁਐਸਚਨ, ਇੰਨੇ ਕੁ ਜਿਹੜੇ ਸਾਨੂੰ ਪਤਾ ਲੱਗਿਆ ਜਿਹੜੀਆਂ ਗੱਲਾਂ ਦਾ, ਤੇ ਉਹ ਏਦਾਂ ਲੱਗਦਾ ਵੀ ਅਸੀਂ ਜਿਹੜੇ ਹੱਥੀਂ ਕੰਮ ਕਰਦੇ ਹਾਂ 100 ਗੁਣਾ ਸੌਖੇ ਆ ਤੁਹਾਡੇ ਤੋਂ। ਇੰਨੇ ਬਿਲੀਅਨਾਂ ਦੇ ਵਿੱਚੋਂ ਲੱਭਣਾ, ਤੁਹਾਨੂੰ ਤੁਸੀਂ ਇਹੀ ਸ਼ਬਦ ਕਹਿ ਸਕਦਾ ਮੈਂ ਤਾਂ। ਸਾਨੂੰ ਤਾਂ ਸਿੰਪਲ ਪਤਾ ਵੀ ਆ 2 ਵੈਰਾਈਟੀਆਂ ਬੀਜ ਲਓ, ਵੱਢ ਲਓ, ਖਾ ਲਓ, ਸਿੰਪਲ ਇੱਥੇ ਜੇ ਅਟਕੇ ਹੋਏ ਆ। ਚਲੋ ਜੀ, ਤੁਹਾਨੂੰ ਬੜਾ ਵਧੀਆ ਹੋਇਆ, ਤੁਹਾਡੀ ਸਟੱਡੀ, ਤੁਹਾਡੀ ਹੌਬੀ ਨੂੰ ਪੇ ਮਿਲ ਰਹੀ ਹੈ। ਤੁਸੀਂ ਜਿੱਦਾਂ ਕਿਹਾ ਬੜਾ ਵਧੀਆ ਗੱਲਾਂ, ਇਹ ਕਰਮਾਂ ਵਾਲੇ ਹੋ ਤੁਸੀਂ ਇਸ ਚੀਜ਼ ਦੇ ਲਈ। ਨਾਲ ਆਪਾਂ ਜਦੋਂ ਹੁਣ ਇਹ ਚੀਜ਼ਾਂ ਹੋਈਆਂ ਰਿਸਰਚ ਦੇ ਵਿੱਚ, ਤੁਸੀਂ ਆਸਟ੍ਰੇਲੀਆ ਦੀ ਨੂੰ ਬਹੁਤ ਕੁਝ ਦੇਣਾ ਸ਼ੁਰੂ ਕੀਤਾ, ਆਸਟ੍ਰੇਲੀਆ ਗਵਰਨਮੈਂਟ ਨੇ ਤੁਹਾਨੂੰ ਰਿਕੋਗਨਾਈਜ਼ ਕੀਤਾ, ਲਗਾਤਾਰ ਤੁਸੀਂ ਲੱਗੇ ਹੋਏ ਹੋ। ਪਰ ਇੱਕ ਨਾ ਸਾਡਾ ਜਿਹੜਾ ਪਿੱਛੇ ਰੂਟਸ ਆ, ਜਿਹੜੀਆਂ ਜੜ੍ਹਾਂ, ਤੁਹਾਨੂੰ ਤਾਂ ਇਸ ਦਾ ਜ਼ਿਆਦਾ ਪਤਾ, ਕਿਉਂਕਿ ਜਿਹੜੇ ਤੁਸੀਂ ਤਾਂ ਸਾਡੇ ਨਾਲ ਬਰੀਕੀ ਨਾਲ ਦੇਖਦੇ ਹੋ ਰੂਟਸ ਨੂੰ, ਤਾਂ ਉਹ ਰੂਟਸ ਸਾਡੀਆਂ ਪੰਜਾਬ 'ਚ ਵੀ ਜੁੜੀਆਂ ਹੋਈਆਂ। ਕਿਤੇ ਪੰਜਾਬ 'ਚ ਪਿੰਡ 'ਚ ਕਿਤੇ ਗਏ ਹੋ, ਕਿਤੇ ਚਾਚੇ ਤਾਏ ਨੇ ਕਿਸੇ ਨੇ ਕਿਹਾ ਵੀ ਕੁੜੀਏ ਸਾਡੇ ਲਈ ਵੀ ਕੁਛ ਕਰ ਭਾਈ, ਕੋਈ ਉਹਦੇ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਸਾਂਝਾ ਕਰੋ।
ਹਾਂਜੀ ਬਿਲਕੁਲ, ਇਹ ਕੁਐਸਚਨ ਬਹੁਤ ਔਖਾ ਹੁੰਦਾ ਮੈਨੂੰ ਜਵਾਬ ਦੇਣਾ ਜਦੋਂ ਅਸੀਂ ਹਰ ਸਾਲ ਪਿੰਡ ਜਾਂਦੇ ਆ ਤੇ ਇਹ ਕਦੇ ਵੀ ਉਹ ਕਨੈਕਸ਼ਨ ਨਹੀਂ ਅਹ, ਵਿਸਰਿਆ। ਮੈਂ ਕਹੂੰਗੀ ਕਿ ਇਹਦੇ 'ਚ ਵੀ ਪ੍ਰਮਾਤਮਾ ਦੀ ਬਹੁਤ ਕਿਰਪਾ ਰਹੀ ਹੈ ਤੇ ਹਮੇਸ਼ਾ ਹਾਂਜੀ ਮੇਰੇ ਜਿਹੜੇ ਅੰਕਲਸ ਨੇ ਉਹ ਹਜੇ ਵੀ ਖੇਤੀਬਾੜੀ ਕਰਦੇ ਨੇ ਤੇ ਉਹ ਕਹਿੰਦੇ ਨੇ, ਉਹ ਮੇਰੇ ਤੋਂ ਕੁਐਸਚਨ ਪੁੱਛਣਗੇ, ਅੱਛਾ ਆਦੀ ਕਾਹਦੀ ਦਵਾਈ ਪਾਣੀ ਆ, ਆਹ ਦੱਸ ਕਿਹੜੀ ਕਿਸਮ ਜ਼ਿਆਦਾ ਵਧੀਆ, ਕੀ ਲੈ ਕੇ ਆਈਏ। ਸੋ ਉਸ ਚੀਜ਼ ਦੇ ਉਹ ਬਹੁਤ ਔਖੇ ਜਵਾਬ ਨੇ। ਮੈਨੂੰ ਆਹ 3 ਬਿਲੀਅਨ ਲੈਟਰਸ ਚੋਂ ਕੁਝ ਲੈਟਰਸ ਲੱਭਣੇ ਸੌਖੇ ਲੱਗਦੇ ਨੇ, ਲੇਕਿਨ ਮੈਨੂੰ ਉਹ ਕੁਐਸਚਨ ਬਹੁਤ ਔਖੇ ਲੱਗਦੇ ਨੇ। ਪਰ ਇਹਦੇ ਵਿੱਚ ਵੀ ਮੈਂ ਕਹੂੰਗੀ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੇਣਾ ਨਹੀਂ ਦੇ ਸਕਦੇ। ਜਿੰਨੇ ਮੇਰੇ ਪ੍ਰੋਫੈਸਰਸ ਨੇ ਸਾਰਿਆਂ ਦੇ ਨਾਲ ਇਨ ਟੱਚ ਨੇ ਹੈਗੇ ਆ ਤੇ ਜਦੋਂ ਵੀ ਮੈਂ ਜਾਂਦੀ ਹਾਂ ਹਰ ਵਾਰ ਮੈਂ ਯੂਨੀਵਰਸਿਟੀ ਜ਼ਰੂਰ ਜਾਂਦੀ ਹਾਂ, ਆਪਣੇ ਪ੍ਰੋਫੈਸਰਸ ਨੂੰ ਮਿਲਦੀ ਹਾਂ। ਇੰਨਾ ਵਧੀਆ ਮੈਂ ਕਹੂੰਗੀ ਕਿ ਰਿਕਗਨੀਸ਼ਨ ਦਿੱਤੀ ਹੈਗੀ ਹੈ ਜਾਂ ਪਿਆਰ ਦਿੱਤਾ ਹੈਗਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਿ ਵਾਈਸ ਚਾਂਸਲਰ ਸਾਹਿਬ ਜਿਹੜੇ ਸੀਗੇ ਢਿੱਲੋਂ ਸਰ, ਜਿਹੜੇ ਹੁਣ ਵੀ ਇਸ ਟਾਈਮ ਵੀ ਵਾਈਸ ਚਾਂਸਲਰ, ਉਹਨਾਂ ਨੇ 3 ਸਾਲ ਪਹਿਲਾਂ ਮੇਰਾ ਸਪੈਸ਼ਲ ਸੈਮੀਨਾਰ ਆਰਗੇਨਾਈਜ਼ ਕੀਤਾ ਸੀਗਾ ਤੇ ਉੱਥੋਂ ਵੀ ਬੱਚੇ ਆਉਂਦੇ ਨੇ ਮੇਰੇ ਕੋਲ, ਇੱਥੇ ਸਿੱਖ ਕੇ ਜਾਂਦੇ ਨੇ। ਉੱਥੇ ਅਸਿਸਟੈਂਟ ਪ੍ਰੋਫੈਸਰਸ ਵੀ ਸਪੈਸ਼ਲ ਪੋਜੀਸ਼ਨਸ ਤੇ ਇੱਥੇ ਆਏ ਨੇ, ਵਿਜ਼ਿਟਰਸ ਸਕਾਲਰਸ PAU ਤੋਂ, ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 'ਚ, ਜਿਨ੍ਹਾਂ ਨੂੰ ਅਸੀਂ ਹੋਸਟ ਕੀਤਾ ਤੇ ਉਹ ਕਨੈਕਸ਼ਨ ਹਮੇਸ਼ਾ ਬਣਿਆ ਰਿਹਾ ਤੇ ਕਨੈਕਸ਼ਨ ਦੀ ਵਜ੍ਹਾ ਨਾਲ ਉਹ ਜਿਹੜੇ ਉੱਥੇ ਦੇ ਨਾਲ ਇੱਕ ਇਨ ਟੱਚ ਵੀ ਰਹੇ ਤਾਂ ਕਿ ਮੈਨੂੰ ਪਤਾ ਰਹਿੰਦਾ ਕਿ ਕਿਹੜੀ ਨਵੀਂ ਵੈਰਾਈਟੀ ਆਈ ਹੈ ਤੇ ਉਹਦੇ ਵਿੱਚ ਕੀ ਗੱਲਾਂ ਹੈਗੀਆਂ ਜਿਹੜੀਆਂ ਮੈਂ ਫਿਰ ਆਪਣੀ ਫੈਮਿਲੀ ਨੂੰ ਦੱਸ ਸਕਾਂ ਕਿ ਹਾਂ ਭਾਈ ਮੈਂ ਐਗਰੀਕਲਚਰ ਕੀਤੀ ਹੈ, ਮੈਨੂੰ ਥੋੜੀ ਬਹੁਤੀ ਆਂਦੀ ਵੀ ਹੈਗੀ ਹੈ। ਠੀਕ ਹੈ, ਮੈਂ DNA ਦੇ ਲੈਵਲ 'ਚ ਥੋੜੀ ਗਵਾਚ ਗਈ ਹਾਂ, ਪਰ ਉੱਤੇ ਦੀ ਲੈਵਲ ਦੀ ਜਿਹੜੀ ਐਕਚੁਅਲ ਟ੍ਰਾਂਸਲੇਸ਼ਨਲ ਇਨਫੋਰਮੇਸ਼ਨ ਹੁੰਦੀ ਹੈ, ਆਈ ਥਿੰਕ ਬਹੁਤ ਇੰਪੋਰਟੈਂਟ ਹੈ। ਤੇ ਇਹੀ ਮੇਰਾ ਮਕਸਦ ਵੀ ਬਣਿਆ ਰਿਸਰਚ ਦੇ ਵਿੱਚ, ਜਿਵੇਂ ਮੈਨੂੰ ਮੌਕੇ ਮਿਲੇ ਇਨਵੈਂਸ਼ਨਸ ਕਰਨ ਦੇ, ਪਰ ਫਿਰ ਮੈਂ ਇਹ ਵੀ ਦੇਖਿਆ ਕਿ ਸਾਇੰਸ ਦੇ ਵਿੱਚ ਬਹੁਤ ਬਹੁਤ ਵਧੀਆ ਵਧੀਆ ਇਨਵੈਂਸ਼ਨਸ ਹੁੰਦੀਆਂ ਨੇ, ਲੇਕਿਨ ਬਹੁਤ ਥੋੜੀ ਪਰਸੈਂਟੇਜ ਹੈ ਜਿਹੜੀ ਕਿ ਐਕਚੁਅਲੀ ਤੁਸੀਂ ਖੇਤੀਬਾੜੀ ਦੇ ਲੈਵਲ ਤੇ ਦੇਖਦੇ ਹੋ। ਮੈਡੀਕਲ ਫੀਲਡ, ਜੇ ਮੈਂ ਗੱਲ ਕਰਾਂ ਬਾਇਓਮੈਡੀਕਲ ਫੀਲਡ ਦੇ ਵਿੱਚ ਜਿਹੜੀਆਂ ਇਨਵੈਂਸ਼ਨਸ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਪਰਸੈਂਟੇਜ ਉਹਨਾਂ ਦੀ ਟਰਾਂਸਲੇਟ ਹੋ ਪਾਉਂਦੀ ਹੈ, ਲੇਕਿਨ ਜਿਹੜੀ ਸਾਡੀ ਖੇਤੀਬਾੜੀ ਦੀ ਇਨਵੈਂਸ਼ਨਸ ਨੇ ਉਹ ਅਕਸਰ ਕੁਝ ਕਿਤਾਬਾਂ ਦੇ ਵਿੱਚ ਜਾਂ ਸੈਮੀਨਾਰਸ ਦੇ ਵਿੱਚ ਰਹਿ ਜਾਂਦੀਆਂ ਨੇ। ਸੋ ਇਹ ਚੀਜ਼ ਮੈਂ ਨੋਟਿਸ ਕੀਤੀ ਤੇ ਮੈਂ ਆਪਣੇ ਜਿਹੜੇ ਗਰੁੱਪ ਦਾ ਨਾਮ, ਆਪਣੀ ਜਿਹੜੀ ਲੈਬ ਐਸਟੈਬਲਿਸ਼ ਕੀਤੀ, ਉਹਦਾ ਨਾਮ ਰੱਖਿਆ ਟ੍ਰਾਂਸਲੇਸ਼ਨਲ ਜੀਨੋਮਿਕਸ। ਸੋ ਜੋ ਵੀ ਅਸੀਂ ਕੰਮ ਕਰਦੇ ਹਾਂ, ਅਸੀਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ, ਜਿਵੇਂ ਮੇਰੇ ਕੋਲ ਬੱਚੇ ਆਉਂਦੇ ਨੇ, ਹੁਣ ਮੈਂ PhD ਸਟੂਡੈਂਟਸ ਮੇਰੇ ਕੋਲ ਆਉਂਦੇ ਨੇ, ਸਭ ਤੋਂ ਪਹਿਲਾਂ ਮੇਰਾ ਉਹਨਾਂ ਨੂੰ ਕੁਐਸਚਨ ਇਹ ਹੁੰਦਾ ਹੈ ਕਿ ਕਰਨਾ ਕੀ ਹੈ, ਤੁਸੀਂ ਕੀ ਬਦਲਣਾ ਹੈ ਜਾਂ ਕਿਹੜੀ ਪ੍ਰੋਬਲਮ ਸੋਲਵ ਕਰਨੀ ਹੈ। ਜੇ ਪ੍ਰੋਬਲਮ ਸੋਲਵ ਕਰਨੀ ਹੈ ਤਾਂ ਉਹਦੇ ਲੈਵਲਸ ਹੁੰਦੇ ਨੇ, ਸਭ ਕੁਝ ਲੋ ਹੈਂਗਿੰਗ ਫਰੂਟਸ ਹੁੰਦੇ ਨੇ, ਜਾਂ ਫਿਰ ਜੋ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਕਿ ਤੁਹਾਨੂੰ ਬਹੁਤ ਹਾਈ ਫਾਈ ਸਾਇੰਸ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਫਿਰ ਵੀ ਤੁਸੀਂ ਗਰਾਊਂਡ ਲੈਵਲ ਤੇ ਬਹੁਤ ਕੁਝ ਬਦਲ ਸਕਦੇ ਹੋ। ਤਾਂ ਅਸੀਂ ਇਸ ਤਰ੍ਹਾਂ ਪ੍ਰੋਜੈਕਟ ਡਿਜ਼ਾਈਨ ਕਰਦੇ ਹਾਂ ਕਿ ਪਹਿਲਾ ਪ੍ਰੋਬਲਮ ਰੀਅਲ ਹੋਵੇ, ਦੂਸਰੀ ਗੱਲ ਦੇਖੀਏ ਪਹਿਲਾਂ ਕਿ ਆਪਾਂ ਉਹ 3 ਬਿਲੀਅਨ ਲੈਟਰਸ 'ਚ ਗਵਾਚ ਜਾਈਏ, ਆਪਾਂ ਦੇਖੀਏ ਕਿ ਆਪਾਂ ਕੋਲ ਆਲਰੇਡੀ ਐਗਜ਼ਿਸਟਿੰਗ ਨੌਲੇਜ ਕੀ ਹੈ ਤੇ ਉਹ ਨੌਲੇਜ ਕਿਉਂ ਨਹੀਂ ਟਰਾਂਸਲੇਟ ਹੋ ਸਕੀ ਗਰਾਊਂਡ ਲੈਵਲ ਤੇ। ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ। ਸੋ ਫॉर एग्जांपल ਲਾਈਕ ਬੜਾ ਮੌਕਾ ਮਿਲਿਆ, ਬਹੁਤ ਬ੍ਰਾਈਟ ਬੱਚੇ ਆਉਂਦੇ ਨੇ, ਸਟੂਡੈਂਟਸ ਆਉਂਦੇ ਨੇ। ਅਸੀਂ ਕੁਝ ਸਾਲ ਪਹਿਲਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਬਾਇਓ ਫੋਰਟੀਫਿਕੇਸ਼ਨ ਦਾ। ਸੋ ਆਲਰੇਡੀ ਜੀਨਸ ਨੋਨ ਨੇ ਜਿਨ੍ਹਾਂ ਨਾਲ ਕਿ ਆਇਰਨ ਜ਼ਿਆਦਾ ਗ੍ਰੇਨਸ ਦੇ ਵਿੱਚ ਜਾ ਸਕੇ। ਸੋ ਰਾਈਸ ਆਲਰੇਡੀ ਡਿਵੈਲਪ ਕੀਤੀ ਹੈ, ਬੰਗਲਾਦੇਸ਼ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਅਸੀਂ ਉਹੀ ਕੰਮ ਦਾਲਾਂ ਦੇ ਉੱਤੇ ਸ਼ੁਰੂ ਕੀਤਾ। ਅਸੀਂ ਕਿ ਉਹ ਇੱਕ ਜੀਨ ਦੇ ਤੁਸੀਂ ਜੇ ਉਹਨੂੰ ਟ੍ਰਿਗਰ ਕਰ ਦੋ ਜਾਂ ਸਵਿਚ ਔਨ ਕਰ ਦੋ, ਦਾ ਲੈਂਟਿਲ, ਮੂੰਗੀ ਮਸਰੀ ਦਾਲ ਜਾਂ ਕਿਹੜੀਆਂ ਵੀ ਦਾਲਾਂ ਨੇ, ਤਾਂ ਤੁਸੀਂ ਉਸ ਦਾਲ ਨੂੰ ਆਇਰਨ ਦੇ ਵਿੱਚ ਬਹੁਤ ਜ਼ਿਆਦਾ ਰਿਚ ਬਣਾ ਸਕਦੇ ਹੋ। ਉਹਦੇ ਲਈ ਫਿਰ ਸਾਨੂੰ, ਮੈਂ ਤਾਂ ਖੁਦ ਐਨੀਮਿਕ ਹੈ ਤੇ ਮੈਂ ਆਪਣੀ 90% ਪੋਪੂਲੇਸ਼ਨ ਜਿਹੜੀ ਉਹ ਐਨੀਮਿਕ ਹੁੰਦੀ ਹੈ ਇੰਡੀਆ ਦੇ ਵਿੱਚ, ਆਪਣੇ ਕੰਟਰੀਜ਼ ਦੇ ਵਿੱਚ। ਤੇ ਆਪਾਂ ਬਹੁਤ ਹੀ ਸਿੰਪਲ ਸੋਲੂਸ਼ਨ ਹੈ, ਸਾਨੂੰ ਪਤਾ ਐਗਜ਼ੈਕਟਲੀ ਕਿਹੜਾ ਜੀਨ ਹੈ, ਤੁਹਾਨੂੰ ਜਾਣ ਦੀ ਲੱਭਣ ਦੀ ਜ਼ਰੂਰਤ ਨਹੀਂ ਹੈ। ਆਲ ਤੁਸੀਂ ਜੋ ਕਰਨਾ ਹੈਗਾ ਸਿਰਫ ਉਹਨੂੰ ਟ੍ਰਿਗਰ ਕਰਨਾ ਜਾਂ ਉਹਨੂੰ ਸਵਿਚ ਔਨ ਕਰਨਾ। ਸੇਮ ਵੈਸਟਰਨ ਆਸਟ੍ਰੇਲੀਆ ਦੀ ਜੇ ਤੁਹਾਨੂੰ ਮੈਂ ਐਗਜ਼ਾਮਪਲ ਦੇਵਾਂ, ਜਦੋਂ ਮੈਂ ਚਾਰੇ ਤੇ ਕੰਮ ਕੀਤਾ ਸੀ ਤੇ ਮੈਂ ਸਿਰਫ ਉਹੀ 2 ਜਾਂ ਕੁਝ ਜੀਨ ਨਹੀਂ ਲੱਭੇ ਜਿਹੜੇ ਕਿ ਸਿਰਫ ਕਲਾਈਮੇਟ ਚੇਂਜ ਦੇ ਵਿੱਚ ਜਾਂ ਉਸ ਪਾਰਟਿਕੂਲਰ ਕੈਮੀਕਲ ਦੀ ਮਾਤਰਾ ਨੂੰ ਘਟਾਉਣ ਵਾਲੇ ਸੀ। ਉਹਦੇ ਨਾਲ ਮੈਨੂੰ ਹੋਰ ਵੀ ਬਹੁਤ ਸਾਰੀ ਚੀਜ਼ਾਂ ਪਤਾ ਲੱਗੀਆਂ ਤੇ ਉਹਦੇ ਵਿੱਚੋਂ ਇੱਕ ਸੀਗੀ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਨਿਊਟ੍ਰੀਐਂਟਸ ਪਲਾਂਟ ਕਿੱਦਾਂ ਸੋਇਲ ਦੇ ਵਿੱਚੋਂ ਲੈਂਦੇ ਨੇ।
ਉਹਦਾ ਇੱਕ ਮੈਕੈਨਿਜ਼ਮ ਹੁੰਦਾ। ਤੇ ਅਗਰ ਪਲਾਂਟ ਦੇ ਜਿਹੜੇ ਰੂਟਸ ਹੁੰਦੇ ਨੇ ਉਹਦੇ ਉੱਤੇ ਬਾਲ ਹੁੰਦੇ ਨੇ ਬਹੁਤ ਪਤਲੇ ਪਤਲੇ ਪਤਲੇ, ਤੇ ਇਹ ਬਹੁਤ ਰਿਸਰਚ ਹੋ ਚੁੱਕੀ ਹੈ ਕਿ ਉਹ ਜਿਹੜੇ ਰੂਟ ਹੇਅਰ ਨੇ ਜੇ ਉਹ ਲੰਬੇ ਨੇ ਤੇ ਜ਼ਿਆਦਾ ਨੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਸਫੋਰਸ ਤੇ ਨਾਈਟ੍ਰੋਜਨ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਉਹ ਪਲਾਂਟ, ਉਹ ਕਿਸਮ ਜ਼ਿਆਦਾ ਐਫੀਸ਼ੀਐਂਟ ਹੁੰਦੀ ਹੈ ਬਿਨਾਂ ਕਿਸੇ ਨਿਊਟ੍ਰੀਐਂਟਸ ਤੋਂ ਵੀ। ਤੇ ਇਹ ਜੇ ਤੁਸੀਂ ਦੇਖੋ ਤਾਂ ਵੈਸਟਰਨ ਆਸਟ੍ਰੇਲੀਅਨ ਪਲਾਂਟਸ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉਹਨਾਂ ਦੇ ਰੂਟ ਹੇਅਰ ਸਟਰਕਚਰਸ ਦਾ ਫਰਕ ਹੈ। ਤੇ ਆਲਰੇਡੀ ਰਿਸਰਚ ਹੋ ਚੁੱਕੀ ਸੀ ਕਾਫੀ ਸਾਲ ਪਹਿਲਾਂ ਆਕਸਫੋਰਡ ਦੇ ਵਿੱਚ ਕਿ ਐਗਜ਼ੈਕਟਲੀ ਕਿਹੜਾ ਜੀਨ ਹੁੰਦਾ, ਤੇ ਅਸੀਂ ਕਿਹਾ ਉਹ ਇਹ ਜੀਨ ਉਸ ਪਲਾਂਟ 'ਚ ਲੱਭਿਆ ਸੀ, ਦੇਖਦੇ ਹਾਂ ਕਿ ਇਸ ਪਲਾਂਟ 'ਚ ਹੈਗਾ ਕਿ ਨਹੀਂ ਹੈਗਾ ਸੀਗਾ। ਤੇ ਮੇਰੇ ਕੋਲ 2 ਸਟੂਡੈਂਟਸ ਲੱਗੇ ਪਿਛਲੇ 3 ਸਾਲਾਂ ਦੇ ਵਿੱਚ, ਤੇ ਅਸੀਂ ਐਗਜ਼ੈਕਟਲੀ ਉਹਨੂੰ ਸਵਿਚ ਔਨ ਕਰਕੇ ਤੇ ਪਲਾਂਟ ਨੂੰ ਐਫੀਸ਼ੀਐਂਟ ਬਣਾ ਲਿਆ ਕਿ ਹੁਣ ਉਹਨੂੰ ਜ਼ਿਆਦਾ ਫਾਸਫੋਰਸ ਪਾਉਣ ਦੀ ਲੋੜ ਨਹੀਂ, ਉਹਦੇ ਆਲੇ ਦੁਆਲੇ ਜਿੰਨੀ ਵੀ ਹੋਊਗੀ ਉਹ ਆਪਣੇ ਆਪ ਹੀ ਖਿੱਚ ਲੈਂਦਾ। ਸੋ ਸਿੰਪਲ ਥਿੰਗਸ ਲਾਈਕ ਪਰ ਕੁਝ ਐਸਾ ਜੋ ਕਿ ਫਾਇਦਾ ਕਰ ਸਕੇ ਖੇਤੀਬਾੜੀ ਦੇ ਵਿੱਚ, ਜ਼ਮੀਨੀ ਪੱਧਰ ਦੇ ਉੱਤੇ ਜਿਹਦਾ ਕੁਝ ਫਾਇਦਾ ਹੋ ਸਕੇ ਸਾਇੰਸ ਦਾ। ਹੋਣਗੀਆਂ ਸਿੰਪਲ ਥਿੰਗਸ ਤੁਹਾਡੇ ਲਈ, ਸਾਡੇ ਲਈ ਨਹੀਂ ਹੈ। ਸਾਡੇ ਲਈ ਬਹੁਤ ਕੰਪਲਿਕੇਟਡ ਆ, ਤੇ ਅਸੀਂ ਤਾਂ ਸਿਰਫ 5-4 ਚੀਜ਼ਾਂ ਹੀ ਜਾਣਦੇ ਹਾਂ ਵੀ ਪੱਤਿਆਂ ਦੇ ਆਹ ਰੰਗ ਹੋ ਗਿਆ ਤਾਂ ਹੋ ਗਿਆ। ਪਰ ਚਲੋ ਜੀ, ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹੋਏ ਨਾ, ਦੇਖੋ ਆਪਾਂ ਤੁਹਾਡੀ ਥੋੜੀ ਜੀ ਜਿਹੜੀ ਪਰਸਨਲ ਵੀ ਲਾਈਫ ਬਾਰੇ ਵੀ ਥੋੜੀਆਂ ਬਹੁਤ ਗੱਲਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਨਾ ਅੱਜ ਦਾ ਜਿਹੜਾ ਮਾਹੌਲ ਪੈਦਾ ਹੋ ਚੁੱਕਿਆ ਤੇ ਜਿਹਦੇ ਪਿੱਛੇ ਮੈਂ ਚਾਹਣਾ ਵੀ ਸਾਨੂੰ, ਸਾਡੇ ਜਿਹੜੇ ਲੋਕ ਆ ਉਹ ਲਗਤੇ ਲਾਈ ਜਾਂਦੇ ਆ। ਹਰ ਬੰਦਾ WhatsApp ਤੇ ਵੀਡੀਓ ਪਾਈ ਜਾਂਦਾ, ਪਤਾ ਨਹੀਂ ਕੀ ਕੁਝ ਬੋਲੀ ਜਾਂਦਾ, ਕੀ ਕੁਝ ਲਿਖੀ ਜਾਂਦੇ ਆ, ਤੇ ਉਹਨਾਂ ਨੂੰ ਅਸਲ ਲੈਵਲ ਦੇ ਵਿੱਚ ਜਿਹੜਾ ਗਿਆਨ ਆ ਉਹ ਉਸ ਲੈਵਲ ਤੇ ਨਹੀਂ ਹੈ। ਤੇ ਇੱਕ ਉਹ ਬੈਠੇ ਕਿਸੇ ਨੂੰ ਹਲਦੀ ਪੀਣ ਲਾ ਦਿੰਦੇ ਆ, ਕਿਸੇ ਨੂੰ ਕੁਛ ਪੀਣ ਲਾ ਦਿੰਦੇ ਆ। ਮੌਕਾ ਕਰੋਨਾ ਵਾਇਰਸ ਦਾ ਸਾਰੀ ਦੁਨੀਆ ਤੋਂ ਪ੍ਰਭਾਵਿਤ ਹੋ ਚੁੱਕੀ ਆ। ਤੁਸੀਂ ਲੱਕੀਲੀ ਇੱਕ ਇਸ ਲਾਈਨ ਚੋਂ ਤੇ ਇਸ ਪ੍ਰੋਜੈਕਟ ਨਾਲ ਵੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਜੁੜ ਚੁੱਕੇ ਹੋ। ਤਾਂ ਇਹਦੇ ਬਾਰੇ ਚ ਪਹਿਲਾਂ ਤਾਂ ਸਾਡੇ ਨਾਲ ਜਿਹੜੇ ਲਿਸਨਰਸ ਆ ਉਹਨਾਂ ਨੂੰ ਬੜੀ ਸਰਲ ਪੰਜਾਬੀ ਭਾਸ਼ਾ 'ਚ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਦੱਸੋ ਵੀ ਕੀ ਆ, ਕਿਵੇਂ ਆ, ਤੇ ਕੀ ਇਹਦਾ ਹੱਲ ਹੋ ਸਕਦਾ, ਕਿੰਨਾ ਕੁ ਤੁਸੀਂ ਸੋਚਦੇ ਇਹਦੇ ਬਾਰੇ ਜ਼ਰੂਰ ਸਾਡੇ ਨਾਲ ਕਰਿਓ। ਸੋ ਜਿਹੜਾ ਕਰੋਨਾ ਵਾਇਰਸ ਹੈ, ਜਿਹਨੂੰ ਜਾਂ ਆਪਾਂ ਕਹਿੰਦੇ COVID-19 ਵਾਇਰਸ ਕਹੀ ਜਾਂਦੇ ਨੇ ਸਾਰੇ, ਇਹਦੇ ਜਿਹੜੇ ਅੰਡਰਨੀਥ ਜਿਹੜਾ ਆਰਗੇਨਿਜ਼ਮ ਜਾਂ ਵਾਇਰਸ ਜਿਹੜਾ ਹੈਗਾ ਉਹ ਹੈਗਾ SARS-CoV-2। ਤੇ ਇਹ ਬੈਟਸ ਦੇ ਵਿੱਚ ਤੇ ਹੋਰ ਕਈ ਵਾਈਲਡ ਸਪੀਸ਼ੀਜ਼ ਨੇ ਜਿਨ੍ਹਾਂ ਦੇ ਵਿੱਚ ਇਹ ਹਮੇਸ਼ਾ ਤੋਂ ਸੀਗਾ, ਤੇ ਪਰ ਉਹਨਾਂ ਨੂੰ ਬਿਮਾਰੀ ਨਹੀਂ ਦਿੰਦਾ। ਸੋ ਇਹ ਬੈਟਸ ਦੇ ਵਿੱਚ ਹਮੇਸ਼ਾ ਤੋਂ ਸੀਗਾ, ਪੈਂਗੋਲਿਨਸ ਦੇ ਵਿੱਚ ਸੀਗਾ। ਅਸੀਂ ਬੈਟਸ ਦੀਆਂ 3 ਕਿਸਮਾਂ ਜੀਨੋਮ ਸੀਕੁਐਂਸ ਕੀਤੀਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਇਹੀ ਲੱਭਣ ਲਈ ਕਿ ਕਿੰਨਾ ਕੁ ਡਿਫਰੈਂਟ ਹੈਗਾ ਜਿਹੜਾ ਬੈਟਸ ਦੇ ਵਿੱਚ ਹੈ ਤੇ ਜਿਹੜਾ ਹਿਊਮਨਸ ਦੇ ਵਿੱਚ ਹੈਗਾ, ਜਾਂ ਫਿਰ ਬੈਟਸ ਤੋਂ ਹਿਊਮਨਸ ਦੇ ਵਿੱਚ ਕਿੱਦਾਂ ਆ ਗਿਆ। ਤੇ ਪਤਾ ਲੱਗਿਆ ਕਿ ਉਹ ਬੈਟਸ ਤੋਂ ਪੈਂਗੋਲਿਨਸ 'ਚ ਗਿਆ, ਪੈਂਗੋਲਿਨਸ ਤੋਂ ਇਨਸਾਨਾਂ ਤੱਕ ਪਹੁੰਚਿਆ ਹੈਗਾ। ਤੇ ਉਹਦੇ ਕਈ ਵਜ੍ਹਾ ਨੇ, ਕਈ ਹੁਣ ਥਿਊਰੀਜ਼ ਬਣ ਚੁੱਕੀਆਂ ਨੇ ਕਿ ਵਾਈਲਡ ਸਪੀਸ਼ੀਜ਼ ਦੇ ਸੂਪ ਪੀਤੇ ਜਾਂ ਜੋ ਵੀ ਹੈ। ਪਰ ਕਿਸੇ ਵੀ ਤਰ੍ਹਾਂ ਹੈ, ਕੋਈ ਵੀ ਵਾਇਰਸ ਨੂੰ ਕਿਸੇ ਹੋਰ ਸਪੀਸ਼ੀਜ਼ ਦੇ ਵਿੱਚ ਅਡਾਪਟ ਕਰਨ ਦੇ ਲਈ ਬਹੁਤ ਕੁਝ ਚੇਂਜਸ ਕਰਨੇ ਪੈਂਦੇ ਹੈਗੇ ਆਪਣੇ ਜੈਨੇਟਿਕ ਮੇਕਅਪ ਦੇ ਵਿੱਚ, ਤਾਂ ਕਿ ਉਹ ਅਡਾਪਟ ਹੋ ਸਕੇ। ਤੇ ਉਸ ਪ੍ਰੋਸੈਸ ਦੇ ਵਿੱਚ ਕਿਸੇ ਨੂੰ ਤਾਂ ਉਹ ਬਿਮਾਰੀ ਦੇ ਸਕਦਾ, ਕਿਸੇ ਦੇ ਨਾਲ ਉਹ ਜਸਟ ਨਾਰਮਲ ਪਾਰਟ ਆਫ ਦੈਟ ਸਿਸਟਮ ਬਣ ਕੇ ਵੀ ਸਰਵਾਈਵ ਕਰ ਸਕਦਾ ਹੈ। ਜ਼ਰੂਰੀ ਨਹੀਂ ਕਿ ਬਿਮਾਰੀ ਹੋਵੇ, ਜਿਵੇਂ ਕਿ ਬੈਟਸ ਦੇ ਵਿੱਚ ਜਾਂ ਪੈਂਗੋਲਿਨਸ 'ਚ ਉਹਦੇ ਤੋਂ ਕੋਈ ਬਿਮਾਰੀ ਨਹੀਂ ਹੁੰਦੀ, ਕੋਈ ਕਰੋਨਾ ਵਾਇਰਸ ਡਿਜ਼ੀਜ਼ ਨਹੀਂ ਹੁੰਦੀ COVID-19, ਲੇਕਿਨ ਹਿਊਮਨਸ ਦੇ ਵਿੱਚ ਹੋਈ ਕਿਉਂਕਿ ਆਪਾਂ ਇਵੋਲਵ ਨਹੀਂ ਕੀਤੇ। ਬਟ ਹੈਵਿੰਗ ਸੈਡ ਦੈਟ, ਹੁਣ ਪਿਛਲੇ ਕੁਝ ਟਾਈਮ ਦੇ ਵਿੱਚ ਇੰਨੇ ਕੇਸਿਸ ਹੋਏ, ਬਹੁਤ ਸਾਰੇ ਕੇਸਿਸ ਰਿਕਵਰ ਵੀ ਹੋਏ। ਜਿਹੜੇ ਰਿਕਵਰ ਹੋਏ ਨੇ ਉਹਨਾਂ ਦੀ ਐਵੋਲਿਊਸ਼ਨ ਬਹੁਤ ਫਾਸਟ ਹੋਈ ਹੈਗੀ, ਉਹਨਾਂ ਦੇ ਇਮਿਊਨ ਸਿਸਟਮ ਦੀ, ਤਾਂ ਹੁਣ ਉਹ ਇਮਿਊਨ ਹੋ ਗਏ। ਹੁਣ ਉਹਨਾਂ ਨੂੰ ਨੈਕਸਟ ਟਾਈਮ ਕਰੋਨਾ ਵਾਇਰਸ ਜਾਂ SARS-CoV-2 ਜੇ ਉਹਨਾਂ ਨੂੰ ਇਨਫੈਕਟ ਕਰੂਗਾ ਤਾਂ ਸ਼ਾਇਦ ਉਹਨਾਂ ਨੂੰ ਸੇਮ ਤਰ੍ਹਾਂ ਦੀ ਡਿਜ਼ੀਜ਼ ਦੇ ਸਿੰਪਟਮਸ ਨਹੀਂ ਆਣਗੇ। ਸੋ ਉਹ ਕਹਿੰਦੇ ਐਵੋਲਿਊਸ਼ਨ ਜਿਹੜੀ ਹੋਈ। ਤੇ ਅਗਰ ਆਪਾਂ SARS-CoV-2 ਦੀ ਡਿਟੇਲ 'ਚ ਗੱਲ ਕਰੀਏ ਤਾਂ ਵਾਇਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਰਵਾਈਵ ਕਰਨ ਦੇ ਲਈ ਕਿਸੇ ਹੋਰ ਦੀ ਮਸ਼ੀਨਰੀ ਦੀ ਲੋੜ ਹੁੰਦੀ ਹੈਗੀ ਹੈ। ਸੋ ਬੇਸਿਕਲੀ ਜਦੋਂ ਵਾਇਰਸ ਸਾਨੂੰ ਇਨਫੈਕਟ ਕਰਦਾ ਤਾਂ ਸਾਡੀ ਬਾਡੀ ਦੀ ਮਸ਼ੀਨਰੀ ਨੂੰ ਯੂਜ਼ ਕਰਕੇ ਸਰਵਾਈਵ ਕਰ ਰਿਹਾ ਜਾਂ ਮਲਟੀਪਲਾਈ ਕਰ ਰਿਹਾ। ਤੇ ਅਗਰ ਸਾਡੀ ਬਾਡੀ ਦੀ ਮਸ਼ੀਨਰੀ ਡਿਫੈਂਸ ਕਰ ਸਕੇ ਤਾਂ ਉਹ ਇਮਿਊਨ ਹੋ ਗਏ, ਆਪਾਂ ਨੂੰ ਹੋਣਾ ਨਹੀਂ ਹੈਗਾ। ਜੇ ਨਹੀਂ ਕਰ ਸਕੇ ਤਾਂ ਆਪਾਂ ਨੂੰ ਬਿਮਾਰੀ ਹੋ ਜਾਂਦੀ ਹੈਗੀ। ਤੇ ਇਹ ਮੇਨਲੀ ਇਫੈਕਟ ਕਰਦਾ ਹੈਗਾ ਰੈਸਪੀਰੇਟਰੀ ਆਰਗਨਸ ਨੂੰ। ਬਟ ਹੁਣੀ ਰੀਸੈਂਟਲੀ 2-3 ਸਟੱਡੀਜ਼ ਹੋਈਆਂ ਜਿਹਦੇ ਵਿੱਚ ਆਇਆ ਹੈਗਾ ਕਿ
ਬਹੁਤ ਸਾਰੇ ਹੋਰ ਹਿੱਸੇ ਹੈਗੇ ਜਿਨ੍ਹਾਂ ਨੂੰ ਇਹ ਇੰਪੈਕਟ ਕਰ ਰਿਹਾ, ਤਾਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਸਿਰਫ ਰੈਸਪੀਰੇਟਰੀ ਡਿਜ਼ੀਜ਼ ਹੋਗੀ, ਡਾਊਨਸਟ੍ਰੀਮ ਜਾ ਕੇ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ। ਸੋ ਇਸ ਕਰਕੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਉਸੇ ਐਫਰਟ ਦੇ ਵਿੱਚ ਅਸੀਂ ਕਿਉਂਕਿ ਮੇਰਾ ਜਿਹੜਾ ਮੇਨ ਐਕਸਪਰਟੀਜ਼ ਉਹ ਇਹੀ ਹੈ ਕਿ ਡੀਕੋਡ ਕਰਨਾ ਡੀਐਨਏ ਨੂੰ। ਹੁਣ ਡੀਐਨਏ ਚਾਹੇ ਤੁਸੀਂ ਕਿਸੇ ਵੀ ਆਰਗੇਨਿਜ਼ਮ ਦਾ, ਕਿਸੇ ਵੀ ਲਾਈਫ ਫਾਰਮ ਦਾ ਲਾ ਲਓ, ਡੀਐਨਏ ਦਾ ਕੋਡ ਜਿਹੜਾ ਉਹ ਸੇਮ ਹੈ। ਫਰਕ ਕਿੱਥੇ ਪੈਂਦਾ ਕਿ ਉਹ ਡੀਐਨਏ ਦਾ ਕੋਡ ਕਈਆਂ ਦਾ ਵੱਡਾ ਲੰਬਾ ਹੈਗਾ, ਕਈਆਂ ਦਾ ਛੋਟਾ ਹੈਗਾ, ਕਈਆਂ ਦਾ ਬਹੁਤ ਵਾਰੀ ਸੇਮ ਕੋਡ ਬਾਰ-ਬਾਰ ਰਿਪੀਟ ਹੋ ਕੇ ਵੱਡਾ ਹੋ ਗਿਆ ਹੋਇਆ ਹੈਗਾ, ਉਹ ਲੈਵਲ। ਪਰ ਜਿਹੜੇ ਕੋਡ ਦੇ ਲੈਟਰਸ ਨੇ ਉਹ ਸੇਮ ਰਹਿੰਦੇ ਨੇ ਡੀਐਨਏ ਦੇ, ਜਿੱਥੇ ਮਰਜੀ ਜਿਹੜੀ ਮਰਜੀ ਲਾਈਫ ਫਾਰਮ 'ਚ ਚਲੇ ਜਾਓ। ਸੋ ਸੇਮ ਅਸੀਂ ਸੋ ਕਰੋਨਾ ਵਾਇਰਸ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣਾ ਹੈਗਾ 3 ਬਿਲੀਅਨ ਲੈਟਰਸ ਲਿਖਿਆ ਹੋਇਆ, ਕਣਕ ਦਾ ਉਹ ਤੋਂ 6 ਗੁਣਾ ਜ਼ਿਆਦਾ ਹੈਗਾ। ਕਰੋਨਾ ਵਾਇਰਸ ਦਾ ਆਪਣੀ ਰੈਫਰੈਂਸ ਲੈ ਲਓ, ਤੁਹਾਤੋਂ 1/10ਵਾਂ ਹਿੱਸਾ ਹੈਗਾ, ਬਹੁਤ ਛੋਟਾ ਇਹ ਆਰਗੇਨਿਜ਼ਮ ਹੈਗਾ। ਬਟ ਜਿਹੜੇ ਬਾਕੀ ਵਾਇਰਸਸ ਨੇ ਉਹਦੇ ਕੰਪੈਰੀਟਿਵਲੀ SARS-CoV-2 ਕਾਫੀ ਕੰਪਲਿਕੇਟਡ ਹੈ। ਇਹੀ ਇੱਕ ਵਜ੍ਹਾ ਹੈਗੀ ਹੈ ਕਿ ਸਾਇੰਸ ਨੂੰ ਇੰਨਾ ਸਮਾਂ ਲੱਗਿਆ ਉਹਦੇ ਡਾਇਗਨੋਸਟਿਕ ਟੈਸਟ ਲੈ ਕੇ ਆਉਣ ਦਾ ਜਾਂ ਇਹਨੂੰ ਸਮਝਣ ਦਾ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਵਾਇਰਸਸ ਜਿਹੜੇ ਨੇ, SARS-CoV-2 ਨਹੀਂ, ਕੋਈ ਵੀ ਵਾਇਰਸ ਜਿਹੜਾ ਹੈਗਾ ਬਹੁਤ ਛੇਤੀ ਮਿਊਟੇਟ ਕਰਦਾ ਹੈ। ਉਹਦਾ ਰੀਜ਼ਨ ਸੇਮ ਉਹੀ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ, ਇੱਕ ਬਾਡੀ ਤੋਂ ਦੂਸਰੀ ਬਾਡੀ 'ਚ ਗਿਆ, ਉਹਦਾ ਮੈਕੈਨਿਜ਼ਮ ਜਾਂ ਮਸ਼ੀਨਰੀ ਯੂਜ਼ ਕਰਨੀ ਹੈ, ਸੋ ਉਹਨੂੰ ਆਪਣੇ 'ਚ ਚੇਂਜਸ ਕਰਨੇ ਪੈਂਦੇ ਨੇ। ਸੋ ਉਵੇਂ ਹੁਣ ਚਾਈਨਾ ਤੋਂ ਸ਼ੁਰੂ ਹੋਇਆ, ਵੂਹਾਨ ਤੋਂ, ਉੱਥੋਂ ਕਿਹੜੇ ਮੁਲਕ 'ਚ ਕਿਹੜੇ ਡਿਫਰੈਂਟ ਹਿਊਮਨ ਰੇਸਿਸ ਦੇ ਵਿੱਚ ਗਿਆ। ਸੋ ਇਹਦੇ 'ਚ ਕਾਫੀ ਚੇਂਜਸ ਆ ਰਹੇ ਨੇ। ਸੋ ਐਜ਼ ਅ ਸਾਇੰਟਿਸਟ ਜਾਂ ਜਿਹੜੇ ਬੰਦੇ ਨੂੰ ਇਸ ਚੀਜ਼ ਦੀ ਬਾਰੇ ਪਤਾ ਹੈਗਾ, ਸਾਨੂੰ ਇਹ ਕੰਸਰਨ ਹੈ ਕਿ ਜਿਹੜੀ ਵੈਕਸੀਨ ਅਸੀਂ ਇੱਥੇ ਡਿਵੈਲਪ ਕਰ ਰਹੇ ਹਾਂ ਜਾਂ ਜਿਹੜੀ ਵੈਕਸੀਨ ਚਾਈਨਾ 'ਚ ਡਿਵੈਲਪ ਹੋਈ ਹੈ, ਹੋ ਸਕਦਾ ਹੈ ਕਿ ਉਹ ਵੈਕਸੀਨ ਸਾਡੀ ਪੋਪੂਲੇਸ਼ਨ ਤੇ ਕੰਮ ਹੀ ਨਾ ਕਰੇ, ਕਿਉਂਕਿ ਵਾਇਰਸ 'ਚ ਕਿੰਨੇ ਚੇਂਜਸ ਹੋ ਗਏ ਸਾਨੂੰ ਪਤਾ ਹੀ ਨਹੀਂ। ਅਸੀਂ ਤਾਂ ਚਾਈਨਾ ਦਾ ਡੇਟਾ ਲੈ ਕੇ ਚੱਲ ਰਹੇ ਹਾਂ। ਸੋ ਇਸ ਕਰਕੇ ਆਪਣਾ ਡੇਟਾ ਤੇ ਆਪਣੀ ਪੋਪੂਲੇਸ਼ਨ ਦੇ ਵਿੱਚ ਐਗਜ਼ੈਕਟਲੀ ਉਸ ਵਾਇਰਸ ਦੇ ਵਿੱਚ ਕੀ ਚੇਂਜਸ ਹੋਏ ਨੇ, ਉਹ ਸਾਰਾ ਕੋਡ ਸਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵਕਤ, ਜੇ ਆਪਾਂ ਫਾਸਟ ਪ੍ਰੋਗਰੈਸ ਕਰਨਾ ਹੈਗਾ ਵੈਕਸੀਨ ਡਿਵੈਲਪਮੈਂਟ ਲਈ। ਸੋ ਉਹੀ ਕੰਮ ਮੈਨੂੰ ਕਰਨ ਦਾ ਮੌਕਾ ਮਿਲਿਆ, ਸਪੈਸ਼ਲੀ ਜਿਹੜਾ ਇੱਕ ਸਾਡਾ ਗਲੋਬਲ ਲੈਵਲ ਤੇ ਗਲੋਬਲ ਪੱਧਰ ਤੇ ਪ੍ਰੋਜੈਕਟ ਚੱਲਦਾ ਹੈ, ਜਿਹਦੇ ਵਿੱਚ ਕਿ ਅਸੀਂ ਬੈਟਸ ਤੇ ਪੈਂਗੋਲਿਨਸ ਤੇ ਵਾਈਲਡ ਐਨੀਮਲਸ ਦੇ ਡੀਐਨਏ ਦੀਆਂ ਸੀਕੁਐਂਸਸ ਦੁਨੀਆ ਨੂੰ ਅਵੇਲੇਬਲ ਕਰਾਉਣੇ, ਡੀਐਨਏ ਜ਼ੂ। ਤੇ ਜਿਹੜਾ ਡੀਐਨਏ ਜ਼ੂ ਪ੍ਰੋਜੈਕਟ ਹੈਗਾ, ਇਹ ਜਿਹੜਾ ਸ਼ੁਰੂਆਤ ਇਹਦੀ ਹੋਈ ਸੀ ਬੇਲਰ ਕਾਲਜ ਆਫ ਮੈਡੀਸਨ ਟੈਕਸਸ ਦੇ ਵਿੱਚ। ਏਡਨ ਲੈਬ ਹੈ, ਪ੍ਰੋਫੈਸਰ ਐਰਿਸ ਏਡਨ ਲੇਬਰਮੈਨ, ਉਹਨਾਂ ਦੇ ਨਾਲ ਮੈਂ ਉਹਨਾਂ ਦੇ ਨਾਲ ਕੰਮ ਕਰ ਰਹੀ ਹਾਂ 2016 onwards। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਸਿੱਖੀਆਂ ਤੇ ਉਹਨਾਂ ਦੇ ਨਾਲ ਹੀ ਡੀਐਨਏ ਜ਼ੂ ਪ੍ਰੋਜੈਕਟ ਸਟਾਰਟ ਹੋਇਆ ਸੀ 2018 ਦੇ ਵਿੱਚ। ਤੇ ਮੈਂ 2019 ਦੇ ਵਿੱਚ ਡੀਐਨਏ ਜ਼ੂ ਆਸਟ੍ਰੇਲੀਆ ਲਾਂਚ ਕੀਤਾ ਲਾਸਟ ਈਅਰ, ਜਿਹੜਾ ਕਿ ਸਾਡਾ ਮੇਨ ਕੀ ਪ੍ਰੋਜੈਕਟ ਬਣਿਆ। ਤੇ ਹੁਣ ਅਸੀਂ ਉਸ ਪ੍ਰੋਜੈਕਟ ਦੇ ਅੰਦਰ ਹੀ ਜਿਹੜੀ ਟੈਕਨੋਲੋਜੀ ਅਸੀਂ ਡਿਵੈਲਪ ਕੀਤੀ ਸੀ, ਬਹੁਤ ਹੀ ਕੁਇਕਲੀ ਡੀਐਨਏ ਨੂੰ ਡੀਕੋਡ ਕਰਨਾ ਤੇ ਐਕਿਊਰੇਟ, ਬਹੁਤ ਹੀ ਜ਼ਿਆਦਾ ਵੈਰੀ ਹਾਈ ਐਕਿਊਰੇਸੀ ਦੇ ਨਾਲ ਅਸੀਂ ਸੇਮ ਟੈਕਨੋਲੋਜੀ ਨੂੰ ਰੀਪਰਪਸ ਕਰਕੇ, ਜਦੋਂ ਹੁਣ ਕਰੋਨਾ ਵਾਇਰਸ ਦਾ ਐਪੀਸੋਡ ਹੋਇਆ ਤੇ ਕਰੋਨਾ ਵਾਇਰਸ ਦੇ ਜਿੰਨੇ ਵੀ ਸਟ੍ਰੇਨਸ ਸਾਨੂੰ ਮਿਲ ਸਕੇ, ਅਸੀਂ ਉਹਨਾਂ ਨੂੰ ਡੀਕੋਡ ਕੀਤਾ। ਤੇ ਅਸੀਂ ਦੇਖ ਰਹੇ ਹਾਂ ਕਿ ਕਾਫੀ ਵੇਰੀਏਸ਼ਨ ਹੈਗੀ ਹੈ ਤੇ ਅਸੀਂ ਉਹਨੂੰ ਹੋਰ ਫਰਦਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਵੇਲੇਬਲ ਕਰਾ ਰਹੇ ਹਾਂ ਉਹ ਲੈਬਸ ਜਿਹੜੀਆਂ ਕਿ ਵੈਕਸੀਨ ਦੇ ਲਈ ਕੰਮ ਕਰ ਰਹੀਆਂ ਨੇ, ਤਾਂ ਕਿ ਉਹਨਾਂ ਕੋਲ ਲੋਕਲ ਡੇਟਾ ਹੋਵੇ ਆਸਟ੍ਰੇਲੀਆ ਦਾ, ਤੇ ਜਿਹੜੀਆਂ ਯੂਐਸ 'ਚ ਕਰ ਰਹੀਆਂ ਨੇ ਉਹਨਾਂ ਕੋਲ ਯੂਐਸ ਦਾ ਲੋਕਲ ਡੇਟਾ ਹੋਵੇ। ਬਿਲਕੁਲ ਜੀ, ਮੈਂ ਬੜੀ ਸਰਲ ਭਾਸ਼ਾ 'ਚ ਸਾਰਾ ਸਮਝ ਆਈ ਹੈ। ਪਰ ਮੈਨੂੰ ਮੈਂ ਜਿਵੇਂ ਤੁਸੀਂ ਇੱਕ ਸਾਇੰਟਿਸਟ ਹੋ, ਮੈਂ ਇੱਕ ਟੈਕਨੀਕਲ ਪਰਸਨ ਹਾਂ, ਮੈਨੂੰ ਇੰਨੀ ਸਮਝ ਆਈ ਵੀ ਜੇ ਹੁਣ ਮੰਨ ਲਈਏ ਵੀ ਇੱਕ ਜਿਹੜਾ ਬੰਦਾ ਹਿਊਮਨ ਦਾ ਡੀਐਨਏ, ਉਹ ਇੱਕ ਟਰੈਕਟਰ ਦਾ ਡੀਐਨਏ ਆ, ਤੇ ਉਦੋਂ ਬਾਅਦ ਇੱਕ ਟਰੈਕਟਰ ਦਾ ਇੰਜਨ ਬਣਨਾ, ਤੇ ਜੇ ਉਦੋਂ ਬਾਅਦ ਕਣਕ ਦਾ ਤਾਂ ਟਰੱਕ ਦਾ, ਪਰ ਕਰੋਨਾ ਤਾਂ ਫਿਰ ਸਕੂਟਰ ਦਾ ਇੰਜਨ ਠੀਕ ਕਰਨ ਜੋਗ ਰਹੀ ਆ, ਇੰਨਾ ਕੀ ਡੀਐਨਏ ਆ। ਸੋ ਟੈਕਨੀਕਲ ਭਾਸ਼ਾ 'ਚ ਮੈਂ ਜਿਹੜਾ ਹਾਂ ਜੀ ਬਿਲਕੁਲ। ਸੋ ਇਹ ਤੁਸੀਂ ਇਹਦਾ ਡੀਐਨਏ ਅਨਕੋਡ ਕਰ ਰਹੇ ਹੋ, ਤੁਸੀਂ ਆਪਦਾ ਯੋਗਦਾਨ ਪਾ ਰਹੇ ਹੋ। ਇਸ ਟਾਈਮ ਬਹੁਤ ਵੱਡੀ ਲੋੜ ਆ ਕਿ ਕਿਸੇ ਵੀ ਰੂਪ 'ਚ ਜੇ ਕੋਈ ਇੱਕ ਦੂਜੇ ਤੇ ਅਸੀਂ ਕੰਮ ਆ ਸਕੀਏ, ਤਾਂ ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਜਿਹੜਾ ਤੁਸੀਂ ਦੱਸਿਆ ਵੀ ਵਾਕਈ ਇਹ ਟਰੈਵਲ ਕਰਦਾ ਕਰਦਾ ਪਤਾ ਨਹੀਂ ਇਹਦਾ ਕੀ ਰੂਪ ਬਣ ਚੁੱਕਿਆ, ਤੇ ਉਹ ਤੁਸੀਂ ਜਿਹੜਾ ਦੱਸ ਰਹੇ ਹੋ ਬਹੁਤ ਵਾਕਈ ਇੱਕ ਨਵੀਂ ਤੇ ਵਧੀਆ ਜਾਣਕਾਰੀ ਹੈ, ਜਿਹਦੇ ਨਾਲ ਸਾਨੂੰ ਥੋੜਾ ਜਿਹਾ ਹੋਰ ਕੌਨਫੀਡੈਂਸ ਮਿਲਿਆ ਵੀ ਹਾਂ ਸਾਡੀ ਕੇਅਰ ਹੋ ਰਹੀ ਹੈ, ਸਾਡੇ ਬਾਰੇ 'ਚ ਸੋਚਿਆ ਜਾ ਰਿਹਾ। ਸੋ ਇਸ ਤੋਂ ਬਾਅਦ ਆਪਾਂ ਜੇ ਗੱਲਬਾਤ ਨੂੰ ਅੱਗੇ ਲੈ ਕੇ ਜਾਣੇ ਆ, ਗੱਲਬਾਤ ਨੂੰ ਆਪਾਂ ਸਮੇਟਣ ਤੋਂ ਪਹਿਲਾਂ
ਥੋੜੀ ਜੀ ਮੈਂ ਇੱਕ ਤਾਂ ਜਿਹੜੀ ਗੱਲ ਕਰਨੀ ਚਾਹਾਂਗਾ ਫੈਮਿਲੀ ਦੀ। ਤੁਸੀਂ ਦੱਸਿਆ ਵੀ ਮੈਂ ਫੈਮਿਲੀ ਨਾਲ ਕਿਵੇਂ ਨਾ ਕਿਵੇਂ ਵੀ ਉਹਨਾਂ ਨੂੰ ਕਰ ਰਹੀ ਆ, ਵੀ ਦੋਨੇ ਚੀਜ਼ਾਂ ਨਿਭਾ ਰਹੇ ਆ। ਬਹੁਤ ਔਖਾ ਹੁੰਦਾ ਇਸ ਲੈਵਲ ਤੇ ਆ ਕੇ, ਐਡੇ ਪੱਧਰ ਤੇ ਆ ਕੇ ਗੱਲ ਕਰਨੀ, ਫਿਰ ਉਦੋਂ ਉਹਨੂੰ ਆਪਦੇ ਰੂਟਸ ਵੀ ਬਚਾ ਕੇ ਰੱਖਣੇ, ਆਪਦੀ ਫੈਮਿਲੀ ਨੂੰ ਵੀ ਬਚਾ ਕੇ ਰੱਖਣਾ, ਉਹਨਾਂ ਦੀ ਕੇਅਰ ਵੀ ਕਰਨੀ। ਤੇ ਉਸ ਮਾਮਲੇ 'ਚ ਮੈਂ ਜਿੱਥੇ ਦੇਖਿਆ ਵੀ ਤੁਸੀਂ ਰੂਟ ਸਾਹਿਬ ਦੇ ਬਚਾਏ ਹੋਏ ਆ, ਭਾਵੇਂ ਤੁਸੀਂ ਉਹਦੇ 'ਚ ਪੜ੍ਹੇ ਹੋ, ਆਰਮੀ ਸਕੂਲਾਂ 'ਚ ਪੜ੍ਹੇ ਹੋ, ਸਾਰੇ ਕਿਤੇ ਵਧੀਆ ਯੂਨੀਵਰਸਿਟੀਆਂ 'ਚ ਰਹੇ ਹੋ, ਪਰ ਜਦੋਂ ਤੁਸੀਂ ਸਿੰਪਲ ਭਾਸ਼ਾ ਦੇ ਵਿੱਚ ਕਹਿੰਦੇ ਹੋ ਵੀ ਮੈਂ ਲੜ ਫੜ ਲਿਆ ਫਲਾਨੀ ਚੀਜ਼ ਦਾ, ਬੜੀ ਸਾਦੀਆਂ ਜਿਹੀਆਂ ਗੱਲਾਂ ਕਰਦੇ ਹੋ, ਤਾਂ ਉਹ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਨਹੀਂ, ਪੈਰ ਨਹੀਂ ਛੱਡੇ। ਕਿਉਂਕਿ ਅਕਸਰ ਸਾਡੇ ਕੋਲ ਇਹੋ ਜਿਹਾ ਫੋਨ ਆਉਂਦੇ ਆ ਵੀ ਬੱਚੇ ਨੂੰ 4 ਸਾਲ ਹੋਏ ਨਹੀਂ ਹੁੰਦੇ ਆਏ ਨੂੰ, ਆਖਣਗੇ ਮੈਂ ਮੰਗਦਾ ਤੁਹਾਡੇ ਨਾਲ ਗੱਲ ਕਰਨੀ ਮੰਗਦਾ, ਤੇ ਇਦਾਂ ਦੀ ਭਾਸ਼ਾ ਕਰ ਲੈਂਦੇ ਆ ਉਹ। ਇੰਡੀਆ 'ਚ 30 ਸਾਲ ਨੂੰ ਭੁੱਲ ਜਾਂਦੇ ਆ ਉਹ। ਸੋ ਬਹੁਤ ਮਿਹਰਬਾਨੀ, ਪਹਿਲੀ ਗੱਲ ਤਾਂ ਤੁਸੀਂ ਇਹ ਬਚਾਇਆ ਹੋਇਆ। ਫੈਮਿਲੀ ਦੇ ਵਿੱਚ ਜੇ ਗੱਲ ਕਰੀਏ ਤਾਂ ਦੇਖੋ, ਉਸ ਤੋਂ ਬਾਅਦ ਪੇਰੈਂਟਸ ਤੋਂ ਬਾਅਦ ਅਗਲੀ ਜ਼ਿੰਮੇਵਾਰੀ ਆ ਜਾਂਦੀ ਹੈ ਲਾਈਫ ਪਾਰਟਨਰ। ਥੋੜਾ ਜਿਹਾ ਆਪਣੇ ਲਾਈਫ ਪਾਰਟਨਰ ਬਾਰੇ ਵੀ ਦੱਸੋ ਤੇ ਆਪਣੀ ਫੈਮਿਲੀ, ਇੱਥੋਂ ਦੀ ਫੈਮਿਲੀ ਬਾਰੇ ਦੱਸੋ। ਜੀ, ਫੈਮਿਲੀ ਦੀ ਗੱਲ ਕਰੀਏ ਤਾਂ ਅਗੇਨ ਮੈਂ ਕਹੂੰਗੀ ਪਰਮਾਤਮਾ ਦੀ ਬਹੁਤ ਕਿਰਪਾ ਰਹੀ ਹੈਗੀ ਹੈ। ਜਦੋਂ ਮੈਂ ਆਸਟ੍ਰੇਲੀਆ ਆਈ ਉਸ ਤੋਂ 1 ਸਾਲ ਪਹਿਲਾਂ ਮੇਰੇ ਬੈਸਟ ਫਰੈਂਡ ਹੁੰਦੇ ਸੀਗੇ ਅਮਿਤ, ਜਿਹੜੇ ਕਿ ਇਸ ਵਕਤ ਮੇਰੇ ਹਸਬੈਂਡ ਨੇ। ਅਸੀਂ 11ਵੀਂ 12ਵੀਂ ਦੇ ਵਿੱਚ ਟਿਊਸ਼ਨ, ਫਿਜ਼ਿਕਸ ਦੀ ਟਿਊਸ਼ਨ ਤੇ ਇਕੱਠੇ ਪੜ੍ਹਦੇ ਹੁੰਦੇ ਸੀਗੇ। ਤੇ ਦੋਨਾਂ ਨੇ ਮੈਡੀਕਲ ਰੱਖਿਆ ਸੀਗਾ, ਲੇਕਿਨ ਮੈਂ ਐਗਰੀਕਲਚਰ 'ਚ ਚਲੀ ਗਈ ਤੇ ਇਹ ਕੰਪਿਊਟਰਸ ਦੇ ਵਿੱਚ ਚਲੇ ਗਏ, ਤੇ ਇਹਨਾਂ ਨੇ ਚੰਡੀਗੜ੍ਹ ਤੋਂ ਡਿਗਰੀਜ਼ ਕੀਤੀਆਂ। ਇਨ ਟੱਚ ਨਹੀਂ ਰਹੇ ਕਿਉਂਕਿ ਲਾਈਫ ਡਿਫਰੈਂਟ ਪਾਸੇ ਚਲੀ ਗਈ, ਲੇਕਿਨ ਲੜਦੇ ਬਹੁਤ ਹੁੰਦੇ ਸੀ ਟਿਊਸ਼ਨ ਤੇ, ਕੰਪੀਟੀਸ਼ਨ ਬਹੁਤ ਹੁੰਦਾ ਸੀ ਇੱਕ ਦੂਸਰੇ ਦੇ ਨਾਲ। ਤਾਂ ਪਤਾ ਲੱਗਿਆ ਕਿ ਜਦੋਂ ਮੈਂ ਆਸਟ੍ਰੇਲੀਆ ਆਈ ਹਾਂ, ਉਸ ਤੋਂ 2 ਮਹੀਨੇ ਪਹਿਲਾਂ ਇਹ ਵੀ ਆਪਣੀ ਮਾਸਟਰਸ ਐਜੂਕੇਸ਼ਨ ਕਰਨ ਲਈ ਮੈਲਬਨ ਆਏ, ਇਨਫੋਰਮੇਸ਼ਨ ਸਿਸਟਮਸ ਦੇ ਵਿੱਚ। ਤੇ ਉਹ ਕਹਿੰਦੇ ਨੇ ਕਿ ਬਸ ਜਿਹਨੂੰ ਕਹਿੰਦੇ ਨੇ ਕਿ ਆਪਾਂ ਪਾਠ ਕਰਦੇ ਹੈਗੇ, ਉਹਦੇ 'ਚ ਲਿਖਿਆ ਸੰਜੋਗ ਵਿਯੋਗ ਦੋਇ ਕਾਰ ਚਲਾਵੇ, ਲੇਖੇ ਆਵੇ ਭਾਗ। ਤੇ ਇਹ ਤਾਂ ਲਿਖੀਆਂ ਹੋਈਆਂ ਨੇ, ਤੇ ਅਸੀਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀਗਾ ਕਿ ਅਸੀਂ ਜ਼ਿੰਦਗੀ 'ਚ ਦੁਬਾਰਾ ਕਦੇ ਮਿਲਾਂਗੇ 11ਵੀਂ 12ਵੀਂ ਤੋਂ ਬਾਅਦ, ਤੇ ਫਿਰ ਉਹ ਵੀ ਆਸਟ੍ਰੇਲੀਆ ਦੇ ਵਿੱਚ ਆਪਣੀ ਹਾਇਰ ਐਜੂਕੇਸ਼ਨ ਕਰਦੇ ਹੋਏ। ਤੇ ਸੋ ਉਹ ਚੀਜ਼ ਅੱਗੇ ਵੱਧ ਸਕੀ, ਇੱਕ ਰਿਸ਼ਤਾ ਬਣਿਆ। ਉਹ ਪੇਰੈਂਟਸ ਨੂੰ ਮੈਂ ਕਹੂੰਗੀ ਕਿ ਉਹਨਾਂ ਨੇ ਜ਼ਿੰਦਗੀ 'ਚ ਬਹੁਤ ਵਿਸ਼ਵਾਸ ਕੀਤਾ, ਮੇਰੇ ਫਾਦਰ ਸਾਹਿਬ ਨੇ, ਮੰਮਾ ਨੇ, ਜਿਨ੍ਹਾਂ ਨੇ ਸਾਨੂੰ ਹਾਇਰ ਐਜੂਕੇਸ਼ਨ ਲਈ ਯੂਨੀਵਰਸਿਟੀਜ਼ 'ਚ ਅਸੀਂ ਹੋਸਟਲ 'ਚ ਰਹੇ। ਉਸ ਤੋਂ ਵੀ ਵੱਡੀ ਗੱਲ, ਇੱਕ ਬਿਲਕੁਲ ਸਟ੍ਰੇਂਜ ਮੁਲਕ ਦੇ ਵਿੱਚ ਮੈਨੂੰ ਇਕੱਲੇ ਭੇਜ ਦਿੱਤਾ। ਇੱਕ ਕੌਨਫੀਡੈਂਸ ਸੀਗਾ ਕਿ ਔਰ ਬਾਕੀ ਆਈ ਥਿੰਕ ਪੇਰੈਂਟਸ ਆਪਣੇ ਬੱਚਿਆਂ ਨੂੰ ਜਾਣਦੇ ਹੁੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਮੇਰੇ ਡੈਡੀ ਜੀ ਨੂੰ ਪਤਾ ਹੈਗਾ ਕਿ ਇਹ ਬਸ ਇਹਦਾ ਦਿਮਾਗ ਇੱਧਰ ਲੱਗਿਆ ਹੋਇਆ ਹੈ, ਇਹਨੂੰ ਰੋਟੀ ਦੀ ਸੁਰਤ ਨਹੀਂ ਰਹਿੰਦੀ, ਇਹਨੂੰ ਪਤਾ ਹੀ ਨਹੀਂ ਕਿ ਮੈਂ ਖਾਧਾ, ਮੈਂ ਨਹੀਂ ਪੀਤਾ, ਕੁਛ ਨਹੀਂ ਪਤਾ ਲੱਗਦਾ। ਸੋ ਪੇਰੈਂਟਸ ਦਾ ਜਿਹੜਾ ਵਿਸ਼ਵਾਸ ਹੈਗਾ, ਉਹ ਫੰਗ ਬਣ ਜਾਂਦੇ ਨੇ ਬੱਚਿਆਂ ਦੇ, ਤੇ ਬਹੁਤ ਜ਼ਰੂਰੀ ਆਈ ਵੁੱਡ ਸੇ ਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਹਮੇਸ਼ਾ ਭਰੋਸਾ ਕੀਤਾ। ਜੇ ਕਿਹਾ ਨਹੀਂ ਡੈਡੀ ਜੀ ਇਹ ਹੋ ਸਕਦਾ, ਆਪਾਂ ਕਰ ਸਕਦੇ, ਤੇ ਉਹ ਨਾਲ ਖੜ ਜਾਂਦੇ ਆ ਕੇ। ਤੇ ਉਹਦੇ ਨਾਲ ਇੱਕ ਇਹੋ ਜਿਹੀ એનર્ਜੀ ਆ ਜਾਂਦੀ ਹੈ ਕਿ ਹਾਂ ਹੁਣ ਤਾਂ ਕਰਨਾ ਹੀ ਹੈ ਨਾ, ਡੈਡੀ ਨੇ ਕਹਿਤਾ, ਮੰਮੀ ਨੇ ਕਹਿਤਾ ਕਿ ਹਾਂ ਚਲੋ ਕਰੋ, ਇਹ ਕਰਨਾ ਹੈ ਆਪਾਂ। ਤੇ ਸੇਮ ਚੀਜ਼ ਮੈਂ ਕਹੂੰਗੀ ਮੇਰੇ ਹਸਬੈਂਡ 'ਚ ਵੀ ਹੈਗੀ ਹੈ, ਕਿਉਂਕਿ ਅਸੀਂ ਇਕੱਠੇ ਪੜ੍ਹੇ ਸੀ, ਉਹ ਇੱਕ ਜਰਨੀ ਦੇਖੀ ਹੋਈ ਹੈਗੀ ਹੈ, ਤੇ ਇੱਕ ਦੂਸਰੇ ਦਾ ਪੈਸ਼ਨ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ। ਸੋ ਇੱਕ ਫਰੈਂਡਸ਼ਿਪ ਜਿਹੜੀ ਰਹੀ ਹੈ, ਇੱਕ ਜਿਹੜਾ ਵਿਸ਼ਵਾਸ ਹੈਗਾ ਤੇ ਇੱਕ ਦੂਸਰੇ ਦੀ ਬੈਕਿੰਗ ਕਰਨੀ, ਆਈ ਥਿੰਕ ਉਹ ਬਹੁਤ ਲੰਬਾ ਲਾਈਕ ਤੁਹਾਨੂੰ ਡੇ ਟੂ ਡੇ ਲਾਈਫ ਦੇ ਵਿੱਚ ਬਹੁਤ ਮਹਿਸੂਸ ਹੁੰਦਾ ਹੈ। ਸੋ ਮੈਂ ਕਹੂੰਗੀ ਕਿ ਬਹੁਤ ਕਿਰਪਾ ਰਹੀ ਹੈ ਪਰਮਾਤਮਾ ਦੀ ਕਿ ਇਹ ਸਾਰੇ ਜਿਹੜੇ ਡਾਟਸ ਕਨੈਕਟ ਹੋ ਸਕੇ ਨੇ, ਸਿਰਫ ਕਰੀਅਰ ਵਾਈਜ਼ ਨਹੀਂ, ਪਰ ਫੈਮਿਲੀ ਦਾ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਮੈਂ ਰਾਤ ਨੂੰ 2-2 ਵਜੇ ਤੱਕ ਲੈਬ 'ਚ ਕੰਮ ਕਰਦੀ ਹਾਂ। ਕਈ ਵਾਰੀ ਮੇਰੇ ਸਟੂਡੈਂਟਸ ਮੈਨੂੰ ਸ਼ਨੀਵਾਰ ਐਤਵਾਰ ਨੂੰ ਵੀ ਫੋਨ ਕਰਕੇ ਕਹਿ ਦਿੰਦੇ ਨੇ ਕਿ ਆਹ ਪ੍ਰੋਬਲਮ ਆ ਗਈ, ਸਾਨੂੰ ਨਹੀਂ ਪਤਾ ਕੀ ਕਰਨਾ, ਤੇ ਮੈਂ ਸਾਰਾ ਕੁਝ ਛੱਡ ਕੇ ਚਲੀ ਜਾਂਦੀ ਹਾਂ। ਤੇ ਪਿੱਛੋਂ ਮੇਰੇ ਹਸਬੈਂਡ, ਕੁਦਰਤੀ ਮੇਰਾ ਬ੍ਰਦਰ ਵੀ, ਮੇਰਾ ਛੋਟਾ ਬ੍ਰਦਰ ਹੈ, ਮੇਰੇ ਤੋਂ 5 ਸਾਲ ਛੋਟਾ। ਉਹਨੇ ਇੰਜੀਨੀਅਰਿੰਗ ਕੀਤੀ ਸੀਗੀ, ਕਿਉਂਕਿ ਉਹਨੂੰ ਲੱਗਦਾ ਸੀ ਕਿ ਮੈਂ ਬਹੁਤ ਪੜ੍ਹਦੀ ਹਾਂ ਤੇ ਬਾਇਓਲੋਜੀ ਕਰਕੇ ਬਹੁਤ ਪੜ੍ਹਨਾ ਪੈਂਦਾ, ਤਾਂ ਉਹਨੇ ਸੋਚਿਆ ਕਿ ਸ਼ਾਇਦ ਇੰਜੀਨੀਅਰਿੰਗ ਸੌਖੀ ਹੋਊਗੀ, ਤੇ ਉਹਨੇ ਨਾਨ ਮੈਡੀਕਲ ਰੱਖਿਆ। ਪਰ ਉਹ ਅਸੀਂ ਇੱਥੇ ਬਹੁਤ ਲੱਕੀ ਰਹੇ ਕਿ ਜਦੋਂ ਮੈਂ ਆਈ ਤੇ ਉਹਨੂੰ ਵੀ ਇੱਥੇ ਸਕਾਲਰਸ਼ਿਪ ਮਿਲੀ, ਤੇ ਉਹਨੇ ਵੀ ਇੰਜੀਨੀਅਰਿੰਗ ਕੀਤੀ। BHP ਬੁਲੇਟਿਨ ਦੇ ਨਾਲ ਉਹ ਕੰਮ ਕਰਦਾ ਹੈਗਾ, ਤੇ ਹੀ ਇਜ਼ ਅ ਸੀਨੀਅਰ ਪੈਟਰੋਲੀਅਮਸ ਜਿਹੜਾ ਸੁਪਰਵਾਈਜ਼ਰ ਹੈਗਾ BHP ਬੁਲੇਟਿਨ 'ਚ। ਤੇ ਅਸੀਂ ਘਰ ਇਕੱਠੇ ਬਣਾਏ ਮੰਮੀ ਡੈਡੀ, ਤਾਂ ਕਿ ਅਸੀਂ ਇਕੱਠੇ ਰਹਿ ਸਕੀਏ। ਸੋ ਉਸ ਚੀਜ਼ ਦਾ ਬਹੁਤ ਫਾਇਦਾ ਹੋਇਆ, ਕਿਉਂਕਿ ਤੁਹਾਡੀ ਫੈਮਿਲੀ, ਤੁਸੀਂ ਜ਼ਿੰਦਗੀ 'ਚ ਜਿੰਨੀ ਮਰਜ਼ੀ ਤਰੱਕੀ ਕਰ ਲਓ, ਤੁਸੀਂ ਉਹੀ ਆਪਣੇ ਪੇਰੈਂਟਸ ਦੇ ਲਈ ਉਹੀ ਬੱਚੇ ਰਹਿੰਦੇ ਹੋ, ਤੇ ਆਪਣੇ ਬ੍ਰਦਰ ਸਿਸਟਰਸ ਦੇ ਨਾਲ ਤੁਸੀਂ ਕਦੇ ਵੀ ਲਾਈਕ ਫੜਾ ਨਹੀਂ ਮਾਰ ਸਕਦੇ, ਉਹ ਤੁਹਾਨੂੰ ਗਰਾਊਂਡਡ ਰੱਖਦੇ ਨੇ। ਸੋ ਆਈ ਥਿੰਕ ਦੈਟ
ਉਹਦੀ ਵਜ੍ਹਾ ਨਾਲ ਸ਼ਾਇਦ ਲਾਈਕ ਤੁਸੀਂ ਦੇਖ ਮੈਂ ਸੋਚ ਸਕਦੀ ਹਾਂ ਕਿ ਲਾਈਕ ਮੇਬੀ ਉਸ ਚੀਜ਼ ਦਾ ਕੋਈ ਇਫੈਕਟ ਹੋਵੇ ਤੇ ਪਰ ਦੈਟ ਇਜ਼ ਮੈਂ ਕਹੂੰਗੀ ਕਿ ਮੇਰੀ ਪ੍ਰਾਈਵੇਟ ਲਾਈਫ ਜਿਹੜੀ ਹੈਗੀ ਹੈ ਜਾਂ ਪਰਸਨਲ ਲਾਈਫ ਹੈ ਪਰ ਬਹੁਤ ਯੋਗਦਾਨ ਹੈ ਮੰਮੀ ਡੈਡੀ ਬ੍ਰਦਰ ਦਾ ਛੋਟੇ ਛੋਟੇ ਆਈਡੀਆਜ਼ ਮੈਂ ਜਾ ਕੇ ਸਾਰਿਆਂ ਨਾਲ ਗੱਲਾਂ ਕਰਕੇ ਪੁੱਛਦੀ ਹਾਂ ਅੱਛਾ ਏਦਾਂ ਕਰੀਏ ਤਾਂ ਕੀ ਹੋਊਗਾ ਉਹਨਾਂ ਨੂੰ ਚਾਹੇ ਸਮਝ ਆਉਂਦੀ ਚਾਹੇ ਨਹੀਂ ਆਉਂਦੀ ਪਰ ਉਹ ਪੂਰਾ ਲਾਈਕ ਧਿਆਨ ਨਾਲ ਸੁਣਦੇ ਨੇ ਤੇ ਹੁੰਗਾਰਾ ਭਰਦੇ ਨੇ ਕਿ ਹਾਂ ਹਾਂ ਨਹੀਂ ਤੂੰ ਕਰ ਸਕਦੀ ਹੈ ਲੇਕਿਨ ਜਦੋਂ ਉਹ ਕਹਿੰਦੇ ਨੇ ਕਿ ਕਰ ਸਕਦੀ ਹੈ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਉਸ ਚੀਜ਼ ਦਾ ਇਹ ਐਕਚੁਅਲੀ ਇਹਦੇ ਨਾਲ ਇੱਕ ਬਹੁਤ ਛੋਟੀ ਜਿਹੀ ਕਹਾਣੀ ਹੈ ਜਿਹੜੀ ਮੈਂ ਸ਼ੇਅਰ ਕਰਨਾ ਚਾਹੂੰਗੀ ਮੈਂ ਜਿਵੇਂ ਤੁਸੀਂ ਕਿਹਾ ਕਿ 2013 ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਸ ਟਾਈਮ ਮੈਨੂੰ ਅਵਾਰਡ ਮਿਲਿਆ ਸੀ ਸਾਇੰਸ ਐਂਡ ਇਨੋਵੇਸ਼ਨ ਅਵਾਰਡ ਤੇ ਉਸੇ ਸਾਲ ਮੇਰੇ ਬ੍ਰਦਰ ਦੀ ਮੈਰਿਜ ਹੋਈ ਸੀ ਇੰਡੀਆ ਗਏ ਹੋਏ ਸੀਗੇ ਤੇ ਜਦੋਂ ਕਿ ਕੀ ਹੈਪਨ ਟੂ ਅਸ ਉਹ ਜ਼ਿੰਦਗੀ ਦਾ ਇੱਕ ਇਹੋ ਜਿਹਾ ਮੌਕਾ ਸੀਗਾ ਕਿ ਇੱਧਰ ਕਰੀਅਰ ਪਿਕਅਪ ਕਰ ਰਿਹਾ ਸੀ ਫੈਮਿਲੀ ਸਟਾਰਟ ਹੋਈ ਤੇ ਸਮਝ ਨਹੀਂ ਆ ਰਿਹਾ ਸੀਗਾ ਕਿ ਕਿਵੇਂ ਕਰਨਾ ਇਹ ਸਾਰਾ ਕੁਝ ਮੈਨੂੰ ਜਿਹੜਾ ਸਾਇੰਸ ਐਂਡ ਇਨੋਵੇਸ਼ਨ ਅਵਾਰਡ ਹੈ ਉਹਦੇ ਵਿੱਚ ਫੈਲੋਸ਼ਿਪ ਮਿਲੀ ਸੀਗੀ ਕਿ ਮੈਂ ਦੁਨੀਆ ਦੇ ਡਿਫਰੈਂਟ ਮੁਲਕ ਦੇ ਵਿੱਚ ਜਾ ਕੇ ਰਿਸਰਚ ਕਰਨੀ ਸੀ ਜਿਵੇਂ ਜਾਪਾਨ ਕੈਨੇਡਾ ਅਮਰੀਕਾ ਸਾਰੀ ਜਗ੍ਹਾ ਤੇ ਬੀਇੰਗ ਅ ਮਦਰ ਤੁਸੀਂ ਜਸਟ ਹੈਡ ਅ ਬੇਬੀ ਤੁਸੀਂ ਹੁਣ ਕਿਵੇਂ ਸੋਚ ਸਕਦੇ ਹੋ 6 ਮਹੀਨੇ ਦੀ ਛੁੱਟੀ ਮਿਲਦੀ ਹੈ ਲੇਕਿਨ ਮੈਂ 2 ਹਫ਼ਤੇ ਬਾਅਦ ਲੈਬ 'ਚ ਸੀਗੀ ਕਿਉਂਕਿ ਛੱਡ ਲਾਈਕ ਕੋਈ ਮਜਬੂਰੀ ਨਹੀਂ ਸੀਗੀ ਲੇਕਿਨ ਜਿਹੜੀ ਚੀਜ਼ ਨੂੰ ਤੁਸੀਂ ਜਿਹੜਾ ਬੂਟਾ ਤੁਸੀਂ ਲਾਇਆ ਉਹਨੂੰ ਤੁਸੀਂ ਉਸ ਵਕਤ ਨਹੀਂ ਛੱਡ ਸਕਦੇ ਜਦੋਂ ਕਿ ਉਹਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ ਤੇ ਤੁਹਾਨੂੰ ਓਪਰਚੁਨਿਟੀ ਮਿਲੀ ਹੈ ਸੋ ਮੈਂ ਕਹੂੰਗੀ ਕਿ ਉਸ ਟਾਈਮ ਮੇਰੇ ਹਸਬੈਂਡ ਤੇ ਮੇਰੇ ਇਨ-ਲॉज ਮੇਰੇ ਮਦਰ ਉਹ ਸਾਰੇ ਇਕੱਠੇ ਹੋ ਕੇ ਮੇਰੇ ਪਿੱਛੇ ਆ ਕੇ ਖੜ ਗਏ ਕਹਿੰਦੇ ਦੇਖੋ ਕੋਈ ਗੱਲ ਨਹੀਂ ਇਹ ਵੀ ਬਹੁਤ ਅੱਛਾ ਫੇਜ਼ ਹੈ ਲੇਕਿਨ ਜੋ ਤੂੰ ਕਰਨਾ ਚਾਹਨੀ ਹੈ ਜੇ ਤੂੰ ਨਹੀਂ ਕੀਤਾ ਤਾਂ ਤੂੰ ਸਾਰੀ ਜ਼ਿੰਦਗੀ ਰਿਗਰੈਟ ਕਰੇਂਗੀ ਕਿ ਮੈਂ ਕਾਸ਼ ਕਰ ਲੈਂਦੀ ਸੋ ਮੈਂ ਕਹੂੰਗੀ ਕਿ ਮੈਂ ਕਦੇ ਨਹੀਂ ਕਰ ਸਕਦੀ ਸੀ ਜੇ ਉਸ ਟਾਈਮ ਮੈਨੂੰ ਉਹ ਸਪੋਰਟ ਨਾ ਮਿਲੀ ਹੁੰਦੀ ਮੈਂ ਆਪਣਾ ਬੱਚਾ 3 ਮਹੀਨੇ ਦਾ ਛੱਡ ਕੇ ਜਾਪਾਨ ਚਲੀ ਗਈ ਸੀਗੀ ਤੇ ਉਸ ਟਾਈਮ ਮੈਂ ਚਾਰੇ ਦੀ ਜਿਹੜੇ ਡੀਐਨਏ ਡੀਕੋਡ ਕਰ ਰਹੀ ਸੀਗੀ ਤੇ ਉਹ ਉਸ ਟਾਈਮ ਔਖਾ ਸੀ ਪਰ ਮੈਂ ਹੁਣ ਸੋਚਦੀ ਹਾਂ ਹੁਣ ਆਕੀ ਮੇਰੀ ਹਰੇਕ ਲੈਕਚਰ 'ਚ ਬੈਠਦਾ ਹੈ ਮੇਰੇ ਸਾਰੇ ਨਾਲ ਮੇਰੇ ਕਾਨਫਰੰਸ 'ਚ ਮੇਰੇ ਨਾਲ ਜਾਂਦਾ ਹੈ ਤੇ ਬਹੁਤ ਅੱਛਾ ਮਹਿਸੂਸ ਹੁੰਦਾ ਹੈ ਕਿਉਂਕਿ ਆਈ ਥਿੰਕ ਮੇਰੇ ਮੰਮੀ ਨੇ ਉਸ ਟਾਈਮ ਸਹੀ ਕਿਹਾ ਸੀ ਕਹਿੰਦੇ ਅਜੇ ਇੰਨਾ ਛੋਟਾ ਇਹਨੂੰ ਪਤਾ ਨਹੀਂ ਲੇਕਿਨ ਕੱਲ ਨੂੰ ਜਦ ਇਹਨੇ ਤੈਨੂੰ ਦੇਖਣਾ ਹੈ ਕਿ ਕੁਝ ਅੱਛਾ ਕੰਮ ਕਰ ਰਹੇ ਹੋ ਤੁਸੀਂ ਤਾਂ ਉਸ ਚੀਜ਼ ਨਾਲ ਬੱਚੇ ਨੂੰ ਜ਼ਿਆਦਾ ਪ੍ਰਾਊਡ ਹੁੰਦਾ ਆਪਣੇ ਪੇਰੈਂਟਸ ਦੇ ਉੱਤੇ ਪਰ ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਕਿ ਹੁਣ ਮੈਂ ਪੂਰਾ ਟਾਈਮ ਉਹਨੂੰ ਦੇਵਾਂ ਤੇ ਹੁਣ ਉਹ ਪਹਿਲੀ ਕਲਾਸ 'ਚ ਹੈ ਇਸ ਟਾਈਮ 6.5 ਸਾਲ ਦਾ ਹੈ ਅਕਸ਼ਰ ਉਹਦਾ ਨਾਮ ਹੈ ਤੇ ਡੀਐਨਏ ਬਾਰੇ ਸਭ ਕੁਝ ਪਤਾ ਹੈ ਤੇ ਉਹ ਆਲਰੇਡੀ ਕਹਿੰਦਾ ਕਿ ਮੈਂ ਸੁਪਰ ਕੰਪਿਊਟਿੰਗ ਸਾਇੰਟਿਸਟ ਬਣਨਾ ਹੈਗਾ ਲਾਈਕ ਨਾਰਮਲ ਨਹੀਂ ਡਿਫਰੈਂਟ ਲੈਵਲ ਤੇ ਹੀ ਜਾ ਰਿਹਾ ਹੈਗਾ ਮਾਰਸ ਦੇ ਉੱਤੇ ਜਾ ਕੇ ਖੋਜ ਕਰਨੀ ਹੈ ਪਰ ਇਹ ਅੱਜ ਕੱਲ ਦੀ ਜਨਰੇਸ਼ਨ ਹੈ ਅਸੀਂ ਇੱਥੇ ਕੀਤੀ ਹੈ ਉਹ ਸ਼ਾਇਦ ਦੂਸਰੇ ਪਲੈਨਟਸ ਤੇ ਜਾ ਕੇ ਕਰਨਗੇ ਗੁੱਡ ਲੱਕ ਜੀ ਇਹ ਤਾਂ ਅਸੀਂ ਤੁਹਾਨੂੰ ਕਹਿੰਦੇ ਆ ਵੀ ਬੈਸਟ ਵਿਸ਼ੇਸ ਦਿੰਦੇ ਆ ਤੇ ਬਹੁਤ ਪਿਆਰੀ ਫੈਮਿਲੀ ਆ ਬੜਾ ਵਧੀਆ ਫੇਰ ਹੀ ਬੰਦੇ ਦੇ ਜੇ ਪੈਰ ਆ ਤਾਂ ਹੀ ਬੰਦਾ ਖੜ ਸਕਦਾ ਵਧੀਆ ਹੈ ਫੈਮਿਲੀ ਤੁਹਾਡੀਆਂ ਹੱਥਾਂ ਬਾਹਾਂ ਪੈਰ ਸਾਰਾ ਕੁਝ ਹੁੰਦੇ ਆ ਸੋ ਇੱਕ ਨਾ ਮੈਨੂੰ ਗੱਲਾਂ ਚੋਂ ਗੱਲ ਇਹ ਨਿਕਲ ਕੇ ਆਈ ਆ ਦੇਖੋ ਹੈ ਤਾਂ ਧਾਰਮਿਕ ਨਿੱਜੀ ਮਾਮਲਾ ਹੁੰਦਾ ਤੁਸੀਂ ਕਿਸੇ ਨੂੰ ਥੋਪ ਨਹੀਂ ਸਕਦੇ ਕਿਸੇ ਨੂੰ ਕਹਿ ਨਹੀਂ ਸਕਦੇ ਪਰ ਇੱਕ ਸਾਇੰਟਿਸਟ ਤੇ ਇੱਕ ਧਰਮ ਇਹਦੇ ਤੇ ਨਾ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੇ ਬੁੱਧੀਜੀਵੀ ਬੈਠੇ ਆ ਉਹਨਾਂ ਦੇ ਵਿੱਚ ਬੜੀ ਕਸਮਕਸ ਦੇਖਦੇ ਹੋ ਬਹੁਤ ਗੰਦੀ ਲੈਂਗੁਏਜ ਵਰਤਦੇ ਆ ਇੱਕ ਦੂਜੇ ਪ੍ਰਤੀ ਮੈਂ ਦੇਖਿਆ ਮੈਂ ਕੋਈ ਇੱਥੇ ਇਕੱਲੇ ਉਹਨਾਂ ਨੂੰ ਨਹੀਂ ਕਹਿੰਦਾ ਧਰਮ ਦੇ ਨਿੰਦਕਾਂ ਨੂੰ ਨਹੀਂ ਕਹਿੰਦਾ ਮੈਂ ਧਰਮ ਵਾਲਿਆਂ ਨੂੰ ਵੀ ਕਹਿਣਾ ਵੀ ਜੇ ਧਰਮ ਦੇ ਨਿੰਦਕਾਂ ਨੂੰ ਤਾਂ ਚੱਲ ਨਹੀਂ ਪਤਾ ਪਰ ਧਰਮ ਵਾਲਿਆਂ ਨੂੰ ਤਾਂ ਪਤਾ ਉਹਦਾ ਨਾ ਵਰਤਨ ਸੋ ਤੁਸੀਂ ਇਹ ਚੀਜ਼ ਨੂੰ ਮੈਂ ਦੇਖਦਾ ਵੀ ਤੁਹਾਡੀ ਹਰ ਗੱਲ ਦੇ ਵਿੱਚ ਆ ਜਾਂਦਾ ਵੀ ਵਾਹਿਗੁਰੂ ਨੇ ਕਿਹਾ ਪ੍ਰਮਾਤਮਾ ਨੇ ਚਾਹਿਆ ਇੱਕ ਸਾਇੰਟਿਸਟ ਦੇ ਜੋ ਮੂੰਹੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਤਾਂ ਉਹ ਇੱਕ ਵੱਖਰੀ ਇੱਕ ਸੋਚ ਦਿੰਦੀ ਆ ਆਮ ਬੰਦੇ ਨੂੰ ਜਿਹੜਾ ਦੁਚਿੱਤੀ ਚ ਜੇ ਤਾਂ ਕੋਈ ਤਾਂ ਸਿੱਧਾ ਡਿਕਲੇਅਰਡ ਆ ਮੈਂ ਡਿਕਲੇਅਰਡ ਆ ਵੀ ਮੈਂ ਤਾਂ ਧਰਮ ਨੂੰ ਫੋਲੋ ਕਰਦਾ ਭਾਈ ਪਰ ਕਈ ਦੁਚਿੱਤੀ ਚ ਹੁੰਦੇ ਆ ਥੋੜੀ ਜੀ ਗੱਲ ਸੁਣੀ ਉਧਰ ਚਲੇ ਗਏ ਥੋੜੀ ਉਧਰ ਤੁਸੀਂ ਇਹਦੇ ਬਾਰੇ ਕੀ ਸਾਡੀ ਜਨਰੇਸ਼ਨ ਨੂੰ ਕਹਿਣਾ ਚਾਹੁੰਦੇ ਕੀ ਇਹਦਾ ਆਨਸਰ ਇਹ ਐਕਚੁਅਲੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੂੰਗੀ ਤੁਸੀਂ ਮੇਰੇ ਤੋਂ ਇਹ ਕੁਐਸਚਨ ਪੁੱਛਿਆ ਕਿਉਂਕਿ ਮੇਰਾ ਸਾਇੰਸ 'ਚ ਆਉਣ ਦਾ ਜਿਹੜਾ ਮੇਨ ਰੀਜ਼ਨ ਹੈ ਮੇਰੇ ਮੰਮੀ ਡੈਡੀ ਦੋਨਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਉਸ ਗੁਰਸਿੱਖੀ ਜੀਵਨ ਫੋਲੋ ਕਰਦੇ ਨੇ ਸਵੇਰੇ 3 ਵਜੇ ਉੱਠਦੇ ਨੇ ਸੋ ਚਾਹੇ ਮੈਂ ਨਹੀਂ ਇੰਨਾ ਆਪਣੇ ਆਪ ਨੂੰ ਡਿਵੋਟ ਕਰ ਸਕੀ ਪਰ ਮੇਰਾ ਹਮੇਸ਼ਾ ਇੰਟਰਸਟ ਰਿਹਾ ਹੈ ਕਿ ਮੈਂ ਆਪਣੀ ਸਾਰੀਆਂ ਜਿਹੜੀਆਂ ਰਿਲੀਜੀਅਸ ਬੁੱਕਸ ਨੇ ਉਹਨਾਂ ਨੂੰ ਪੜ੍ਹਨਾ ਚਾਹੁੰਦੀ ਹਾਂ ਕਿਉਂਕਿ ਜਿਹੜੀਆਂ ਗੱਲਾਂ ਮੈਂ ਮੰਮੀ ਡੈਡੀ ਤੋਂ ਸੁਣਦੀ ਆ ਜਾਂ ਜਿੰਨਾ ਕੁ ਥੋੜਾ ਪਾਠ ਮੈਂ ਕਰ ਪਾਨੀ ਆਪਣੇ ਸਮੇਂ ਦੇ ਹਿਸਾਬ ਨਾਲ ਉਹਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ
ਅਸੀਂ ਹਜੇ ਸਰਫੇਸ ਸਕ੍ਰੈਚ ਕਰ ਰਹੇ ਹਾਂ ਸਾਇੰਸ ਦੇ ਵਿੱਚ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਸ਼ਾਇਦ ਧਾਰਮਿਕ ਗ੍ਰੰਥਾਂ ਦੇ ਵਿੱਚ ਆਲਰੇਡੀ ਲਿਖੀਆਂ ਹੋਈਆਂ ਨੇ, ਬਟ ਗੱਲ ਉੱਥੇ ਹੀ ਆ ਜਾਂਦੀ ਹੈ, ਬੋਲੀਆਂ ਬਦਲੀਆਂ, ਐਰਾ ਬਦਲੇ, ਉਹ ਟਰਾਂਸਲੇਸ਼ਨ ਕਿਤੇ ਲੋਸਟ ਹੋ ਗਈ ਤੇ ਸਾਨੂੰ ਸਮਝਾਉਣ ਵਾਲਾ ਕੋਈ ਨਹੀਂ ਹੈਗਾ, ਉਹ ਗਿਆਨ ਨੂੰ ਡੀਕੋਡ ਕਰਨ ਵਾਲਾ, ਉਸ ਡੀਐਨਏ ਨੂੰ ਡੀਕੋਡ ਨਹੀਂ ਕਰ ਪਾ ਰਹੇ। ਤਾਂ ਅਸੀਂ ਸਾਇੰਸ ਦਾ ਸਹਾਰਾ ਲੈ ਕੇ ਕਰ ਰਹੇ ਕਿਉਂਕਿ ਅੱਜ ਕੱਲ ਉਹੀ ਲੈਂਗੁਏਜ ਹੈਗੀ। ਪਰ ਮੈਨੂੰ ਸੀਰੀਅਸਲੀ ਏਦਾਂ ਲੱਗਦਾ ਕਿ ਆਪਣੀ ਜਿਹੜੀਆਂ ਪੁਰਾਣੀਆਂ, ਲੋਕੀ ਉਹਨੂੰ ਧਰਮ ਦੇ ਹਿਸਾਬ ਨਾਲ ਕਹਿੰਦੇ ਨੇ, ਮੇਰੀ ਕਿਉਰਿਓਸਿਟੀ ਹੈ, ਮੈਨੂੰ ਲੱਗਦਾ ਹੈ ਕਿ ਉਹ ਗਿਆਨ ਹੈ, ਧਰਮ ਨਾਲੋਂ ਵੱਧ ਕੇ ਉਹ ਗਿਆਨ ਹੈ। ਆਪਾਂ ਗਲਤ ਪਾਸੇ ਫਸ ਗਏ ਧਰਮ ਨੂੰ ਲੈ ਕੇ, ਪਰ ਧਰਮ ਬੇਸਿਕਲੀ ਉਸ ਟਾਈਮ ਦਾ ਵਿਗਿਆਨ ਹੈ। ਚਾਹੇ ਤੁਸੀਂ ਗੀਤਾ ਲੈ ਲਓ, ਚਾਹੇ ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਲੈ ਲਓ, ਪਰ ਉਹਦੇ 'ਚ ਬਹੁਤ ਨੌਲੇਜ ਹੈ ਜਿਹੜੀ ਕਿ ਆਪਾਂ ਹਜੇ ਲੱਭਣੀ ਹੈਗੀ ਹੈ। ਸੋ ਸਿੰਪਲ ਜੀ ਗੱਲ ਹੈ, ਮੇਰੇ ਹਸਬੈਂਡ ਹਨੂਮਾਨ ਚਾਲੀਸਾ ਕਰਦੇ ਨੇ, ਉਹ ਮੈਨੂੰ ਕਹਿੰਦੇ ਉਹਦੇ ਵਿੱਚ ਐਗਜ਼ੈਕਟ ਡਿਸਟੈਂਸ ਲਿਖਿਆ ਹੋਇਆ ਹੈਗਾ ਕਿ ਸੂਰਜ ਕਿੰਨਾ ਧਰਤੀ ਤੋਂ ਦੂਰ ਹੈਗਾ। ਮੈਂ ਉਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਮੈਂ ਕਦੇ ਹਨੂਮਾਨ ਚਾਲੀਸਾ ਨਹੀਂ ਪੜ੍ਹਿਆ ਸੀ। ਤੇ ਮੈਂ ਉਹਨਾਂ ਤੋਂ ਖੁਲਾਇਆ, ਮੈਂ ਦੇਖਿਆ, ਮੈਂ ਕਿਹਾ ਮੈਨੂੰ ਇੰਗਲਿਸ਼ 'ਚ ਦੱਸੋ ਕਿੰਨਾ, ਤੇ ਮੈਂ ਸਰਚ ਕੀਤੀ ਨਾਸਾ ਦੀ ਵੈਬਸਾਈਟ ਤੇ, ਐਗਜ਼ੈਕਟਲੀ ਡੈਸੀਮਲ ਪਲੇਸਿਸ ਦਾ ਵੀ ਫਰਕ ਨਹੀਂ ਹੈਗਾ, ਤੁਸੀਂ ਮੰਨੋਗੇ। ਸੋ ਇਹ ਸਾਰੀਆਂ ਚੀਜ਼ਾਂ ਲਾਈਕ ਕਿਤੇ ਨਾ ਕਿਤੇ ਤਾਂ ਕਨੈਕਟ ਹੁੰਦੀਆਂ ਨੇ। ਸੋ ਮੈਂ ਆਈ ਥਿੰਕ ਆਪਣੀ ਸਮਝ ਤੋਂ ਬਾਹਰ ਹੈ, ਆਪਾਂ ਬਹੁਤ ਛੋਟੇ ਹਾਂ ਹਜੇ, ਬਹੁਤ ਕੁਝ ਸਿੱਖਣਾ ਹੈ ਜਾਂ ਡਿਸਕਵਰ ਕਰਨਾ ਹੈ ਜ਼ਿੰਦਗੀ 'ਚ। ਪਰ ਕੋਈ ਸੁਪਰ ਪਾਵਰ ਤਾਂ ਹੈਗੀ ਹੈ, ਚਾਹੇ ਉਹਨੂੰ ਵਾਹਿਗੁਰੂ ਕਹਿ ਲਈਏ, ਚਾਹੇ ਰਾਮ ਕਹਿ ਲਈਏ, ਚਾਹੇ ਕੁਝ ਵੀ ਕਹਿ ਲਈਏ, ਪਰ ਕਹਿਣ ਦੇ ਵਿੱਚ ਆਪਾਂ ਨਾ ਆਪਣੇ ਆਪ ਨੂੰ ਗਵਾਈਏ, ਪਰ ਉਸ ਨੌਲੇਜ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਜੋ ਕਿ ਸ਼ਾਇਦ ਉਹ ਗ੍ਰੰਥਾਂ ਦੇ ਥਰੂ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ, ਪਰ ਆਪਾਂ ਹੋਰ ਪਾਸੇ ਚਲੇ ਗਏ, ਡਿਵਾਈਡ ਕਰਤਾ, ਡਿਫਰੈਂਟ ਬੇਸਿਸ ਦੇ ਉੱਤੇ। ਸੋ ਹਾਂ, ਮੈਂ ਬਹੁਤ ਫੈਸੀਨੇਸ਼ਨ, ਲਾਈਕ ਮੇਰਾ ਪਾਠ ਕਰਨ ਦਾ ਤਰੀਕਾ ਹੋਰ ਹੁੰਦਾ ਹੈ, ਮੈਂ ਉਹਦੇ 'ਚ ਕੁਝ ਲੱਭ ਰਹੀ ਹੁੰਦੀ ਹੈ। ਲਾਈਕ ਮੇਰੇ ਮੰਮੀ ਹੁਣੀ ਮੈਨੂੰ ਦੇਖ ਕੇ ਸਮਾਈਲ ਕਰਦੇ ਨੇ, ਪਰ ਟੂ ਬੀ ਆਨੈਸਟ ਦੇयर इज अ लॉट ਟੂ ਡਿਸਕਵਰ देयर। ਬਹੁਤ ਵਧੀਆ ਤੁਸੀਂ ਕਿਹਾ ਵੀ ਕੋਈ ਤਾਂ ਸੁਪਰ ਪਾਵਰ ਹੈ, ਬਸ ਇਹੀ ਮੇਰਾ ਜ਼ਿੰਦਗੀ ਦੇ ਵਿੱਚ ਮੰਨਣਾ। ਮੈਂ ਵੀ ਅਕਸਰ ਇਹੀ ਗੱਲ ਕਰਦਾ ਨਾ, ਯਾਰ ਕੋਈ ਤਾਂ ਕਰਤਾ ਹੈ। ਜਦੋਂ ਕੋਈ ਵੀ ਚੀਜ਼ ਬਿਨਾਂ ਕਰਤੇ ਤੋਂ ਨਹੀਂ ਬਣੀ ਤਾਂ ਇਹਦਾ ਵੀ ਕੋਈ ਕਰਤਾ ਹੈਗਾ, ਤੇ ਉਹ ਕਰਤਾ ਸਾਨੂੰ ਦੇਖਣਾ ਨਹੀਂ ਆ ਰਿਹਾ। ਸੋ ਮਨਵਿੰਦਰ, ਗੱਲਬਾਤ ਨੂੰ ਆਪਾਂ ਬਹੁਤ ਲੰਮੀ ਗੱਲਬਾਤ ਚੱਲੀ ਗਈ, ਪਰ ਦੋ ਕੁ ਗੱਲਾਂ ਨਾਲ ਇਹਨੂੰ ਲਪੇਟਦੇ ਹਾਂ। ਉਹਨਾਂ ਦੋ ਕੁ ਗੱਲਾਂ ਦੇ ਵਿੱਚ ਜੇ ਮੈਂ ਹੁਣ ਕਹਾਂ ਵੀ ਤੁਸੀਂ ਦੇਖੋ, ਇੰਨਾ ਇੱਕ ਪੜ੍ਹਾਈ ਵੀ ਕੀਤੀ, ਇੰਨਾ ਕੁਛ ਤੁਸੀਂ ਆਪਦੀ ਜ਼ਿੰਦਗੀ 'ਚ ਸੰਘਰਸ਼ ਵੀ ਕੀਤਾ, ਫੈਮਿਲੀ ਵੀ ਦੇਖੀ, ਨਾਲ ਤੁਸੀਂ ਸੋਸ਼ਲ ਵੀ ਮੈਂ ਦੇਖਿਆ ਵੀ ਤੁਸੀਂ ਰੇਡੀਓ ਤੇ ਵੀ ਆਉਂਦੇ ਰਹੇ, ਤੇ ਇਹ ਕੀ ਸ਼ੌਕ ਸੀ ਜਾਂ ਕੀ? ਮੈਂ ਕਹੂੰਗੀ ਇਹ ਪਿਆਰ ਸੀ। ਲਾਈਕ ਜਿੱਦਾਂ ਮੈਨੂੰ ਇੱਥੇ ਬਹੁਤ ਪਿਆਰ ਮਿਲਿਆ, ਮੈਨੂੰ ਮੌਕਾ ਮਿਲਿਆ, ਸਾਰੇ ਕਹਿੰਦੇ ਸੀ ਨਹੀਂ ਆਓ ਤੁਸੀਂ ਡਿਫਰੈਂਟ ਤਰੀਕੇ ਨਾਲ, ਤੁਹਾਡਾ ਇੱਕ, ਕਿਉਂਕਿ ਹਰ ਇਨਸਾਨ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਚੀਜ਼ਾਂ ਨੂੰ ਦੇਖਣ ਦਾ, ਪ੍ਰੋਬਲਮਸ ਨੂੰ ਦੇਖਣ ਦਾ, ਸੋਲਿਊਸ਼ਨਸ ਨੂੰ ਦੇਖਣ ਦਾ। ਤਾਂ ਸ਼ਾਇਦ ਜਿਹੜੇ ਮੇਰੇ ਸੁਣਨ ਵਾਲੇ ਸੀਗੇ ਉਹਨਾਂ ਨੂੰ ਲੱਗਿਆ ਕਿ ਮੈਂ ਇੱਕ ਡਿਫਰੈਂਟ ਐਸਪੈਕਟ ਲੈ ਕੇ ਆਂਦੀ ਸੀ। ਸੋ ਇੱਕ ਤਾਂ ਇਹ ਵਜ੍ਹਾ ਸੀ, ਦੂਸਰੀ ਇਹ ਵਜ੍ਹਾ ਸੀ ਕਿ ਆਪਾਂ ਆਪਣੀ ਧਰਤੀ ਤੋਂ ਬਹੁਤ ਦੂਰ ਹੈ ਇੱਥੇ, ਤੇ ਬਹੁਤ ਥੋੜੇ ਲੋਕ ਹੈਗੇ ਆ ਆਪਾਂ, ਤੇ ਇਹ ਵੀ ਕਿਸਮਤ ਵਾਲੀ ਗੱਲ ਹੈ ਕਿ ਉਹਨਾਂ ਦੇ ਨਾਲ ਜੁੜਨ ਦਾ ਇੱਕ ਪਲੇਟਫਾਰਮ ਹੈ ਇੱਥੇ, ਜਿਹੜਾ ਆਪਾਂ ਰੇਡੀਓ ਕਰਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ। ਸਿਰਫ ਆਪਾਂ ਉੱਥੇ ਮੱਥਾ ਟੇਕਣ ਨਹੀਂ ਜਾਂਦੇ, ਬਟ ਆਪਾਂ ਮਿਲਦੇ ਹਾਂ ਆਪਸ 'ਚ, ਆਪਣੇ ਬੱਚਿਆਂ ਨੂੰ ਪਤਾ ਲੱਗਦਾ ਆਪਣਾ ਕਲਚਰ ਕੀ ਹੈ, ਆਪਣੇ ਪੇਰੈਂਟਸ ਨੂੰ ਇੱਕ ਪਲੇਟਫਾਰਮ ਮਿਲਦਾ। ਸੋ ਆਈ ਥਿੰਕ ਪੰਜਾਬੀ ਕਮਿਊਨਿਟੀ ਦੁਨੀਆ 'ਚ ਜਿੱਥੇ ਜਿੱਥੇ ਗਈ ਹੈ, ਬਹੁਤ ਵਧੀਆ ਕੰਮ ਤਾਂ ਕੀਤਾ ਹੀ ਹੈਗਾ, ਕਿਉਂਕਿ ਮਿਹਨਤ ਜਿਹੜੀ ਹੈਗੀ ਆ ਉਹ ਸ਼ਾਇਦ ਬਹੁਤ ਹੀ ਨੈਚੁਰਲ ਇਨਸਟਿੰਕਟ ਹੈਗੀ ਆ ਆਪਣੀ ਪੰਜਾਬੀਆਂ ਦੀ। ਬਟ ਉਹ ਤੋਂ ਇਲਾਵਾ ਇੱਕ ਦੂਸਰੇ ਨਾਲ ਜੁੜਨਾ ਤੇ ਇੱਕ ਦੂਸਰੇ ਦੀ ਸਪੋਰਟ ਕਰਨੀ, ਇਹ ਵੀ ਇੱਕ ਬਹੁਤ ਇੰਪੋਰਟੈਂਟ ਰਿਹਾ ਹੈਗਾ। ਇਸ ਕਰਕੇ ਦੇਖੋ ਕਿ ਆਪਣੀਆਂ ਕਮਿਊਨਿਟੀਜ਼ ਕਿੰਨੀਆਂ ਜੁੜੀਆਂ ਹੋਈਆਂ ਨੇ। ਸੋ ਆਈ ਥਿੰਕ ਇਹ ਆਪਣੀ ਪਹਿਚਾਨ ਹੈ। ਸੋ ਉਸੇ ਪਹਿਚਾਨ ਦੇ ਤੌਰ ਤੇ ਮੇਰਾ ਵੀ ਹੁੰਦਾ ਕਿ ਜੁੜੇ ਰਹੋ ਆਪਣੇ, ਤੁਸੀਂ ਕੁਝ ਅਗਰ ਤੁਸੀਂ ਕੁਝ ਕੰਟਰੀਬਿਊਟ ਕਰ ਪਾਉਂਦੇ ਹੋ, ਇਹ ਤਾਂ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ। ਤੇ ਮੈਂ ਬਹੁਤ ਕਹੂੰਗੀ ਕਿ ਮੈਨੂੰ ਮੌਕਾ ਮਿਲਿਆ ਤੇ ਪਿਆਰ ਮਿਲਿਆ ਆਪਣੀ ਕਮਿਊਨਿਟੀ ਦਾ। ਪਰ ਹੁਣ ਜਾਂਦੇ ਜਾਂਦੇ ਜਿਹੜੀਆਂ ਦੋ ਗੱਲਾਂ ਰਹਿ ਜੀ, ਇੱਕ ਤਾਂ ਮੈਂ ਆਪਦੀਆਂ ਭਾਵਨਾਵਾਂ ਜ਼ਰੂਰ ਵਿਅਕਤ ਕਰੂੰਗਾ ਇਸ ਸਾਰੀ ਗੱਲਬਾਤ ਤੋਂ ਬਾਅਦ, ਮੈਂ ਕੀ ਸੋਚਦਾ। ਪਰ ਉਸ ਤੋਂ ਪਹਿਲਾਂ ਮੈਂ ਇੱਕ 2014 'ਚ ਤੁਹਾਨੂੰ ਇੱਕ ਕੰਮ ਕਿਹਾ ਸੀ, ਤੇ ਮੈਂ ਸਾਰੇ ਦਰਸ਼ਕਾਂ ਦੇ ਮੂਹਰੇ ਹੁਣ ਪੁੱਛਣਾ ਚਾਹੁੰਦਾ, ਸ਼ਾਇਦ ਤੁਹਾਡੇ ਯਾਦ ਵੀ ਨਾ ਹੋਵੇ, ਮੈਂ ਉਡੀਕ ਰਿਹਾ ਉਸ ਕੰਮ ਨੂੰ, ਤੇ ਤੁਹਾਡੇ ਯਾਦ ਨਹੀਂ ਹੋਣਾ ਕਿਉਂਕਿ ਰੁਝੇਵੇਂ ਆ, ਪਰ ਮੈਂ ਤੁਹਾਨੂੰ ਦੱਸ ਦਿਆਂ। ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਆਸਟ੍ਰੇਲੀਆ ਦੇ ਵਿੱਚ ਜਦੋਂ ਕੋਈ ਬੰਦਾ ਆਉਂਦਾ ਨਾ, ਤੇ ਜਿਹੜੇ ਟੇਸਟ ਆ ਬੰਦੇ ਦੇ ਬਦਲ ਜਾਂਦੇ ਆ। ਇੱਥੋਂ ਦੇ ਟੇਸਟ ਵੱਖਰੇ ਹੁੰਦੇ ਆ, ਸਬਜ਼ੀਆਂ ਉਹੀ ਮਿਲ ਜਾਂਦੀਆਂ, ਗੋਭੀ, ਦਾਲ, ਸਭ ਕੁਝ ਮਿਲ ਜਾਂਦਾ, ਪਰ ਟੇਸਟ ਇਹਨਾਂ 'ਚ ਜ਼ਿਆਦਾ ਪਾਣੀ ਜਾਂ ਹੋਣ ਕਰਕੇ ਸਭ ਤੋਂ ਜਿਹੜੀ ਤੰਗ ਹੁੰਦਾ ਬੰਦਾ ਨਾ, ਉਹ ਪਿਆਜ਼ ਜਾਂ ਗੰਢਾ ਕਹੀਏ ਜੇ ਸਾਡੀ ਦੇਸੀ, ਗੰਢਾ ਖਾਣ 'ਚ ਤੰਗ ਹੁੰਦਾ। ਗੰਢੇ 'ਚ ਬਹੁਤ ਜ਼ਿਆਦਾ ਤਿੱਖਾਪਨ ਹੈ ਇੱਥੇ। ਗੰਢਾ
ਕਿਤੇ ਸਬੱਬੀ ਤੁਹਾਨੂੰ ਭਲਾ ਕੋਈ ਮਿੱਠਾ ਗੰਢਾ ਮਿਲ ਜੇ। ਤੇ ਮੈਂ 2014 ਚ ਇਹਨਾਂ ਦੇ ਰੁਝੇਵਿਆਂ ਚ ਮੈਨੂੰ ਯਾਦ ਆ ਸਿੱਖ ਖੇਡਾਂ ਚ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ, ਮੈਂ ਕਿਹਾ ਤੁਸੀਂ ਇੰਨਾ ਕੁਝ ਕਰ ਰਹੇ ਹੋ ਗੰਢਾ ਹੀ ਮਿੱਠਾ ਕਰ ਦਿਓ ਆਸਟ੍ਰੇਲੀਆ ਦਾ, ਤੁਸੀਂ ਮੀਥੇਨ ਗੈਸ ਖਤਮ ਕਰਤੀ ਉਹਦੇ ਚਾਰੇ ਚੋਂ, ਤੇ ਸਾਡੇ ਵਰਗੇ ਜਿਹੜੇ ਗੰਢੇ ਪ੍ਰੇਮੀ ਆ ਜਿਹਨੂੰ ਕਹਿ ਸਕਦੇ ਆ, ਖਾਣਾ ਚਾਹੁੰਦੇ ਆ ਜਾਂ ਹਰੇਕ ਦੇ ਭੋਜਨ ਦਾ ਇੱਕ ਹਿੱਸਾ, ਤੇ ਇਹਨਾਂ ਨੂੰ ਕਿਹਾ ਸੀ, ਕਹਿੰਦੇ ਸੀ ਕੋਈ ਨਹੀਂ ਜਦੋਂ ਟਾਈਮ ਆਇਆ ਮੈਂ ਉਹਦਾ ਵੀ DNA ਕੋ ਅਨਕੋਡ ਕਰਕੇ ਜਾਂ ਜਿਵੇਂ ਵੀ ਉਹ ਕਰੂੰਗੀ, ਪਰ ਹਜੇ ਤੱਕ ਕੀਤਾ ਨਹੀਂ। ਮੈਂ ਤੁਹਾਨੂੰ ਖੁਸ਼ਖਬਰੀ ਇਹ ਹੈ ਕਿ ਗੰਢੇ ਦਾ DNA ਆਲਰੇਡੀ ਡੀਕੋਡ ਹੋ ਚੁੱਕਿਆ ਹੈਗਾ। ਅਸੀਂ ਨਹੀਂ ਕੀਤਾ, ਪਰ ਦੁਨੀਆ ਦੇ ਵਿੱਚ ਬਹੁਤ ਪ੍ਰੋਗਰੈਸ ਹੁੰਦੀ ਹੈ, ਲੇਕਿਨ ਹਜੇ ਤੱਕ ਲਾਈਕ ਇੰਨੀ ਪ੍ਰੋਗਰੈਸ ਨਹੀਂ ਹੋਈ ਕਿ ਐਗਜ਼ੈਕਟਲੀ ਉਹਦੀ ਜਿਹੜੀ ਪੰਜੈਂਸੀ ਹੈਗੀ ਆ ਉਹ ਕਿਹੜੇ ਕੋਡ ਦਵਾਈ ਹੈ। ਲੇਕਿਨ ਖੁਸ਼ਖਬਰੀ ਇਹ ਹੈ ਕਿ ਗੰਢੇ ਦੀ ਪੰਜੈਂਸੀ ਦੇ ਜਾਂ ਕੌੜੇਪਨ ਦੇ ਪਿੱਛੇ ਵੀ ਕੁਦਰਤ ਦਾ ਹੀ ਹੱਥ ਹੈ, ਔਰ ਉਹ ਇੱਕ ਚੰਗੇ ਮਾਇਨੇ 'ਚ ਹੈ, ਕਿਉਂਕਿ ਉਹਦੀ ਵਜ੍ਹਾ ਨਾਲ ਗੰਢੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੇ ਬਹੁਤ ਸਾਰੇ ਕੀੜਿਆਂ ਤੋਂ ਬਚਾਉਂਦੀ ਹੈ। ਤੇ ਸਪੈਸ਼ਲੀ ਆਸਟ੍ਰੇਲੀਅਨ ਕਲਾਈਮੇਟ ਦੇ ਵਿੱਚ ਅਗਰ ਉਹ ਪੰਜੈਂਸੀ ਨਾ ਹੋਵੇ ਤਾਂ ਸ਼ਾਇਦ ਗੰਢਾ ਇੱਥੇ ਹੋਵੇ ਹੀ ਨਾ। ਗੰਢੇ ਗਲ ਜਾਣ, ਗੰਢੇ ਗਲ ਜਾਣ। ਗਲ ਜਾਣ। ਸੋ ਚਲੋ ਜੀ, ਅੱਜ ਹਰ ਇੱਕ ਚੀਜ਼ 'ਚ ਕੋਈ ਨਾ ਕੋਈ ਕੁਛ ਨਾ ਕੁਛ ਰੀਜ਼ਨ ਹੈਗਾ। ਚਲੋ ਜੀ, ਅੱਜ ਤੋਂ ਫਿਰ ਅਸੀਂ ਹੁਣ ਗੰਢਾ ਇਸ ਢੰਗ ਨਾਲ ਖਾਣ ਲੱਗ ਜਾਾਂਗੇ ਵੀ ਇੱਕ ਦਵਾਈ ਆ, ਇੱਕ ਹੋ ਸਕਦਾ ਵੀ ਬੋਡੀ ਨੂੰ ਵੀ ਕੋਈ ਇਹੋ ਜਿਹੀਆਂ ਚੀਜ਼ਾਂ ਦਿੰਦਾ ਹੋਵੇ, ਜੇ ਉਹ ਆਪਦੇ ਆਪ ਨੂੰ ਸੇਵ ਕਰਦਾ ਤਾਂ ਬੋਡੀ ਲਈ ਵੀ ਸ਼ਾਇਦ ਲਾਹੇਵੰਦ ਹੋਵੇ। ਲੋਕਾਂ ਨੇ ਤਾਂ ਜਦੋਂ ਕਰੋਨਾ ਆਇਆ ਸੀ ਸ਼ੁਰੂ 'ਚ ਗੰਢੇ ਨਾਲ ਇਲਾਜ ਹੀ ਕਰਨਾ ਸ਼ੁਰੂ ਕਰਤਾ ਸੀ ਵੀ ਗੰਢਾ ਖਾਓ ਤੇ ਕਰੋਨਾ ਹੁੰਦਾ ਹੀ ਨਹੀਂ, ਮੇਰੇ ਵਰਗੇ ਜਿਹੜੇ ਵਿਗਿਆਨਿਕ ਸੀ। ਸੋ ਐਂਡ ਦੇ ਉੱਤੇ ਜੇ ਹੁਣ ਤੋਂ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ, ਬਹੁਤ ਮੈਨੂੰ ਲੱਗਦਾ ਜਾਣਕਾਰੀ ਭਰਪੂਰ ਜਿਹੜੀ ਇਹ ਸਾਰੀ ਇੰਟਰਵਿਊ ਹੋਈ, ਜਾਂ ਸਾਡੇ ਆਉਣ ਵਾਲੇ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਵੀ ਇਹ ਸਾਡੇ ਚੈਨਲਸ ਦੇ ਜ਼ਰੀਏ ਰਹੂਗੀ ਤਾਂ ਲੋਕਾਂ ਨੂੰ ਬੜਾ ਵਧੀਆ ਲੱਗੂਗੀ ਇਹ ਸੁਣਨ ਵਾਲੇ ਨੂੰ ਵੀ, ਕਿਉਂਕਿ ਲੋਕ ਲੰਮੀ ਇੰਟਰਵਿਊ ਸੁਣਨਾ ਨਹੀਂ ਚਾਹੁੰਦੇ, ਪਰ ਮੈਨੂੰ ਨਹੀਂ ਲੱਗਦਾ ਇਸ ਨੂੰ ਮਿਸ ਕਰਨਗੇ। ਪਰ ਸਾਰਾ ਕੁਝ ਮਿਲਾ ਕੇ ਜੇ ਹੁਣ ਮੈਂ ਨਿੱਜੀ ਤੌਰ ਤੇ ਦੇਖਾਂ, ਮੈਂ ਨਿੱਜੀ ਤੌਰ ਤੇ ਚਲੋ 5-7 ਸਾਲ ਤੋਂ ਤੁਹਾਨੂੰ ਜਾਣਦਾ, ਭਾਵੇਂ ਅਸੀਂ ਜਦੋਂ ਬਹੁਤ ਰੇਅਰ ਹੁੰਦਾ ਵੀ ਫੋਨ ਕਰਨਾ ਜਾਂ ਗੱਲ ਕਰਨੀ, ਕਿਉਂਕਿ ਪਤਾ ਵੀ ਬਿਜ਼ੀ ਅਰਜੇਵੇਂ, ਪਰ ਦੁੱਖ ਸੁੱਖ ਚਲੋ ਸੋਸ਼ਲ ਮੀਡੀਆ ਤੇ ਸਾਨੂੰ ਪਤਾ ਲੱਗਦਾ ਰਹਿੰਦਾ ਇੱਕ ਦੂਜੇ ਦਾ, ਅਸੀਂ ਇਨ ਟੱਚ ਹੀ ਹੁੰਦੇ ਹਾਂ ਤਕਰੀਬਨ। ਪਰ ਮੈਂ ਅੱਜ ਜਿਹੜੀਆਂ ਗੱਲਾਂ ਜਾਣੀਆਂ, ਇਸ ਗੱਲਾਂ ਤੋਂ ਬਾਅਦ ਜੇ ਮੈਂ ਬਠਿੰਡੇ ਵਾਲੀ ਠੇਠ ਭਾਸ਼ਾ 'ਚ ਕਹਾਂ ਤਾਂ ਮੈਂ ਨਾ ਅੰਦਰੋਂ ਸੜ ਭੁੱਜ ਗਿਆ, ਅੰਦਰੋਂ ਇੰਨਾ ਜੈਲਸ ਤੇ ਇੰਨਾ ਕਿ ਸੜਿਆ ਬੈਠਾ ਵੀ ਇੱਕ ਛੋਟੀ ਜਿਹੀ ਕੁੜੀ ਆ ਮੇਰੇ ਨਾਲ ਉਹਦੀ ਉਮਰ ਦੀ ਆ ਤੇ ਮੇਰੇ ਨਾਲ ਵੱਧ ਕਿਉਂ ਜਾਣਦੀ ਆ, ਬਸ ਮੈਨੂੰ ਇਹ ਪੂਰਾ ਝੋਰਾ ਲੱਗਿਆ ਹੋਇਆ। ਕਿਉਂਕਿ ਕਈ ਵਾਰੀ ਬੰਦਾ ਹੁੰਦਾ ਨੀ ਭੁਲੇਖੇ 'ਚ ਹੁੰਦਾ ਵੀ ਮੈਂ ਬਹੁਤ ਗਿਆਨੀ ਆ, ਵੀ ਮੈਨੂੰ ਹਰ ਵਿਸ਼ੇ ਤੇ ਪਤਾ, ਪਰ ਅੱਜ ਤੁਹਾਡਾ ਗਿਆਨ ਦੇਖ ਕੇ ਵਾਕਈ ਅੰਦਰੋਂ ਮੈਂ ਸੜਿਆ ਭੁੱਜਾ, ਪਰ ਮੈਂ ਵਾਹ ਕਹਿ ਰਿਹਾ ਕਿਉਂਕਿ ਮੈਂ ਇੱਕ ਹੋਸਟ ਆ, ਮੈਨੂੰ ਕਹਿਣੀ ਪੈਣੀ ਆ। ਤੁਸੀਂ ਜਿਹੜੇ ਵਿਸ਼ਿਆਂ ਦੇ ਵਿੱਚ ਤੁਹਾਡੀ ਜੋ ਮੈਂ ਕਹੂੰਗੀ ਮੈਂ ਤੁਹਾਡੇ ਨਾਲ ਐਨਵੀ ਹੈ, ਕਿਉਂਕਿ ਤੁਹਾਨੂੰ ਮੌਕਾ ਮਿਲਦਾ ਬਹੁਤ ਸਾਰੇ ਲੋਕਾਂ ਦੇ ਨਾਲ ਨੈਟਵਰਕ ਹੋਣ ਦਾ, ਬਹੁਤ ਸਾਰੀਆਂ ਚੀਜ਼ਾਂ ਜਾਣਨ ਦਾ। ਮੇਰਾ ਗਿਆਨ ਦਾ ਲਾਈਕ ਇੱਕ ਪਾਰਟਿਕੂਲਰ ਡਾਇਰੈਕਸ਼ਨ 'ਚ ਹੈ, ਪਰ ਤੁਸੀਂ ਤਾਂ ਸਾਰੇ ਪਾਸੇ ਦੇ ਗਿਆਨੀ ਹੋ, ਸੋ ਆਈ ਥਿੰਕ ਇਟਸ ਦੀ ਅਦਰ ਵੇ ਅਰਾਊਂਡ, ਮੈਂ ਜ਼ਿਆਦਾ ਐਨਵੀ ਹੈ ਤੁਹਾਡੇ ਨਾਲ। ਸੋ ਬਹੁਤ ਵਧੀਆ ਲੱਗਿਆ ਪਰਮਿੰਦਰ ਗੱਲਬਾਤ ਕਰਕੇ, ਤੇ ਉਮੀਦ ਅਸੀਂ ਜਿਹੜੇ ਸਾਡੇ ਸੋਰਸਿਸ ਘੱਟ ਸੀ, ਕਰੋਨਾ ਸੀ, ਅਸੀਂ ਆ ਕੇ ਇਨ ਪਰਸਨ ਇੰਟਰਵਿਊ ਨਹੀਂ ਕਰ ਸਕਦੇ, ਵੈਸੇ ਤਾਂ ਐਡੀ ਵਧੀਆ ਇੱਕ ਡਾਕੂਮੈਂਟਰੀ ਇਨ ਪਰਸਨ ਹੋਣੀ ਚਾਹੀਦੀ ਸੀ, ਪਰ ਕੋਸ਼ਿਸ਼ ਕਰਾਂਗੇ ਅਸੀਂ ਕੋਈ ਇਹਨੂੰ ਹੋਰ ਇਹਦਾ ਅਗਲਾ ਵੀ ਰਿਕਾਰਡ ਕਰੀਏ ਕਿਸੇ ਟਾਈਮ, ਸਬੱਬ ਬਣੇ ਭਾਰਤ ਆ ਕੇ ਤੋਂ ਅਸੀਂ ਪ੍ਰੋਪਰ ਤੁਹਾਡੀ ਲੈਬ ਦੇ ਵਿੱਚ ਤੱਕ ਜਾ ਕੇ ਅਸੀਂ ਇਹਨੂੰ ਸ਼ੂਟ ਕਰੀਏ। ਪਰ ਫਿਲਹਾਲ ਦੀ ਘੜੀ ਆਪਾਂ ਜਾਂਦੇ ਜਾਂਦੇ ਸਾਡੇ ਜਿਹੜੇ ਜਿੰਨੇ ਵੀ ਪਿੰਡ ਆਸਟ੍ਰੇਲੀਆ ਦੇ ਦਰਸ਼ਕ ਆ, ਕਿਉਂਕਿ ਤੁਸੀਂ ਕਾਫੀ ਚਿਰ ਤੋਂ ਚਾਹੇ ਇੱਧਰ ਜੁੜੇ ਹੋਏ ਹੋ, ਚਾਹੇ ਉਹ ਹਰਮਨ ਰੇਡੀਓ ਹੋਵੇ, ਚਾਹੇ ਤੁਸੀਂ ਚਲੋ ਸਾਡੀਆਂ ਰਾਈਟਿੰਗਸ ਹੋਣ ਜਾਂ ਕੁਝ ਵੀ ਕਿਸੇ ਰੂਪ 'ਚ ਜੁੜੇ ਹੋਏ, ਜਾਂਦੇ ਜਾਂਦੇ ਕੋਈ ਸਾਰਿਆਂ ਨੂੰ ਸੁਨੇਹਾ ਕੋਈ ਜਿਹੜੇ ਸਾਡੇ ਨਾਲ ਜੁੜੇ। ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰੂੰਗੀ ਤੁਹਾਡਾ ਤੇ ਟੀਮ ਦਾ, ਜਿਨ੍ਹਾਂ ਨੇ ਕਿ ਮੈਨੂੰ ਇਹ ਓਪਰਚੁਨਿਟੀ ਦਿੱਤੀ, ਮੇਰੇ ਲਈ ਬਹੁਤ ਵੱਡੀ ਗੱਲ ਹੈ। ਤੇ ਦੂਸਰੀ ਗੱਲ ਜੇ ਕਹੋ ਕਿ ਜਾਣਦੇ ਜਾਂਦੇ ਸੁਨੇਹਾ, ਤਾਂ ਮੈਂ ਇਹ ਕਹੂੰਗੀ ਕਿ ਦਿਲ ਦੇ ਵਿੱਚ ਨਹੀਂ ਰੱਖਣੀ ਚਾਹੀਦੀ, ਪੂਰੀ ਕਰ ਲੈਣੀ ਚਾਹੀਦੀ ਹੈ ਜ਼ਿੰਦਗੀ 'ਚ, ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ, ਤੇ ਅਗਰ ਅਚੀਵ ਕਰ ਲੈਂਦੇ ਹੋ ਜੋ ਕਿ ਤੁਹਾਡੇ ਦਿਲ 'ਚ ਆਇਆ, ਤੇ ਫਿਰ ਆਪਾਂ ਨੂੰ ਇਹ ਹਮੇਸ਼ਾ ਵਿਚਾਰ ਲੈਣਾ ਚਾਹੀਦਾ ਕਿ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਹ। ਸੋ ਹਮੇਸ਼ਾ ਆਪਣੇ ਆਪ ਨੂੰ ਗਰਾਊਂਡਡ ਰੱਖੋ, ਹੰਬਲ ਰੱਖੋ, ਤੇ ਜਿਹੜੇ ਕਦੇ ਵੀ ਤੁਸੀਂ ਇਕੱਲੇ ਨਹੀਂ ਅਚੀਵ ਕਰੋਗੇ ਕਿਸੇ ਚੀਜ਼ ਨੂੰ, ਉਹਦੇ ਪਿੱਛੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਹੋਣਗੀਆਂ, ਚਾਹੇ ਫੈਮਿਲੀ ਹੋਵੇ ਚਾਹੇ ਸੁਸਾਇਟੀ ਹੋਵੇ। ਸੋ ਹਮੇਸ਼ਾ ਉਹਨਾਂ ਦੇ ਲਈ ਗ੍ਰੇਟਫੁਲ ਰਹੋ। ਤੇ ਇਸ ਵਕਤ ਮੈਂ ਬਹੁਤ ਗ੍ਰੇਟਫੁਲ ਫੀਲ ਕਰ ਰਹੀ ਹਾਂ ਤੁਹਾਡਾ ਤੇ ਬਹੁਤ ਸਾਰੇ ਤੁਹਾਡੇ ਜਿਹੜੇ ਨੈਟਵਰਕਸ ਨੇ ਜਿਨ੍ਹਾਂ ਨੇ ਹਮੇਸ਼ਾ ਇਹ ਓਪਰਚੁਨਿਟੀ ਦਿੱਤੀ ਬਾਕੀ ਕਮਿਊਨਿਟੀ ਨਾਲ ਕਨੈਕਟ ਹੋਣ ਲਈ। ਸੋ ਥੈਂਕ ਯੂ ਸੋ ਮਚ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।